ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਆ। ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਆਪਣੀ ਸਟੂਡੈਂਟ ਲਾਈਫ ਬਾਰੇ ਤੇ ਉਹਦੇ ਇਨੀਸ਼ੀਅਲ ਡੇਜ਼ ਦੇ ਬਾਰੇ ਅੱਜ ਅਸੀਂ ਇਸ ਵੀਡੀਓ 'ਚ ਗੱਲ ਕਰਾਂਗੇ। ਤੇ ਮੇਰਾ ਨਾਮ ਹਰਵਿੰਦਰ ਸਿੰਘ ਆ ਤੇ ਮੇਰੇ ਨਾਲ ਅਨਮੋਲ ਸ਼ਰਮਾ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਅਨਮੋਲ ਸ਼ਰਮਾ। ਮੈਂ ਨਾਇਗਰਾ ਫਾਲਸ 'ਚ ਰਹਿੰਦਾ ਹਾਂ। ਹੈਰੀ ਨਾਲ ਮੇਰੀ ਕਾਫੀ ਪੁਰਾਣੀ ਯਾਰੀ ਹੈ। ਆਪਾਂ 11 ਸਾਲ ਤੋਂ ਦੂਜੇ ਨੂੰ ਜਾਣਦੇ ਹਾਂ ਤੇ ਅੱਜ ਆਪਾਂ ਸਟੂਡੈਂਟ ਲਾਈਫ ਬਾਰੇ ਗੱਲ ਕਰਾਂਗੇ ਕਿਉਂਕਿ ਹੈਰੀ ਮੇਰੇ ਤੋਂ ਪਹਿਲਾਂ ਆਇਆ ਸੀ। ਇਹਨੂੰ ਕੀ ਚੈਲੰਜਸ ਸੀਗੇ ਜਦੋਂ ਮੈਂ ਆਇਆ 2018 ਦੇ ਵਿੱਚ ਤੇ ਮੈਨੂੰ ਕੀ ਚੈਲੰਜਸ ਆਏ ਉਹਦੇ ਬਾਰੇ ਆਪਾਂ ਸਾਰੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ। ਹਾਂਜੀ, ਤੇ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਰੂ ਕਰਦਾ ਸਿੱਧਾ ਟੌਪਿਕ ਤੇ ਆਉਣੇ ਆ। ਮੈਂ ਆਪਣਾ ਦੱਸ ਦਾਂਗਾ। ਮੈਂ ਸੀ 2016 ਦੀ ਦਸੰਬਰ ਦੇ ਵਿੱਚ, ਦਸੰਬਰ ਸ਼ਾਇਦ 21 ਦੇ ਕਰੀਬ ਮੈਂ ਇੱਥੇ ਲੈਂਡ ਹੋਇਆ ਸੀਗਾ। ਤੁਸੀਂ ਕਦੋਂ ਆਏ ਸੀ ਅਨਮੋਲ? ਮੈਂ ਆਈ ਥਿੰਕ ਦਸੰਬਰ 27 ਨੂੰ ਇੰਡੀਆ ਤੋਂ ਫਲਾਈਟ ਲੈ ਕੇ ਤੇ 29 ਦਸੰਬਰ ਨੂੰ ਮੈਂ ਇੱਥੇ ਪਹੁੰਚਿਆ ਸੀਗਾ। 2017 ਦਸੰਬਰ। ਹਾਂਜੀ ਠੀਕ ਹੈ। ਅਨਮੋਲ ਮੇਰੇ ਤੋਂ 1 ਸਾਲ ਬਾਅਦ ਚ ਆਇਆ ਸੀਗਾ। ਹਾਂਜੀ। ਤੇ ਸ਼ੁਰੂ ਦੇ ਟਾਈਮ 'ਚ ਕਿਵੇਂ ਮੈਨੇਜ ਕੀਤਾ ਹਨਾ ਇੱਥੇ ਆਉਣ ਦਾ ਜਾਂ ਕੁਝ ਵੀ ਉਹਦੇ ਬਾਰੇ ਦੱਸ ਦਿਓ। ਆਈ ਥਿੰਕ ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਇਹ ਥੋੜੀ ਜੀ ਐਂਗਜ਼ਾਈਟੀ ਹੁੰਦੀ ਹੈ ਕਿ ਯਾਰ ਵੈਦਰ ਉੱਥੇ ਜਾ ਕੇ, ਕਿਉਂਕਿ ਮੈਂ ਵਿੰਟਰ ਦੇ ਵਿੱਚ ਆਇਆ ਸੀਗਾ ਤੇ ਮੇਰੀ ਪਹਿਲਾ ਵਿੰਟਰ ਸੀਗੀ ਕਿਉਂਕਿ ਐਨੀ ਕਦੇ ਸੁਣਿਆ ਸੀਗਾ ਕੈਨੇਡਾ ਦੇ ਵਿੰਟਰ ਬਹੁਤ ਐਕਸਟ੍ਰੀਮ ਹੁੰਦੀਆਂ ਨੇ ਤੇ ਪਤਾ ਨਹੀਂ ਸੀਗਾ ਕਿੰਨੀ ਐਕਸਟ੍ਰੀਮ ਹੁੰਦੀਆਂ ਨੇ। ਤੇ ਜਦੋਂ ਇੱਥੇ ਆਇਆ, ਜਦੋਂ ਲੈਂਡ ਹੋਏ ਤਾਂ ਬਹੁਤ ਹੀ ਵੈਦਰ ਉਸ ਵੇਲੇ ਆਈ ਥਿੰਕ ਰੈਕਡ ਸਨੋ ਪਈ ਸੀ ਉਸ ਵੇਲੇ। ਤੇ ਆਈ ਰਿਮੈਂਬਰ ਕਿ ਤੁਸੀਂ ਮੈਨੂੰ ਉੱਥੇ ਪਿਕ ਕਰਨ ਆਏ ਸੀ ਤੇ ਬਹੁਤ ਜ਼ਿਆਦਾ ਵੈਦਰ ਖਰਾਬ ਸੀਗਾ, ਬਲਿਜ਼ਰਡ ਵਗੈਰਾ ਵੀ ਸੀਗਾ ਤੇ ਇਹ ਸਭ ਤੋਂ ਪਹਿਲਾ ਚੈਲੰਜ ਤਾਂ ਮੈਨੂੰ ਇਹ ਆਇਆ ਸੀਗਾ। ਤੇ ਬਾਕੀ ਮੈਂ ਜੇ ਆਪਣੀ ਦੱਸਾਂ, ਮੈਂ ਜਦੋਂ ਇੱਥੇ ਲੈਂਡ ਹੋਇਆ ਸੀਗਾ ਸ਼ੁਰੂ 'ਚ ਤੇ ਪਹਿਲਾਂ ਤਾਂ ਬੰਦੇ ਨੂੰ ਇਹ ਹੁੰਦਾ ਵੀ ਮੈਨੂੰ ਲੈਣ ਕਿਹਨੇ ਆਉਣਾ ਹਨਾ। ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਤੁਹਾਡੇ ਕੋਲ ਕੋਈ ਕਿਤੇ ਜਾਣ ਦਾ ਅਰੇਂਜਮੈਂਟ ਹੋਣਾ ਚਾਹੀਦਾ, ਰੂਮ ਦਾ। ਕਈ ਵਾਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਹੜੇ ਸ਼ਹਿਰ ਜਾਣਾ, ਉੱਥੇ ਤੁਹਾਡੇ ਕੋਲ ਰੂਮ ਬੁਕਿੰਗ ਹੈਗੀ ਹੈ ਜਾਂ ਨਹੀਂ ਹੈਗੀ ਹੈ ਹਨਾ। ਕਈ ਕਾਲਜ ਦੀ ਸ਼ਟਲ ਕਰ ਲੈਂਦੇ ਆ 에ਅਰਪੋਰਟ ਤੋਂ, ਕਈ ਜਾਂ ਜੇ ਕੋਈ ਰਿਲੇਟਿਵ ਆ ਉਹ ਤੁਹਾਨੂੰ ਪਿਕ ਕਰ ਸਕਦੇ ਆ। ਤੇ ਮੈਨੂੰ ਮੇਰੇ ਰਿਲੇਟਿਵ ਸੀਗੇ, ਉਹਨਾਂ ਨੇ ਟੋਰਾਂਟੋ 에ਅਰਪੋਰਟ ਤੋਂ ਪਿਕ ਕਰ ਲਿਆ ਸੀਗਾ। ਤੁਹਾਡੇ ਮਤਲਬ ਫੈਮਿਲੀ ਤੋਂ ਸੀਗੇ ਕੋਈ ਜਾਂ ਤੁਹਾਡੇ ਮਤਲਬ ਕੋਈ ਨੋਨ ਦੇ ਵਿੱਚ ਸੀਗੇ? ਹਾਂ, ਫੈਮਿਲੀ ਦੇ ਹੀ ਲਾ ਲਓ। ਹਾਂ, ਫੈਮਿਲੀ ਰਿਲੇਸ਼ਨ ਚ ਸੀਗੇ। ਉਹਨਾਂ ਨੇ ਮੈਨੂੰ ਪਿਕ ਕੀਤਾ ਤੇ ਮੈਨੂੰ ਲੱਗਦਾ ਮੈਂ 2 ਦਿਨ ਉਹਨਾਂ ਕੋਲ ਰਿਹਾ ਹੋਊਂਗਾ ਤੇ 2 ਦਿਨ ਮੈਂ ਉਹਨਾਂ ਕੋਲ ਰਿਹਾ ਸੀ। ਫਿਰ ਮੇਰਾ ਸ਼ਹਿਰ ਸੀਗਾ, ਮਤਲਬ ਸ਼ਹਿਰ ਨਹੀਂ ਕਹਿ ਸਕਦੇ, ਇੱਕ ਪਿੰਡ ਟਾਈਪ ਹੀ ਸੀਗਾ, ਲਿੰਜ਼ੀ ਪੀਟਰਬਰਗ ਕੋਲ ਪੈ ਜਾਂਦਾ। ਉੱਥੇ ਮੇਰਾ ਫਲੈਮਿੰਗ ਕਾਲਜ ਸੀਗਾ। ਤੇ ਇਹ ਵੀ ਗੱਲ ਮੈਂ ਇੱਥੇ ਰੱਖੂੰਗਾ ਵੀ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜਾ ਕੈਂਪਸ ਆ। ਇੱਕ ਕਾਲਜ ਦੇ ਨਾ ਅਲੱਗ-ਅਲੱਗ ਸ਼ਹਿਰਾਂ 'ਚ ਕੈਂਪਸ ਹੁੰਦੇ ਹੈਗੇ। ਉਹਦਾ ਮੇਨ ਕੈਂਪਸ ਪੀਟਰਬਰਗ 'ਚ ਸੀਗਾ ਤੇ ਦੂਜਾ ਕੈਂਪਸ ਲਿੰਜ਼ੀ ਸੀਗਾ, ਇੱਕ ਪਿੰਡ 'ਚ ਲਾ। ਜਿਵੇਂ ਤੁਸੀਂ ਕਹਿ ਲਓ ਜਿਵੇਂ ਪੰਜਾਬ 'ਚ ਆਪਣੇ ਇੱਕ ਰੀਜਨਲ ਕੈਂਪਸ ਹੁੰਦਾ। ਹਾਂ, ਇੱਕ ਰੀਜਨਲ ਕੈਂਪਸ ਮੇਨ ਜਿਹੜਾ ਕੈਂਪਸ ਹੋ ਗਿਆ। ਬਿਲਕੁਲ। ਤੇ ਉਸ ਟਾਈਪ ਸੀਗਾ ਤੇ ਮੈਂ ਫਿਲਹਾਲ ਉੱਥੇ ਲਿੰਜ਼ੀ ਚਲੋ ਕੁਝ ਦਿਨ ਉਹਨਾਂ ਕੋਲ ਰਹਿ ਕੇ ਚਲੇ ਗਿਆ। ਸਭ ਤੋਂ ਪਹਿਲਾਂ ਜਿਹੜਾ ਚੈਲੰਜ ਮੇਰੇ ਕੋਲ ਆਇਆ, ਮੈਨੂੰ ਪਤਾ ਨਹੀਂ ਸੀ। ਮੈਂ 24 ਦਸੰਬਰ ਨੂੰ ਲਿੰਜ਼ੀ ਪਹੁੰਚ ਗਿਆ ਸੀਗਾ। ਅੱਛਾ ਜੀ। ਤੇ 25 ਦਸੰਬਰ ਨੂੰ ਕ੍ਰਿਸਮਸ ਹੁੰਦੀ ਹੈ ਹਨਾ, ਆਪਾਂ ਨੂੰ ਪਤਾ ਹੈਗਾ। ਤੇ ਮੈਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਕ੍ਰਿਸਮਸ ਹੁੰਦਾ ਉਹਦੇ ਤੇ ਜੋ ਸਾਰੇ ਮਾਲਸ ਹੁੰਦੇ ਆ ਜਾਂ ਸ਼ਾਪਸ ਹੁੰਦੀਆਂ ਨੇ ਉਹ ਕਲੋਜ਼ ਹੁੰਦੀਆਂ ਨੇ। ਸਭ ਤੋਂ ਪਹਿਲੀ ਚੀਜ਼ ਮੈਨੂੰ ਇਹ ਲੱਗੀ ਸ਼ੌਕਿੰਗ ਕਿ ਮੈਂ ਅਗਲੇ ਦਿਨ ਮਤਲਬ ਕੁਝ ਲੈਣ ਜਾਣਾ ਸੀ ਖਾਣ ਪੀਣ ਨੂੰ। ਮੈਂ ਉੱਥੇ ਨਵਾਂ ਮੂਵ ਹੋਇਆ ਸੀਗਾ ਤੇ ਜਦੋਂ ਮੈਂ ਬਾਹਰ ਜਾ ਕੇ ਦੇਖਿਆ ਸਾਰੇ ਮਾਲ ਸਟੋਰ ਬੰਦ ਤੇ ਖਾਣ ਨੂੰ ਮੇਰੇ ਕੋਲ ਕੁਝ ਨਹੀਂ ਸੀਗਾ ਉਸ ਟਾਈਮ, ਮਤਲਬ ਵੀ ਕੁਝ ਮਾੜਾ ਮੋਟਾ ਬਿਸਕਿਟ ਵਗੈਰਾ ਜਾਂ ਜਿਹੜੀਆਂ ਚੀਜ਼ਾਂ ਆਪਾਂ ਇੱਥੋਂ ਲੈ ਕੇ ਆਉਂਦੇ ਆ। ਤਾਂ ਉਹ ਚੀਜ਼ ਮੇਰੇ ਲਈ ਬੜੀ ਸ਼ੌਕਿੰਗ ਸੀ ਕਿਉਂਕਿ ਆਪਣੇ ਫੈਸਟੀਵਲ ਤੇ ਦੇਖਿਆਗਾ ਵੀ ਜ਼ਿਆਦਾਤਰ ਦੁਕਾਨਾਂ ਜਿਹੜੀਆਂ ਨੇ ਓਪਨ ਹੁੰਦੀਆਂ ਨੇ ਜਾਂ ਸਜੀਆਂ ਹੁੰਦੀਆਂ ਨੇ। ਤਾਂ ਉਹ ਚੀਜ਼ ਮੇਰੇ ਲਈ ਸ਼ੌਕਿੰਗ ਸੀ। ਤੇ ਇਹ ਚੀਜ਼ ਦਾ ਧਿਆਨ ਰੱਖਿਓ ਤੁਸੀਂ ਜੋ ਵੀ ਕ੍ਰਿਸਮਸ ਦੇ ਨੇੜੇ ਤੇੜੇ ਜਾਂ ਕੋਈ ਵੀ ਕਿਤੇ ਮੂਵ ਹੁੰਦਾ ਤਾਂ ਤੁਹਾਡੇ ਕੋਲ ਖਾਣ ਪੀਣ ਦਾ ਸਮਾਨ ਹੋਵੇ। ਕੁਝ ਕੁ ਸਟੋਰ ਖੁੱਲੇ ਹੁੰਦੇ ਆ ਤੇ ਉਹ ਸ਼ਹਿਰ ਟੂ ਸ਼ਹਿਰ ਡਿਪੈਂਡ ਕਰਦੇ ਆ। ਉਹ ਪਿੰਡ ਸੀਗਾ, ਉਹਦੇ 'ਚ ਮਤਲਬ ਪਿੰਡ ਟਾਈਪ ਹੀ ਸੀਗਾ, ਉਹਦੇ 'ਚ ਜ਼ਿਆਦਾ ਸਟੋਰ ਹੈ ਨਹੀਂ ਸੀਗੇ ਤੇ ਜਿੰਨੇ ਕੁ ਸੀਗੇ ਉਹਨਾਂ 'ਚੋਂ ਫਿਰ ਮੈਂ ਵਾਪਸ ਆ ਕੇ ਆਪਦੇ ਰੂਮ 'ਚ, ਕਿਉਂਕਿ ਉਦੋਂ ਮੇਰੇ ਫੋਨ 'ਚ ਨੈਟ ਨਹੀਂ ਸੀਗਾ, ਵਾਪਸ ਆ ਕੇ ਰੂਮ 'ਚ ਮੈਂ ਵਾਈਫਾਈ ਤੇ ਸਰਚ ਮਾਰਿਆ ਵੀ ਕਿਹੜਾ ਸਟੋਰ ਕਿੱਥੇ ਖੁੱਲ੍ਹਾ ਗਾ ਹਨਾ। ਗਿਣੇ ਚੁਣੇ ਜਿਹੇ ਸਟੋਰ ਸੀਗੇ। ਤਾਂ ਫਿਰ ਮੈਂ ਉਸ ਤੋਂ ਬਾਅਦ ਸ਼ੌਪਰਸ ਡਰੱਗ ਮਾਰਟ ਤੇ ਗਿਆ ਗਾ। ਤੇ ਸ਼ੌਪਰਸ ਡਰੱਗ ਮਾਰਟ ਤੇ ਜਦੋਂ ਮੈਂ ਗਿਆ ਗਾ ਤਾਂ ਉੱਥੇ ਮੈਨੂੰ ਮਤਲਬ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਕਿਵੇਂ ਲੈਣੀ ਆ ਜਾਂ ਆਪਾਂ ਨਵੀਂ ਜਗ੍ਹਾ ਤੇ ਜਾਂਦੇ ਆ ਜਾਂ ਕਿਸੇ ਨਾਲ ਕਿਵੇਂ ਗੱਲ ਕਰਨੀ ਆ। ਹਾਂ, ਉੱਥੇ ਸਾਰੇ ਹੀ ਮਤਲਬ ਜ਼ਿਆਦਾਤਰ ਜਿਹੜੇ ਸੀਗੇ ਉਹ ਇੱਥੋਂ ਦੇ ਕੈਨੇਡੀਅਨ ਸੀਗੇ ਜਾਂ ਕੁਝ ਵੀ ਹੈ ਨਾ। ਤੇ ਮੈਨੂੰ ਉੱਥੇ ਚੀਜ਼ਾਂ ਲੈਣ 'ਚ ਬੜਾ ਦਿੱਕਤ ਆਈ। ਮੈਂ ਕਿਸੇ ਨਾਲ ਗੱਲ ਕਿਵੇਂ ਕਰਾਂ ਹਨਾ, ਜਦੋਂ ਆਪਾਂ ਨਵੇਂ ਹੁੰਦੇ ਆ ਕਿ ਆਪਾਂ ਨੂੰ ਇੰਗਲਿਸ਼ ਬੋਲਣ 'ਚ ਵੀ ਹੈਜ਼ਿਟੇਸ਼ਨ ਹੁੰਦੀ ਹੈ। ਲੈਂਗੁਏਜ ਦਾ ਬੈਰੀਅਰ ਉੱਥੇ ਉਹ ਗੱਲ ਆ ਜਾਂਦੀ ਹੈ। ਹਾਂ, ਲੈਂਗੁਏਜ ਦਾ ਬੈਰੀਅਰ ਆ ਜਾਂਦਾ ਕਿਉਂਕਿ ਆਪਾਂ ਪੰਜਾਬੀ ਬੋਲਦੇ ਆਏ ਹੁੰਦੇ ਹੈਗੇ ਤਾਂ ਇੰਗਲਿਸ਼ ਬੋਲਣ 'ਚ ਥੋੜੀ ਹੈਜ਼ਿਟੇਸ਼ਨ ਆਉਂਦੀ ਆ ਆਪਾਂ ਨੂੰ ਹਨਾ। ਤੇ ਖੈਰ ਮੈਂ ਉੱਥੇ ਉਹਦੇ 'ਚ ਗਿਆ ਸ਼ੌਪਰਸ ਡਰੱਗ ਮਾਰਟ 'ਚ
ਤੇ ਮੈਨੂੰ ਮਤਲਬ ਥੋੜੀ ਘਬਰਾਹਟ ਜੀ ਹੋਵੇ ਕਿਉਂਕਿ ਮੈਂ ਇੰਨੇ ਅਨਨੋਨ ਜੇ ਲੋਕ ਕਿਤੇ ਦੇਖੇ ਨਹੀਂ ਸੀ ਜਾਂ ਕੁਝ ਵੀ ਹੈ ਨਾ, ਲੈਂਗੁਏਜ ਬੈਰੀਅਰ ਲਾ ਲਓ ਜਾਂ ਕੁਝ। ਹਾਂਜੀ ਹਾਂਜੀ। ਤੇ ਉੱਥੇ ਮੈਨੂੰ ਕੁਦਰਤੀ ਇੱਕ ਇੰਡੀਅਨ ਮਿਲ ਗਿਆ। ਅੱਛਾ ਜੀ। ਉੱਥੇ ਉਹ ਕਾਊਂਟਰ ਤੇ ਸੀਗਾ ਤੇ ਮੈਂ ਉਹਦੇ ਕੋਲ ਚਲਿਆ ਗਿਆ। ਮੈਂ ਉਹਨੂੰ ਕਿਹਾ ਵੀ ਸਾਰੇ ਸਟੋਰ ਬੰਦ ਨੇ, ਮੈਂ ਸਭ ਕਿਤੇ ਘੁੰਮ ਕੇ ਦੇਖ ਲਿਆ ਤੇ ਵੀ ਮੈਨੂੰ ਖਾਣ ਲਈ ਕੁਝ ਵੀ ਦਵਾ ਦੇ ਇੱਥੋਂ, ਵੀ ਅੱਜ ਦਾ ਦਿਨ, ਵੀ ਕੱਲ ਨੂੰ ਮੈਂ ਜੋ ਸਟੋਰ ਖੋਲੇ ਜਾਣੇ ਆ ਲੈ ਲੂੰਗਾ। ਤੇ ਖੈਰ ਉਹਨੇ ਹੈਲਪ ਕੀਤੀ ਮੇਰੀ ਵੀ ਆਹ ਚੀਜ਼ਾਂ ਇੱਥੋਂ ਪਿਕ ਕਰ ਲਓ। ਉਹ ਬੰਦਾ ਹੈਦਰਾਬਾਦ ਦਾ ਸੀ, ਮੈਨੂੰ ਅੱਜ ਵੀ ਯਾਦ ਆ। ਤੇ ਉਹਨੇ ਹੈਲਪ ਕੀਤੀ ਮੇਰੀ ਚੀਜ਼ਾਂ ਪਿਕ ਕਰਨ 'ਚ ਵੀ ਆਹ ਚੀਜ਼ਾਂ ਇੱਥੋਂ ਐਵੇਂ ਲੈ ਲਓ। ਤੇ ਮੁੜਦੇ ਹੋਏ ਫਿਰ ਉਹਨੇ ਮੈਨੂੰ ਮੇਰੇ ਘਰ ਵੀ ਡ੍ਰੌਪ ਕਰਤਾ ਸੀ। ਇੱਥੇ ਮੈਂ ਤੁਹਾਨੂੰ ਗੱਲ ਪੁੱਛਣਾ ਚਾਹੂੰਗਾ ਕਿ ਜਿਵੇਂ ਤੁਸੀਂ ਆਏ ਇੱਥੇ ਰਾਈਟ, ਸਾਨੂੰ ਹੁੰਦਾ ਕਿ ਯਾਰ ਆਪਣਾ ਕੋਈ ਬੰਦਾ ਲੱਭ ਜਾਵੇ ਪਹਿਲਾਂ, ਹੈ ਨਾ, ਕਿ ਥੋੜਾ ਬੰਦਾ ਕੰਫਰਟ ਲੈਵਲ ਉਸ ਤਰ੍ਹਾਂ ਦਾ ਹੋ ਜਾਂਦਾ। ਤੇ ਜਦੋਂ ਤੁਸੀਂ ਉਹ ਫਸਟ ਟਾਈਮ ਤੁਸੀਂ ਉਸ ਬੰਦੇ ਨੂੰ ਮਿਲੇ ਜਿਹੜਾ ਹੈਦਰਾਬਾਦ ਤੋਂ ਸੀਗਾ, ਤੁਸੀਂ ਉਹਦੇ ਨਾਲ ਗੱਲਬਾਤ ਤੁਸੀਂ ਆਪਣੇ ਓਨ ਨੇਟਿਵ ਲੈਂਗੁਏਜ 'ਚ ਕੀਤੀ, ਹਿੰਦੀ 'ਚ ਕੀਤੀ, ਜਾਂ ਤੁਸੀਂ ਤੁਹਾਨੂੰ ਲੱਗਿਆ ਕਿ ਯਾਰ ਮੈਂ ਸਿੱਧਾ ਪਹਿਲਾਂ ਇੰਗਲਿਸ਼ ਬੋਲਾਂ? ਜਾਂ ਮੈਨੂੰ ਕਈ ਵਾਰ ਬੰਦਿਆਂ ਨੂੰ ਹੁੰਦਾ ਇੱਥੇ ਜਿਹੜੇ ਆਉਂਦੇ ਆ ਕਿ ਯਾਰ ਆਪਾਂ ਕਿੱਦਾਂ ਬੋਲੀਏ, ਹੈ ਨਾ, ਕਿੱਦਾਂ ਕਿਹੜੀ ਲੈਂਗੁਏਜ 'ਚ ਬੋਲੀਏ? ਤੇ ਇਹਦੇ ਵਿੱਚ ਤੁਹਾਡਾ ਕੀ ਪਰਸੈਪਸ਼ਨ ਸੀਗਾ, ਤੁਹਾਡਾ ਕੀ ਹੋਏਗਾ? ਕਿ ਮੈਂ ਨਾ ਪਹਿਲਾਂ ਉਹਦੇ ਇੱਥੇ ਨਾਮ ਲਿਖਿਆ ਹੋਇਆ ਸੀ ਜਿਹੜਾ ਉਹ ਇੰਡੀਅਨ ਨੇਮ ਸੀ, ਸ਼ਾਇਦ ਆਕਾਸ਼ ਨਾਮ ਸੀ ਜਾਂ ਕੁਛ ਇਦਾਂ, ਜਾਂ ਹਾਰਦਿਕ ਜਾਂ ਇਦਾਂ ਕੁਛ ਨਾਮ ਸੀ ਉਹਦਾ। ਤੇ ਜਦੋਂ ਮੈਂ ਉਹਦੀ ਪਲੇਟ ਤੇ ਨਾਮ ਦੇਖ ਲਿਆ ਉਹਦਾ ਵੀ ਇਹ ਇੰਡੀਅਨ ਨੇਮ ਆ, ਫਿਰ ਮੈਂ ਉਹਦੇ ਨਾਲ ਹਿੰਦੀ 'ਚ ਗੱਲ ਕੀਤੀ। ਅੱਛਾ ਜੀ। ਤੇ ਮੈਂ ਉਹਨੂੰ ਦੱਸਿਆ ਕਿਉਂਕਿ ਉਦੋਂ ਇੰਗਲਿਸ਼ ਬੋਲਣ ਲੱਗੇ ਨਾ, ਮਤਲਬ ਮੂੰਹ ਤੇ ਇੰਨੀ ਚੜੀ ਹੀ ਨਹੀਂ ਸੀਗੀ। ਹਾਂਜੀ। ਹਨਾ, ਤੇ ਹੌਲੀ ਹੌਲੀ ਤਾਂ ਚਲੋ ਬੋਲਣ ਲੱਗ ਹੀ ਜਾਂਦਾ ਜੋ ਵੀ ਇੱਥੇ ਜਿਹੇ ਜਿਹੇ এনवायरमेंट 'ਚ ਰਹਿੰਦਾ। ਉਦੋਂ ਐ ਵੀ ਪੂਰੀ ਹੀ ਬੋਲਦੇ ਸੀਗੇ। ਤੇ ਉਦੋਂ ਫਿਰ ਮੈਂ ਉਹਦੇ ਨਾਲ ਹਿੰਦੀ 'ਚ ਹੀ ਗੱਲ ਕੀਤੀ। ਮੈਂ ਕਿਹਾ ਵੀ ਸਾਫ਼-ਸਾਫ਼ ਦੱਸਤਾ ਉਹਨੂੰ ਵੀ ਐਂ ਕਰਕੇ ਵੀ ਆ ਸਾਰੇ ਸਟੋਰ ਬੰਦ ਪਏ ਨੇ। ਤੇ ਫਿਰ ਮੈਂ ਉੱਥੋਂ ਸਮਾਨ ਲੈ ਲਿਆ। ਤੇ ਜਦੋਂ ਸਮਾਨ ਲੈ ਕੇ ਮੈਂ ਘਰ ਨੂੰ ਜਾ ਰਿਹਾ ਸੀ, ਉਹਨੇ ਦੇਖ ਲਿਆ ਸਟੋਰ 'ਚੋਂ ਵੀ ਸਮਾਨ ਜ਼ਿਆਦਾ ਭਾਰੀ ਹੈ, ਹਨਾ, ਵੀ ਉਹਨੂੰ ਥੋੜੀ ਮੁਸ਼ਕਿਲ ਹੋਊਗੀ ਜਾਣ 'ਚ ਘਰ ਨੂੰ। ਤਾਂ ਫਿਰ ਉਹ ਮੈਨੂੰ ਲੱਗਦਾ ਉਹਦੀ ਬ੍ਰੇਕ ਸੀ ਜਾਂ ਕੁਝ ਵੀ ਸੀ, ਉਹਦੇ 'ਚੋਂ ਆਪਣੀ ਗੱਡੀ ਲੈ ਕੇ ਆ ਗਿਆ। ਉਹਨੇ ਮੈਨੂੰ ਕਿਹਾ ਕਹਿੰਦਾ ਮੈਂ ਤੈਨੂੰ ਘਰ ਤੱਕ ਛੱਡ ਦਿੰਨਾਗਾ। ਤੇ ਮੈਂ ਕਿਹਾ ਥੈਂਕ ਯੂ ਬਾਈ। ਤੇ ਫਿਰ ਮੈਂ ਉਹਨੂੰ ਏਰੀਏ ਬਾਰੇ ਪੁੱਛਿਆ ਵੀ ਇੱਥੇ ਹਾਲੇ ਤੱਕ ਵੀ ਮੈਨੂੰ ਕੋਈ ਪੰਜਾਬੀ ਜਾਂ ਕੋਈ ਇੰਡੀਅਨ ਹੋਰ ਮਿਲਿਆ ਨਹੀਂ ਹੈਗਾ, ਕਿਉਂਕਿ ਮੈਨੂੰ ਆਏ ਨੂੰ ਮੈਨੂੰ ਲੱਗਦਾ ਉੱਥੇ ਸ਼ਾਇਦ ਇੱਕ ਦਿਨ ਹੀ ਹੋਇਆ ਸੀਗਾ। ਤੇ ਫਿਰ ਮੈਂ ਉਹਨੂੰ ਪੁੱਛਿਆ ਵੀ ਏਰੀਆ ਸੇਫ ਆ ਕਿਵੇਂ ਆ, ਤਾਂ ਉਹਨੇ ਦੱਸਿਆ ਵੀ ਏਰੀਆ ਬਿਲਕੁਲ ਸੇਫ ਆ ਤੇ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਉਹਨੇ ਗੱਲਬਾਤ ਕੀਤੀ ਮੇਰੇ ਨਾਲ ਤੇ ਮੈਨੂੰ ਦੱਸਿਆ ਵੀ ਮੈਂ ਇੱਥੇ ਮੈਨੂੰ ਲੱਗਦਾ ਸਾਲ ਦੇ ਕਰੀਬ ਰਹਿ ਕੇ ਜਾ ਰਿਹਾ। ਫਿਰ ਉਹਨੇ ਮੂਵ ਹੋਣਾ ਸੀ ਕਿਤੇ ਹੋਰ। ਤੇ ਬਸ ਉਹਨੇ ਡ੍ਰੌਪ ਕੀਤਾ ਤੇ ਉਹਨੇ ਏਰੀਏ ਬਾਰੇ ਦੱਸਿਆ ਵੀ ਐਡੀ ਕੋਈ ਗੱਲ ਨਹੀਂ ਹੁੰਦੀ, ਵੀ ਜਦੋਂ ਆਪਾਂ ਨਵੇਂ ਆਉਣੇ ਆਪਾਂ ਨੂੰ ਔਡ ਲੱਗਦਾ ਗਾ। ਬਿਲਕੁਲ ਸਿਮਿਲਰ ਇਹਦਾ ਐਕਸਪੀਰੀਅੰਸ ਮੇਰਾ ਵੀ ਰਿਹਾ। ਜਦੋਂ ਮੈਂ ਆਇਆ ਸੀ, ਮੈਨੂੰ ਯਾਦ ਹੈ ਕਿ ਮੈਂ ਪਹਿਲਾਂ ਤੁਹਾਡੇ ਕੋਲ ਰਿਹਾ ਸੀ ਨਾਰਥ ਯਾਰਕ, ਤੇ ਨਾਇਗਰਾ ਜਮਾ ਹੀ ਮਤਲਬ ਨਵਾਂ ਸਾਡੇ ਲਈ ਤਾਂ ਨਵਾਂ ਹੀ ਸੀਗਾ, ਕਿਉਂਕਿ ਇਸੇ ਦਾ ਬਰੈਂਪਟਨ ਸੁਣਿਆ ਸੀਗਾ, ਯੂ ਨੋ, ਕਿ ਲੋਕਾਂ ਨੂੰ ਜਿਹੜੀ ਜਗ੍ਹਾ ਦਾ ਪਤਾ ਹੁੰਦਾ ਲੋਕੀ ਸਭ ਤੋਂ ਪਹਿਲਾਂ ਉੱਥੇ ਜਾਂਦੇ ਆ, ਕਿ ਬਰੈਂਪਟਨ ਹੋ ਗਿਆ ਜਾਂ ਆਪਣਾ BC ਸਰੀ ਵੱਲ, ਵੈਂਕੂਵਰ ਵੱਲ। ਤੇ ਨਾਇਗਰਾ ਮੇਰੇ ਲਈ ਬਿਲਕੁਲ ਨਵਾਂ ਸੀਗਾ। ਤੇ ਜਦੋਂ ਮੈਂ ਹੈਰੀ ਕੋਲ ਰਿਹਾ ਉੱਥੇ, ਇਹਨਾਂ ਦੇ ਨਾਲ ਇੱਕ ਟੈਨੈਂਟ ਸੀਗਾ, ਯੂ ਨੋ, ਜਦੋਂ ਆਪਣੀ ਗੱਲਬਾਤ ਹੋਈ, ਕਿਉਂਕਿ ਮੈਂ ਨਵਾਂ ਸੀਗਾ, ਤੇ ਉਹਨਾਂ ਨੇ ਪੁੱਛਿਆ ਕਿ ਵੀ ਤੁਸੀਂ ਕਿੱਥੇ ਜਾ ਰਹੇ ਹੋ? ਤੇ ਮੈਂ ਉਹਨੂੰ ਕਿਹਾ ਕਿ ਨਾਇਗਰਾ ਜਾ ਰਿਹਾ ਮੈਂ। ਤੇ ਉਹ ਕਹਿੰਦੇ ਕਿ ਯਾਰ ਨਾਇਗਰਾ ਮੈਂ ਕਦੇ ਸੁਣਿਆ ਨਹੀਂ, ਬਹੁਤ ਹੀ ਮਤਲਬ ਉੱਥੇ ਦਾ ਕੁਝ ਹੈ ਵੀ ਨਹੀਂ ਹੈਗਾ। ਤੇ ਪਹਿਲਾ ਸੈਟਬੈਕ ਮੈਨੂੰ ਇਹ ਸੀਗਾ ਕਿ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਕਿਤੇ ਗਲਤ ਆ ਗਿਆ ਬੰਦੇ ਨੂੰ, ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਕਿੱਥੇ, ਹਨਾ, ਤੁਹਾਨੂੰ ਹਜੇ ਤੁਸੀਂ ਜਗ੍ਹਾ ਐਕਸਪਲੋਰ ਨਹੀਂ ਕੀਤੀ ਹੁੰਦੀ। ਤੇ ਮੈਨੂੰ ਇਹ ਲੱਗਿਆ ਸੀ ਕਿ ਯਾਰ ਮੈਂ ਸ਼ਾਇਦ ਗਲਤ ਡਿਸੀਜਨ ਲੈ ਲਿਆ ਨਾਇਗਰਾ ਦਾ। ਤੇ ਬਟ ਉਹ ਤੋਂ ਬਾਅਦ ਫਿਰ ਚਲੋ ਹੌਲੀ ਯੂ ਨੋ ਆਪਾਂ ਉੱਥੇ ਨਾਇਗਰਾ ਪਹੁੰਚੇ ਤੇ ਉੱਥੇ ਜਾ ਕੇ ਚਲੋ ਵਰਤਿਆ, ਦੇਖਿਆ। ਤੇ ਕਈ ਵਾਰ ਲੋਕੀ ਏਦਾਂ ਤੁਹਾਨੂੰ ਡਿਸਹਾਰਟਨ ਕਰ ਦਿੰਦੇ ਆ, ਯੂ ਨੋ, ਤੁਹਾਨੂੰ ਡੀਮੋਟੀਵੇਟ ਕਰ ਦਿੰਦੇ ਕਿ ਯਾਰ ਉਹ ਜਗ੍ਹਾ, ਕਿਉਂਕਿ ਲੋਕਾਂ ਨੇ ਆਪ ਨੇ ਐਕਸਪੀਰੀਅੰਸ ਕੀਤੀ ਹੁੰਦੀ ਜਗ੍ਹਾ, ਤੇ ਉਹ ਤੁਹਾਨੂੰ ਰੋਕਦੇ ਉੱਥੇ ਜਾਣ ਤੋਂ ਕਿ ਉੱਥੇ ਕੁਝ ਬਣਨਾ ਨਹੀਂ, ਰਾਈਟ, ਸੁਣੀਆਂ ਸੁਣਾਈਆਂ ਗੱਲਾਂ। ਹਾਂਜੀ। ਤੇ ਉਹ ਇੱਕ ਚੈਲੰਜ ਵੀ ਸੀਗਾ ਕਿ ਕਈ ਵਾਰ ਮੈਂ ਦੇਖਿਆ, ਆਪਾਂ ਤੁਹਾਨੂੰ ਸਟੂਡੈਂਟਸ ਵੀ ਦੇਖੇ ਹੋਣੇ ਕਿ ਇੱਧਰ ਆ ਕੇ ਕਈ ਵਾਰ ਆਪਣੇ ਕਾਲਜ ਚੇਂਜ ਕਰ ਲੈਂਦੇ, ਕਿਉਂਕਿ ਉਹਨੂੰ ਲੱਗਦਾ ਕਿ ਯਾਰ ਨਾ ਉੱਥੇ ਗੱਲ ਨਹੀਂ ਬਣਨੀ ਆ ਕੁਝ ਵੀ ਹੈਗਾ। ਤੇ ਉਹ ਚੀਜ਼ ਤੋਂ ਸਭ ਤੋਂ ਪਹਿਲਾਂ ਹੈਗਾ ਕਿ ਆਪਾਂ ਦੇਖੋ ਇੱਥੇ ਇੱਕ ਨਵੀਂ ਕੰਟਰੀ 'ਚ ਆਏ ਆ, ਤੇ ਸਾਨੂੰ ਇੱਥੇ ਆ ਕੇ ਅਸੀਂ ਕਹਿੰਦੇ ਕਿ ਸਾਨੂੰ ਕੰਫਰਟ ਲੈਵਲ ਸਟਾਰਟਿੰਗ ਤੋਂ ਮਿਲ ਜਾਵੇ। ਤੇ ਆਈ ਥਿੰਕ ਉਹ ਚੀਜ਼ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈਗਾ। ਐਕਸਪਲੋਰ ਦੀ ਅਨਐਕਸਪਲੋਰਡ ਜਿਵੇਂ ਕਹਿੰਦੇ ਹੈ ਨਾ, ਉਹ ਅਨਚਾਰਟਡ ਟੈਰੀਟਰੀ ਦੇ ਵਿੱਚ ਜਾਣ ਦਾ ਹੀ ਅਲੱਗ ਮਜ਼ਾ। ਬਿਲਕੁਲ। ਤੇ ਇਹੀ ਚੀਜ਼ ਆ ਵੀ ਸ਼ੁਰੂ ਦੇ ਦਿਨ ਆ ਉਦੋਂ ਬੰਦੇ ਨੂੰ ਕਈ ਕਿਵੇਂ ਕਹਿ ਦਿੰਦੇ ਆ ਵੀ ਕਿਹੜੇ ਸ਼ਹਿਰ ਚੱਲਿਆ ਤੂੰ, ਉੱਥੇ ਕੰਮ ਨਹੀਂ ਹੈਗਾ, ਜਾਂ ਉੱਥੇ ਤੈਨੂੰ ਰੂਮ ਨਹੀਂ ਮਿਲਣਾ, ਉੱਥੇ ਤੁਸੀਂ ਔਖੇ ਹੋਵੋਗੇ, ਹਨਾ, ਵੀ ਕਿਹੜੀ ਜਗ੍ਹਾ ਤੇ ਚੱਲਿਆ। ਕਈ ਵਾਰ ਕੋਈ ਲੋਕ ਹੁੰਦੇ ਆ ਜਿਹੜੇ ਕਿਸੇ ਨੂੰ ਡੀਮੋਟੀਵੇਟ ਕਰ ਦਿੰਦੇ ਆ। ਤਾਂ ਇਹ ਤੁਹਾਡੀ ਆਪਦੀ ਉਹਦੇ ਤੇ ਹਨਾ ਸਮਝ ਤੇ ਆ, ਜਾਂ ਤੁਸੀਂ ਕਿੰਨਾ ਉਸ ਚੀਜ਼ ਬਾਰੇ ਰਿਸਰਚ ਕਰ ਰੱਖੀ ਹੈਗੀ। ਤੇ ਵਧੀਆ ਲੋਕਾਂ ਦੇ ਕੰਟੈਕਟ 'ਚ ਆਓ, ਹਨਾ, ਜਿੱਥੇ ਤੁਸੀਂ ਚੱਲੇ ਹੋ ਉੱਥੇ ਸਰਚ ਕਰ ਲਓ। ਹੁਣ ਤਾਂ ਫੇਸਬੁੱਕ ਤੇ ਕਾਫੀ ਗਰੁੱਪ ਹੁੰਦੇ ਹੈਗੇ, ਜਾਂ
ਕਿਸੇ ਨਾਲ ਵੀ ਤੁਸੀਂ ਜਾਂ ਜਿਹੜੇ ਤੁਹਾਡੇ ਕੰਸਲਟੈਂਟ ਵੀਜ਼ਾ ਲਵਾਉਂਦੇ ਆ ਹਨਾ, ਬਿਲਕੁਲ ਉਹ ਜਿਹੜੇ ਸਟੂਡੈਂਟ ਨੂੰ ਭੇਜ ਰਹੇ ਹੁੰਦੇ, ਇੱਕ ਕਾਲਜ ਚੋਂ ਕਈ ਸਟੂਡੈਂਟਸ ਨੂੰ ਭੇਜ ਰਹੇ ਹੁੰਦੇ ਆ, ਹਾਂਜੀ ਤਾਂ ਜਾਂ ਤਾਂ ਕੰਸਲਟੈਂਟਸ ਨੂੰ ਪੁੱਛ ਲਓ ਵੀ ਉੱਥੇ ਹੋਰ ਕਿਹੜੇ ਸਟੂਡੈਂਟ ਤੁਸੀਂ ਜਿਨ੍ਹਾਂ ਦਾ ਵੀਜ਼ਾ ਲਵਾਇਆ ਹਨਾ, ਉਹਨਾਂ ਨਾਲ ਗੱਲਬਾਤ ਕਰ ਲਓ। ਇਕੱਠੇ ਜਦੋਂ ਤੁਸੀਂ ਜਾਓਗੇ ਫਲਾਈਟ ਬੁੱਕ ਕਰ ਲਓ ਜਾਂ ਇਕੱਠੇ ਰੂਮ ਲੈ ਲਓ, ਤਾਂ ਏਸੀ ਨਾਲ ਤੁਹਾਡਾ ਕਾਫੀ ਚੀਜ਼ਾਂ ਤੋਂ ਮਤਲਬ ਵੀ ਉਹ ਹੋ ਜਾਂਦਾ ਵੀ ਜਦੋਂ ਮਿਲ ਜਾਂਦੇ ਹਨਾ 3-4 ਜਣੇ ਤਾਂ ਬਹੁਤ ਲੋਕ ਕੰਫਰਟ ਆ ਜਾਂਦਾ। ਹਾਂਜੀ ਹਾਂਜੀ। ਤੇ ਇਸ ਤੋਂ ਬਾਅਦ ਆਪਾਂ ਸੈਕੰਡ ਚੈਲੰਜ ਜਿਹੜੇ ਬੱਚੇ ਹੁਣ ਫੇਸ ਕਰਦੇ ਆ ਉਹ ਹੈਗਾ ਕਿ ਇਹਨਾਂ ਦੇ ਕਾਲਜ ਸਟਾਰਟ ਹੁੰਦੇ ਆ ਆਪਣਾ ਅਸਾਈਨਮੈਂਟਸ ਨੂੰ ਲੈ ਕੇ ਜਾਂ ਕੰਮ ਨੂੰ ਲੈ ਕੇ। ਆਈ ਰਿਮੈਂਬਰ ਜਦੋਂ ਆਪਾਂ ਆਏ ਸੀਗੇ ਉਸ ਵੇਲੇ ਸਾਨੂੰ ਦੱਸਿਆ ਗਿਆ ਕਿ 20 ਘੰਟੇ ਹੀ ਤੁਸੀਂ ਕੰਮ ਕਰ ਸਕਦੇ ਹੋ ਕਿਉਂਕਿ ਪਰਮਿਟਡ ਹੁੰਦਾ ਬਾਈ ਲਾਅ ਜਾਂ ਬਾਅਦ ਤੁਹਾਡਾ ਜੋ ਵੀ ਸਟੱਡੀ ਪਰਮਿਟ ਦੇ ਵਿੱਚ ਜਿਹੜੀ ਵੀ ਕੰਡੀਸ਼ਨਸ ਦਿੱਤੀਆਂ ਹੁੰਦੀਆਂ ਨੇ, ਰਾਈਟ। ਪਰ ਤੁਸੀਂ ਇਹ ਗੱਲ ਧਿਆਨ ਰੱਖੋ ਕਿ ਕੁਝ ਸਟੱਡੀ ਪਰਮਿਟਸ ਦੇ ਵਿੱਚ ਵਰਕ ਨਹੀਂ ਅਲਾਉ ਨਹੀਂ ਕਰਦੇ ਕਿ ਐਜ਼ ਲੌਂਗ ਐਜ਼ ਤੁਸੀਂ ਸਟੂਡੈਂਟ ਹੋ ਤੁਸੀਂ ਕੰਮ ਨਹੀਂ ਕਰ ਸਕਦੇ। ਤਾਂ ਜਿਹੜੇ ਬੱਚੇ ਜਿਹੜੇ ਵੀ ਇੱਥੇ ਸਟੂਡੈਂਟਸ ਵਗੈਰਾ ਆਉਂਦੇ ਨੇ ਔਨ ਸਟੱਡੀ ਬੇਸਿਸ, ਉਹ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਆਪਣਾ ਸਟੱਡੀ ਪਰਮਿਟ ਚੰਗੀ ਤਰ੍ਹਾਂ ਪੜ੍ਹਨ। ਲਾਸਟ ਦੀਆਂ ਜਿਹੜੀਆਂ 2-4 ਜਿਹੜੀਆਂ ਲਾਈਨਾਂ ਹੁੰਦੀਆਂ ਨੇ ਉਹਦੇ ਵਿੱਚ ਜ਼ਰੂਰ ਫੋਕਸ ਕਰਨ ਕਿ ਕਈ ਵਾਰ ਕੁਝ ਸਟੱਡੀ ਪਰਮਿਟ ਤੇ ਵਰਕ ਦਾ ਅਲਾਉ ਨਹੀਂ ਹੁੰਦਾ, ਤੁਸੀਂ ਕੰਮ ਤੁਸੀਂ ਨਹੀਂ ਕਰ ਸਕਦੇ। ਤੇ ਇਹ ਚੀਜ਼ਾਂ ਸਾਡੇ ਨਾਲ ਜਿਹੜੇ ਫਰੈਂਡਸ ਸੀਗੇ ਉਹਨਾਂ ਨੂੰ ਕਈਆਂ ਨੂੰ ਫੇਸ ਉਹਨਾਂ ਨੇ ਕੀਤੀਆਂ। ਤੇ ਮੈਨੂੰ ਨਹੀਂ ਪਤਾ ਕਿ ਤੁਹਾਡੇ ਕੇਸ ਦੇ ਵਿੱਚ ਕੀ ਸੀਗਾ ਕਿਉਂਕਿ ਤੁਸੀਂ ਮੇਰੇ ਤੋਂ ਪਹਿਲਾਂ ਆਏ ਸੀਗੇ, ਤੁਹਾਡਾ ਐਕਸਪੀਰੀਅੰਸ ਕੀ ਰਿਹਾ ਇਹਦੇ ਬਾਰੇ? ਮੇਰਾ ਇਹ ਸੀਗਾ ਵੀ ਮੈਨੂੰ ਤਾਂ ਸਟੱਡੀ ਪਰਮਿਟ ਦੇ ਨਾਲ ਹੀ ਉੱਥੇ ਹੀ ਜਿਹੜਾ 에ਅਰਪੋਰਟ ਜਾਂ ਉੱਥੇ ਹੀ ਸੋਸ਼ਲ ਇੰਸ਼ੋਰੈਂਸ ਨੰਬਰ ਦੇਤਾ ਸੀਗਾ। ਕਈਆਂ ਨੂੰ ਸ਼ਾਇਦ ਇੱਥੇ ਆ ਕੇ ਸਰਵਿਸ ਮਿਲਦਾ ਕੈਨੇਡਾ 'ਚ ਦਿੰਦੇ ਆ ਹਨਾ, ਕਈਆਂ ਨੂੰ ਤੁਹਾਨੂੰ ਉੱਥੇ ਮੇਬੀ SIN ਨੰਬਰ ਕਹਿੰਦੇ ਉਹਨੂੰ, ਸੋਸ਼ਲ ਇੰਸ਼ੋਰੈਂਸ ਨੰਬਰ, ਉਹ ਜ਼ਰੂਰੀ ਹੁੰਦਾ ਤੁਸੀਂ ਜੇ ਕੰਮ ਕਰਨਾ ਇੱਥੇ ਲੀਗਲੀ। ਉਹ ਸੋਸ਼ਲ ਇੰਸ਼ੋਰੈਂਸ ਨੰਬਰ ਤੁਹਾਡਾ ਹਰ ਵਰਕ ਪਲੇਸ ਤੇ ਮੰਗਿਆ ਜਾਂਦਾ ਗਾ, ਉਹਦੇ ਥਰੂ ਹੀ ਤੁਹਾਡਾ ਕਾਊਂਟ ਹੁੰਦਾ ਵੀ ਤੁਸੀਂ ਕਿੰਨਾ ਕੰਮ ਕੀਤਾ ਹੈ, ਤੁਹਾਡਾ ਟੈਕਸ ਜਾਂਦਾ ਗਾ। ਤੇ ਸਾਨੂੰ ਤਾਂ ਉਹ 에ਅਰਪੋਰਟ ਤੇ ਹੀ ਦੇਤਾ ਸੀਗਾ। ਤੇ ਉਸ ਤੋਂ ਬਾਅਦ SIN ਤੇ ਕੰਮ ਲੱਭਣਾ ਵੀ ਹੌਲੀ ਹੌਲੀ ਅਸੀਂ ਲੱਭੀ ਗਏ। ਤੇ ਜਿਹੜਾ ਸਾਡਾ ਏਰੀਆ ਸੀ ਮੈਂ ਦੱਸ ਹੀ ਚੁੱਕਿਆ ਵੀ ਉਹ ਇੱਕ ਪਿੰਡ ਜਿਹਾ ਸੀਗਾ, ਕਸਬਾ ਜਾਂ ਪਿੰਡ ਲੈ ਲਓ। ਉੱਥੇ ਥੋੜਾ ਕੰਮ ਲੱਭਣ 'ਚ ਟਾਈਮ ਲੱਗਦਾ ਸੀਗਾ। ਕਈ ਵਾਰ ਲੋਕ ਕਹਿੰਦੇ ਆ ਨਾ ਵੀ ਇੰਨੀ ਦੂਰ ਜਾ ਰਹੇ ਹੋ। ਟੋਰਾਂਟੋ ਤੋਂ ਮੈਂ ਦੱਸਦਾ ਵੀ ਉਹ 150 ਕਿਲੋਮੀਟਰ ਦੇ ਕਰੀਬ ਸੀਗਾ। ਤੇ ਇਹ ਮੈਂ ਕਾਫੀ ਵਾਰ ਦੱਸ ਚੁੱਕਿਆ ਵੀ ਜਿਹੜੇ ਟੋਰਾਂਟੋ ਤੋਂ ਜਿੰਨਾ ਆਪਾਂ ਦੂਰ ਜਾਈ ਜਾਂਦੇ ਆ ਉਹਨਾਂ ਥੋੜਾ ਕੰਮ ਘਟੀ ਜਾਂਦਾ ਗਾ ਏਰੀਏ 'ਚ, ਕਿਉਂਕਿ ਟੋਰਾਂਟੋ ਆ ਜਿਹੜਾ ਉਹ ਹੱਬ ਆ ਹਰ ਚੀਜ਼ ਦਾ, ਇੰਡਸਟਰੀ ਦਾ ਹੱਬ ਹੈਗਾ। ਟੋਰਾਂਟੋ ਏਰੀਆ ਜਿਹਨੂੰ GTA ਏਰੀਆ ਕਹਿੰਦੇ ਆ, ਜਿਹ 'ਚ ਬਰੈਂਪਟਨ, ਮਿਸੀਸਾਗਾ ਵਗੈਰਾ ਆ ਜਾਂਦੇ ਹਨਾ, ਉੱਥੇ ਕੰਮ ਸਭ ਤੋਂ ਜ਼ਿਆਦਾ। ਤੇ ਉਦੋਂ ਜਿੰਨਾ ਦੂਰ ਤੁਸੀਂ ਜਾਈ ਜਾਵੋਗੇ ਉਨਾ ਥੋੜਾ ਕੰਮ ਘਟੀ ਜਾਂਦਾ ਗਾ। ਤੇ ਮੇਰਾ ਖੈਰ ਕਾਲਜ ਥੋੜਾ ਦੂਰ ਸੀਗਾ, 150 ਕਿਲੋਮੀਟਰ ਸੀਗਾ। ਤੇ ਉੱਥੇ ਕੰਮ ਲੱਭਣ 'ਚ ਥੋੜੀ ਸਾਨੂੰ ਸ਼ੁਰੂ 'ਚ ਦਿੱਕਤ ਆਈ ਸੀਗੀ। ਸ਼ੁਰੂ ਦਾ ਕੰਮ ਲੱਭਿਆ ਸੀ ਸਾਨੂੰ ਇੱਕ ਡੇਅਰੀ ਦੇ ਵਿੱਚ। ਅੱਛਾ ਜੀ। ਉਹ ਮੈਨੂੰ ਲੱਗਦਾ ਸਾਡੇ ਘਰ ਤੋਂ ਵੀ ਮਤਲਬ ਉਹਦੇ ਤੋਂ ਵੀ ਬਾਹਰ ਹੀ ਸੀਗੀ ਉਹ। ਤੇ ਉੱਥੇ ਸਾਨੂੰ ਤੁਰ ਕੇ ਜਾਣਾ ਪੈਂਦਾ ਸੀ 6-7 ਕਿਲੋਮੀਟਰ ਵੱਲ, 6-7 ਕਿਲੋਮੀਟਰ ਤੁਰ ਕੇ ਅਸੀਂ ਜਾਂਦੇ ਸੀ ਉਸ ਵੇਲੇ ਵਿੰਟਰਸ ਦੇ ਵਿੱਚ। ਹਾਂ, ਵਿੰਟਰਸ ਦੇ ਵਿੱਚ ਬਰਫ਼ ਪਈ ਹੁੰਦੀ ਸੀ, ਸਨੋ 'ਚ ਸਾਨੂੰ ਤੁਰਨਾ ਪੈਂਦਾ ਸੀ। ਉਧਰ ਸਨੋ ਵੀ ਕਾਫੀ ਪੈਂਦੀ ਸੀ। ਤੇ ਉਹਦੇ 'ਚ ਇਹ ਸੀਗਾ ਵੀ ਜੇ ਅਸੀਂ 4-5 ਜਣਿਆਂ ਦੀ ਸ਼ਿਫਟ ਉਹਨਾਂ ਨੇ ਇਕੱਠਿਆਂ ਦੀ ਦੇਤੀ ਫਿਰ ਤਾਂ ਅਸੀਂ ਕੈਬ ਕਰ ਲੈਂਦੇ ਸੀ, ਕਿਉਂਕਿ ਉੱਥੇ ਉਬਰ ਵਗੈਰਾ ਹੁੰਦੀ ਨਹੀਂ ਸੀ, ਸਿਰਫ ਉਹ ਟੈਕਸੀ ਕੈਬ ਹੁੰਦੀ ਸੀ ਹਨਾ। ਤੇ ਜੇ ਅਸੀਂ 5 ਜਣਿਆਂ ਜਾਣਾ, $25 ਹੁੰਦੇ ਸੀ ਜਾਂ $30 ਹੁੰਦੇ ਸੀ, ਸਾਨੂੰ $6 ਆ ਜਾਂਦੇ ਹੁੰਦੇ ਸੀਗੇ ਜਿਵੇਂ ਕਾਰਪੂਲ ਕਰਕੇ। ਹਾਂ, ਫਿਰ ਸਾਡਾ ਸਰ ਜਾਂਦਾ ਸੀਗਾ। ਜੇ ਅਸੀਂ ਜਾਣਾ 2 ਜਣਿਆਂ ਨੇ ਫਿਰ $15 ਆਉਣਗੇ, ਜਾਂ ਇੱਕ ਜਣੇ ਜਾਣਾ ਇੱਕ ਜਣੇ ਨੂੰ $25 ਜਾਂ $20 ਆਉਣਗੇ। ਤਾਂ ਉਦੋਂ ਮਿਨੀਮਮ ਵੇਜ ਹੁੰਦੀ ਸੀ $11.40। ਅੱਛਾ ਜੀ। 11.40 ਤੇ ਉਹਦੇ ਚੋਂ ਕੱਟ ਕਟਾ ਕੇ ਸਾਨੂੰ $10 ਘੰਟਾ ਮਿਲਦੇ ਹੁੰਦੇ ਸੀ। ਅੱਛਾ ਜੀ। ਤੇ ਸਾਨੂੰ ਇਹ ਹੁੰਦਾ ਸੀ ਵੀ ਜੇ ਹੁਣ ਅਸੀਂ ਕੈਬ ਕਰਾਂਗੇ $20 ਤਾਂ ਉਹ ਲੈ ਲੂਗਾ ਇੱਕ ਸਾਈਡ ਦੇ ਜਾਣ ਦੇ ਹਨਾ, ਤਾਂ 2 ਘੰਟਿਆਂ ਦੇ ਪੈਸੇ ਤਾਂ ਉਹਦੇ ਕੋਲ ਗਏ। ਤਾਂ ਉਸੇ ਚੱਕਰ 'ਚ ਫਿਰ ਅਸੀਂ ਤੁਰ ਕੇ ਜਾਂਦੇ ਸੀਗੇ। ਤਾਂ ਇਹ ਇੱਕ ਥੋੜਾ ਚੈਲੰਜਿੰਗ ਪਾਰਟ ਸੀਗਾ ਵੀ ਘਰ ਤੋਂ ਤੁਰ ਕੇ ਹਨਾ ਬਰਫ਼ ਦੇ ਵਿੱਚ ਇੰਨੀ ਦੂਰ ਜਾਣਾ, ਅੱਧਾ ਪੌਣਾ ਘੰਟਾ ਜਾਣ ਦਾ ਲੱਗਣਾ, ਫਿਰ ਅੱਧਾ ਪੌਣਾ ਘੰਟਾ ਆਉਣ ਦਾ ਲੱਗਣਾ। ਇਹ ਸੀਗਾ। ਨਹੀਂ, ਇਹ ਪ੍ਰੋਬਲਮਸ ਬਹੁਤ ਆਉਂਦੀਆਂ ਨੇ ਇਹਦੇ ਵਿੱਚ। ਦੇਖੋ, ਇੱਕ ਤਾਂ ਫਿਜ਼ੀਕਲ ਤੁਹਾਨੂੰ ਐਗਜ਼ਰਸ਼ਨ ਹੁੰਦੀ ਹੈ ਬੋਡੀ ਨੂੰ, ਕਿਉਂਕਿ ਇੱਕਦਮ ਹੀ ਤੁਸੀਂ ਇੱਕ ਟ੍ਰੋਪੀਕਲ ਕੰਟਰੀ ਤੋਂ ਆ ਕੇ ਤੁਸੀਂ ਐਕਸਟ੍ਰੀਮਲੀ ਜਿਵੇਂ ਪੋਲਰ ਕੰਟਰੀ ਦੇ ਵਿੱਚ ਆਉਂਦੇ ਹੋ ਤੇ ਤੁਹਾਨੂੰ ਤੁਹਾਨੂੰ ਹਾਰਡਸ਼ਿਪ ਫੇਸ ਕਰਨੀ ਪੈਂਦੀ ਹੈ। ਉੱਪਰੋਂ ਘਰੋਂ ਦੂਰ ਹੁੰਦੇ ਹੋ, ਹੋਮ ਸਿਕ ਬੰਦਾ ਫੀਲ ਕਰਦਾ ਹੈ ਜੇ ਆਪਾਂ ਆਪਣਾ ਰਿਲੇਟ ਕਰੀਏ, ਕਿਉਂਕਿ ਸਟਾਰਟਿੰਗ ਦੇ ਐਟਲੀਸਟ 5-6 ਮਹੀਨੇ ਜਾਂ ਕਈ ਕਿਸੇ ਸਾਲ ਵੀ ਬੰਦੇ ਨੂੰ ਐਡਜਸਟ ਕਰਨ ਬਹੁਤ ਟਾਈਮ ਲੱਗ ਜਾਂਦਾ ਹੈਗਾ। ਬੰਦਾ ਇਸੇ ਗੱਲ ਤੇ ਕਈ ਵਾਰ ਸੋਚੀ ਜਾਂਦਾ ਹੁੰਦਾ, ਰਿਗਰੈਟ ਕਰੀ ਜਾਂਦਾ ਵੀ ਮੇਰਾ ਡਿਸੀਜਨ ਸਹੀ ਆ ਜਾਂ ਨਹੀਂ ਹਨਾ ਇੱਥੇ ਆਉਣ ਦਾ। ਇਹ ਤੁਹਾਡੇ ਨਾਲ ਵੀ ਹੋਊਗਾ ਜੇ ਕੋਈ ਦੇਖ ਰਿਹਾ ਕੈਨੇਡਾ ਆਉਣ ਦੀ ਸੋਚ ਰਿਹਾ ਹਨਾ। ਇਹ ਸ਼ੁਰੂ 'ਚ ਮਨ 'ਚ ਇਹ ਆਉਂਦਾਗਾ ਵੀ ਡਿਸੀਜਨ ਮੈਂ ਸਹੀ ਲਿਆ ਜਾਂ ਗਲਤ ਲਿਆ ਹਨਾ। ਗਲਤ ਹੀ ਲੱਗਦਾ ਬੰਦੇ ਨੂੰ, ਕਿਉਂਕਿ ਸਾਰਾ ਸਿਸਟਮ ਨਵਾਂ ਹੁੰਦਾ, ਟਰਾਂਸਪੋਰਟੇਸ਼ਨ ਨਵੀਂ ਆ ਹਨਾ, ਕਾਲਜ ਦਾ ਸਿਸਟਮ ਨਵਾਂ ਗਾ,
ਆਪਾਂ ਨੂੰ ਉਹਦਾ ਟੀਚਰਸ ਦੇਖ ਕੇ ਵੀ ਹੈਰਾਨੀ ਹੁੰਦੀ ਹੈ ਜਦੋਂ ਹਾਂਜੀ। ਆਪਾਂ ਨੂੰ ਇੰਗਲਿਸ਼ 'ਚ ਪੜਾਉਣ ਲੱਗ ਜਾਂਦੇ ਹਨਾ, ਬਿਲਕੁਲ। ਕਿਸੇ ਨਾਲ ਗੱਲ ਕਰਨੀ ਇੰਗਲਿਸ਼ 'ਚ, ਤਾਂ ਆਪਾਂ ਨੂੰ ਹੈਰਾਨੀ ਹੁੰਦੀ ਹੈ ਕਿਉਂਕਿ ਆਪਾਂ ਉਹ ਚੀਜ਼ ਕਦੇ ਦੇਖੀ ਨਹੀਂ ਹੁੰਦੀ। ਤਾਂ ਉਹ ਥੋੜਾ ਤੁਹਾਨੂੰ ਉੱਪਰਾ ਲੱਗਣਾ ਹੀ ਹੈ, ਉਹ ਸਭ ਨੂੰ ਹੀ ਲੱਗਦਾ। ਤੇ ਇਹੀ ਕਹਾਂਗੇ ਵੀ ਹਰ ਚੀਜ਼ ਨੂੰ ਟਾਈਮ ਦੇਣਾ ਚਾਹੀਦਾ। ਬਿਲਕੁਲ ਹੋਮਸਿਕ ਹੋਵੋਗੇ ਤੁਸੀਂ ਸ਼ੁਰੂ 'ਚ ਆ ਕੇ, ਪਰ ਜਿੰਨਾ ਟਾਈਮ ਲੰਘਦਾ ਜਾਂਦਾ ਹਨਾ, ਕਦੇ ਵੀ ਤੁਸੀਂ ਘਰੋਂ ਬਾਹਰ ਵੀ ਨਿਕਲੇ ਹੋਵੋਗੇ, ਕਿਤੇ ਕਾਲਜ ਦੇ ਹੋਸਟਲ 'ਚ ਗਏ ਹੋ ਜਾਂ ਕਿਤੇ ਵੀ ਗਏ ਹੋ, ਸਭ ਨੂੰ ਹੀ ਔਖਾ ਹੋਇਆ। ਛੋਟੇ ਹੁੰਦੇ ਆਪਾਂ ਸਕੂਲ ਜਾਂਦੇ ਹੁੰਦੇ ਵੀ ਰੋਂਦੇ ਹੁੰਦੇ ਸੀ ਹਨਾ। ਬਿਲਕੁਲ ਜਦੋਂ ਵੀ ਆਪਾਂ ਇੱਕ ਚੀਜ਼ ਤੋਂ ਨਵੀਂ ਚੀਜ਼ 'ਚ ਐਂਟਰ ਕਰਦੇ ਆ, ਸ਼ੁਰੂ 'ਚ ਆਪਾਂ ਨੂੰ ਥੋੜੀ ਹਾਰਡਸ਼ਿਪ ਤਾਂ ਹੁੰਦੀ ਹੈ। ਹਾਰਡਸ਼ਿਪ ਤਾਂ ਹੁੰਦੀ ਬਿਲਕੁਲ ਹੈ। ਬਿਲਕੁਲ ਹਾਂਜੀ ਹੁੰਦੀ ਹੈ। ਤੇ ਇਹੀ ਹੈ ਕਿ 2-4 ਚੀਜ਼ਾਂ ਆਪਣੇ ਨੂੰ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ ਕਿ ਕਦੇ ਇਹ ਨਹੀਂ ਤੁਸੀਂ ਸੋਚਣਾ ਕਿ ਡਿਸੀਜਨ ਤੁਸੀਂ ਗਲਤ ਲਿਆ ਹੈ ਜਾਂ ਹੈ ਨਾ, ਕੋਈ ਤੁਸੀਂ ਇੱਕ ਡਿਸੀਜਨ ਲਿਆ ਤੇ ਵਰਕ ਔਨ ਇਟ ਟੂ ਮੇਕ ਇਟ ਰਾਈਟ। ਉਹਦੇ ਪਰ ਕੰਮ ਕਰੋ ਤਾਂ ਕਿ ਉਹ ਤੁਹਾਡਾ ਸਹੀ ਡਿਸੀਜਨ ਬਣੇ, ਰਾਦਰ ਦੈਨ ਕਿ ਤੁਸੀਂ ਸੋਚੋ ਕਿ ਕੋਈ ਵੀ ਡਿਸੀਜਨ ਦੇਖੋ ਸਹੀ ਨਹੀਂ ਹੁੰਦਾ, ਗਲਤ ਨਹੀਂ ਹੁੰਦਾ। ਜੇ ਤੁਸੀਂ ਡਿਸੀਜਨ ਲੈ ਕੇ ਤੁਸੀਂ ਗਲਤ ਰਾਹ ਤੇ ਚੱਲਦੇ ਹੋ ਫਿਰ ਡਿਸੀਜਨ ਗਲਤ ਮੰਨਿਆ ਜਾਂਦਾ ਹੈ। ਬਿਲਕੁਲ। ਤੇ ਇਹ 2-4 ਸੀਗੀਆਂ ਪ੍ਰੋਬਲਮਸ ਆਉਂਦੀਆਂ ਨੇ ਕਈ ਵਾਰ ਜਦੋਂ ਤੁਸੀਂ ਜਾਂਦੇ ਹੋ ਦੂਜੀ ਕੰਟਰੀ ਦੇ ਵਿੱਚ ਜੌਬਸ ਨੂੰ ਲੈ ਕੇ। ਤੇ ਹੁਣ ਜਿਹੜਾ ਨੈਕਸਟ ਜਿਹੜਾ ਆਪਾਂ ਗੱਲ ਕਰਾਂਗੇ ਉਹ ਹੈਗਾ ਕਿ ਜੌਬਸ ਜਦੋਂ ਤੁਸੀਂ ਅਪਲਾਈ ਕਰਦੇ ਹੋ ਤੁਹਾਨੂੰ ਕਿਹੜੀ ਚੀਜ਼ਾਂ ਤੁਹਾਨੂੰ ਦਿਮਾਗ ਵਿੱਚ ਰੱਖਣੀਆਂ ਪੈਂਦੀਆਂ ਨੇ, ਕਿਉਂਕਿ ਕਈ ਵਾਰ ਆਪਾਂ ਬਿਨਾਂ ਐਕਸਪੀਰੀਅੰਸ ਆਏ ਹੁੰਦੇ ਆ, ਕਈ ਵਾਰ ਆਪਾਂ ਐਕਸਪੀਰੀਅੰਸ ਲੈ ਕੇ ਆਏ ਹੁੰਦੇ ਆ। ਤੇ ਰਾਈਟ ਕਮਿਊਨੀਕੇਸ਼ਨ ਜਾਂ ਕਿੱਦਾਂ ਆਪਣੇ ਆਪ ਨੂੰ ਕਿੱਦਾਂ ਮਾਰਕੀਟ ਕਰਨਾ ਜੌਬ ਲਈ ਔਨ ਅ ਪਾਰਟ ਟਾਈਮ ਬੇਸਿਸ, ਕਿਉਂਕਿ ਤੁਸੀਂ ਫਿਲਹਾਲ ਸਟੱਡੀ ਪਰਮਿਟ ਤੇ ਆਏ ਹੋ, ਉਹ ਆਪਾਂ ਹੈਰੀ ਨੂੰ ਪੁੱਛਾਂਗੇ ਕਿਉਂਕਿ ਹੈਰੀ ਮੇਰੇ ਤੋਂ 1 ਸਾਲ ਪਹਿਲਾਂ ਆਇਆ ਸੀ ਤੇ ਮੈਂ ਹੈਰੀ ਤੋਂ ਬਹੁਤ ਜ਼ਿਆਦਾ ਗਾਈਡੈਂਸ ਲਈ ਸੀਗੀ ਕਿਉਂਕਿ 1 ਸਾਲ ਆਪਾਂ ਫੋਨ ਤੇ ਗੱਲ ਕਰਦੇ ਰਹੇ ਆਪਾਂ ਕਿ ਕਿੱਦਾਂ ਦਾ ਤੇ ਐਟਮੋਸਫੇਅਰ ਹੈਗਾ, ਕਿੱਦਾਂ ਦਾ ਜੌਬ ਸਰਚ ਸਟ੍ਰੈਟਜੀਜ਼ ਅਪਲਾਈ ਵਗੈਰਾ ਕਿੱਦਾਂ ਕਰਨਾ, ਕਿੱਥੇ ਕਰਨਾ। ਤੇ ਉਹ ਆਪਾਂ ਹੁਣ ਗੱਲ ਕਰਾਂਗੇ, ਆਪਾਂ ਹੈਰੀ ਦਾ ਐਕਸਪੀਰੀਅੰਸ ਜਾਣਾਂਗੇ। ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਐਕਸਪੀਰੀਅੰਸ ਨਹੀਂ ਹੁੰਦਾ ਹਨਾ, ਇੰਡੀਅਨ ਐਕਸਪੀਰੀਅੰਸ ਹੁੰਦਾ ਪਰ ਉਹ ਇੰਨਾ ਕੁਝ ਮੈਟਰ ਨਹੀਂ ਕਰਦਾ ਇਹਨਾਂ ਲਈ। ਆਪਾਂ ਕਈ ਵਾਰ ਸੋਚਦੇ ਹਾਂ ਵੀ ਇੰਡੀਅਨ ਐਕਸਪੀਰੀਅੰਸ ਤੇ ਆਪਾਂ ਨੂੰ ਇੱਥੇ ਜੌਬ ਹਨਾ, ਕਿਉਂਕਿ ਇੱਥੇ ਦੇ ਜੌਬ ਦਾ ਜਿਹੜਾ এনवायरमेंट ਆ ਹਨਾ, ਉਹਨਾਂ ਦਾ ਵੇ ਆਫ ਕਮਿਊਨੀਕੇਸ਼ਨ ਆ ਜਾਂ ਉਹ ਜਿਹੜੀਆਂ ਲੀਡਰਸ਼ਿਪ ਜਾਂ ਮੈਨੇਜਮੈਂਟ ਕੁਆਲਿਟੀਜ਼ ਦੇਖਦੇ ਨੇ ਜ਼ਿਆਦਾਤਰ ਹਨਾ, ਉਹ ਮਤਲਬ ਵੀ ਉਹ ਬਾਹਰਲੇ ਕੰਟਰੀਜ਼ ਨੂੰ ਅਵੋਇਡ ਕਰਦੇ ਆ ਵੀ ਉੱਥੇ ਮੇ ਵੀ ਅਲੱਗ ਵਰਕ ਕਲਚਰ ਹੁੰਦਾ, ਇੱਥੇ ਅਲੱਗ ਵਰਕ ਕਲਚਰ ਹੁੰਦਾ ਹਨਾ। ਐਕਸਪੀਰੀਅੰਸ ਹੋਇਆ ਤੁਹਾਡੇ ਕੋਲ ਮੇ ਵੀ ਤੁਹਾਨੂੰ ਥੋੜਾ ਬਹੁਤ ਬੈਨੀਫਿਟ ਦੇ ਦੇ ਹਨਾ ਕਿਸੇ ਦੇ ਰਿਗਾਰਡਿੰਗ, ਵੀ ਤੁਸੀਂ ਐਜ਼ ਅ ਵਰਕਿੰਗ ਤੁਹਾਨੂੰ ਐਕਸਪੀਰੀਅੰਸ ਹੈਗਾ ਵੀ ਤੁਸੀਂ ਇੱਕ ਹਨਾ ਕੰਮ ਕੀਤਾ ਹੋਏਗਾ। ਤੇ ਪਰ ਇੱਥੇ ਦਾ ਵਰਕਿੰਗ ਕਲਚਰ ਬਿਲਕੁਲ ਅਲੱਗ ਹੁੰਦਾ। ਸ਼ੁਰੂ 'ਚ ਮੈਂ ਤੁਹਾਨੂੰ ਦੱਸਦਾ ਵੀ ਜਿੱਥੇ ਮੈਂ ਗਿਆ ਸੀਗਾ ਤੇ ਸਾਨੂੰ ਰੈਜ਼ੂਮੇ ਬਣਾਉਣਾ ਵੀ ਨਹੀਂ ਸੀ ਆਉਂਦਾ। ਅਸੀਂ ਜੋ ਵੀ ਗੂਗਲ ਤੋਂ ਕਾਪੀ ਪੇਸਟ ਕਰੀ ਜਾਂਦੇ ਹੁੰਦੇ ਸੀ, ਜੋ ਵੀ ਉੱਥੇ ਅਸੀਂ ਸਰਚ ਕਰਨਾ ਹਨਾ, ਵੀ ਫੂਡ ਸਰਵਰ ਦਾ ਰੈਜ਼ੂਮੇ ਸਿੱਧਾ ਕਾਪੀ ਪੇਸਟ ਹਨਾ। ਸਾਨੂੰ ਇਹ ਹੁੰਦਾ ਸੀ, ਮੈਨੂੰ ਕਿਸੇ ਨੇ ਕਹਿਤਾ ਸੀ ਵੀ ਰੈਜ਼ੂਮੇ ਤਾਂ ਸਿਰਫ ਤੇਰਾ ਨੰਬਰ ਦੇਖਣ ਨੂੰ ਹੀ ਹੁੰਦਾ, ਵੀ ਤੇਰਾ ਫੋਨ ਨੰਬਰ ਹੀ ਦੇਖਣਾ, ਉਹਦੇ ਤੇ ਤਾਂ ਉਹਨਾਂ ਨੇ ਹੋਰ ਕੁਝ ਨਹੀਂ ਦੇਖਣਾ। ਪਰ ਇਹ ਚੀਜ਼ ਬਹੁਤ ਜ਼ਿਆਦਾ ਗਲਤ ਆ, ਤੁਹਾਡੇ ਰੈਜ਼ੂਮੇ ਤੋਂ ਹੀ ਉਹ ਤੁਹਾਨੂੰ ਜੱਜ ਕਰਦੇ ਨੇ। ਸਾਡਾ ਟੀਚਰ ਸੀਗਾ ਇੱਕ, ਉਹ ਕਹਿਣਾ ਹੁੰਦਾ ਸੀ, ਕਹਿੰਦਾ ਵੀ ਇਹ ਨਾਨ ਫੇਸ ਟੂ ਫੇਸ ਕਮਿਊਨੀਕੇਸ਼ਨ ਹੁੰਦੀ ਹੈ। ਵੀ ਤੁਹਾਡੇ ਰੈਜ਼ੂਮੇ ਨੂੰ ਪੜ੍ਹ ਕੇ ਉਹ ਬੰਦੇ ਨੂੰ ਜੱਜ ਕਰਨਗੇ ਵੀ ਉਹ ਬੰਦਾ ਗੱਲਬਾਤ ਕਰਨ 'ਚ ਜਾਂ ਦਿਖਣ 'ਚ ਕਿਵੇਂ ਦਾ। ਜੇ ਤੁਹਾਡਾ ਰੈਜ਼ੂਮੇ ਇੰਨਾ ਵੀਕ ਆ ਤਾਂ ਉਹਨਾਂ ਨੂੰ ਲੱਗੂਗਾ ਵੀ ਬੰਦਾ ਲੇਜ਼ੀ ਆ, ਜਿਹੜਾ ਆਪਣੇ ਰੈਜ਼ੂਮੇ ਤੇ ਨਹੀਂ ਕੰਮ ਕਰ ਰਿਹਾ ਹਨਾ, ਕਾਪੀ ਪੇਸਟਡ ਆ ਜਾਂ ਕੁਝ ਵੀ ਹਨਾ, ਉਹਦਾ ਕੋਈ ਪੈਟਰਨ ਨਹੀਂ ਹੈਗਾ, ਕੋਈ ਉਹਦਾ ਮਤਲਬ ਵੀ ਇੱਕ ਸਟਰਕਚਰ ਨਹੀਂ ਹੈਗੀ, ਤਾਂ ਉਹ ਉਸੇ ਤੋਂ ਤੁਹਾਨੂੰ ਜੱਜ ਕਰਦੇ ਆ ਵੀ ਸ਼ਾਇਦ ਬੰਦਾ ਵੀ ਲਿਖਣ 'ਚ ਉਹਦੀ ਇੰਨੀ ਵਧੀਆ ਉਹ ਨਹੀਂ ਹੈਗੀ ਹਨਾ, ਟਾਈਪਿੰਗ ਸਹੀ ਨਹੀਂ, ਮੈਨੇਜਮੈਂਟ ਸਹੀ ਨਹੀਂ ਉਹਦੀ, ਜਾਂ ਉਹਦੇ ਕੋਲ ਕੋਈ ਸਕਿੱਲ ਨਹੀਂ ਹੈਗੀ ਹਨਾ, ਤਾਂ ਉਸੇ ਚੀਜ਼ ਤੋਂ ਜੱਜ ਕਰਦੇ। ਉਹੀ ਸਾਡੇ ਤੋਂ ਗਲਤੀ ਹੋਈ ਵੀ ਅਸੀਂ ਸੇਮ ਰੈਜ਼ੂਮੇ ਕਾਪੀ ਪੇਸਟ ਕਰਕੇ ਸੇਮ ਮਤਲਬ ਅਲੱਗ-ਅਲੱਗ ਪੋਜੀਸ਼ਨ ਤੇ, ਕਿਤੇ ਫੂਡ ਸਰਵਰ ਦੀ ਪੋਜੀਸ਼ਨ ਆ, ਕਿਤੇ ਕਾਊਂਟਰ ਵਾਲੇ ਦੀ ਪੋਜੀਸ਼ਨ ਆ ਨਾ, ਕਿਤੇ ਕੋਈ ਪੋਜੀਸ਼ਨ ਅਸੀਂ ਸੇਮ ਰੈਜ਼ੂਮੇ ਜਨਰਿਕ ਜਿਹੜਾ ਰੈਜ਼ੂਮੇ ਹੁੰਦਾ, ਜਿਵੇਂ ਪੀਜ਼ਾ ਡਿਲੀਵਰੀ ਲਈ ਵੀ ਉਹੀ ਦੇਤਾ, ਫੂਡ ਸਰਵਰ ਲਈ ਵੀ ਉਹੀ ਦੇਤਾ, ਜਾਂ ਕਿਤੇ ਸਟੋਰ 'ਚ ਕੋਈ ਜੌਬ ਹਨਾ ਤਾਂ ਉਹਦੇ ਲਈ ਵੀ ਉਹੀ ਦੇਤਾ, ਤਾਂ ਉਹਦੇ ਤੇ ਜੌਬ ਕਿੱਥੇ ਮਿਲਣੀ ਸੀਗੀ। ਅਸੀਂ ਸੋਚੀ ਜਾਇਆ ਕਰੀਏ ਵੀ ਅਸੀਂ ਇੰਨੇ ਰੈਜ਼ੂਮੇ ਦੇ ਚੁੱਕੇ ਹਾਂ ਵੀ ਸਾਨੂੰ ਕੋਈ ਕਾਲ ਕਾਹਤੋਂ ਨਹੀਂ ਆਉਂਦੀ। ਤਾਂ ਇਹ ਇੱਕ ਸਾਡੇ ਲਈ ਹੌਲੀ ਚੀਜ਼ ਅਸੀਂ ਜਾ ਕੇ ਸਿੱਖੀ ਆ ਵੀ ਇਹ ਚੀਜ਼ ਵੀ ਮੈਟਰ ਕਰਦੀ ਹੁੰਦੀ ਆ। ਤੁਹਾਡੇ ਲਈ ਇਹ ਚੀਜ਼ ਕਿਵੇਂ ਦੀ? ਨਹੀਂ, ਇੱਥੇ ਮੈਂ ਇੱਕ ਪੁਆਇੰਟ ਐਡ ਕਰਨਾ ਚਾਹੂੰਗਾ ਕਿ ਰੈਜ਼ੂਮੇ ਬਿਲਕੁਲ ਸਹੀ ਗੱਲ, ਜਿਵੇਂ ਤੁਸੀਂ ਕਿਹਾ ਕਿ ਰੈਜ਼ੂਮੇ ਤੁਹਾਡਾ ਫਰਸਟ ਇੰਪ੍ਰੈਸ਼ਨ ਹੁੰਦਾ ਹੈ, ਨਾਨ ਫੇਸ ਟੂ ਫੇਸ, ਜਦੋਂ ਤੁਸੀਂ ਬੰਦੇ ਨੂੰ ਨਹੀਂ ਜਾਣਦੇ ਹੋ। ਜਿਵੇਂ ਮੈਂ ਹੁਣ ਹੈਰੀ ਦੀ ਕੰਪਨੀ ਜੌਬ ਅਪਲਾਈ ਕਰ ਰਿਹਾ, ਬਿਫੋਰ ਹੈਰੀ ਨੋਜ਼ ਮੀ ਇਨ ਪਰਸਨ, ਹੈਰੀ ਕੋਲ ਇੱਕੋ ਜ਼ਰੀਆ ਮੈਨੂੰ ਜਾਣਦਾ ਹੋਏਗਾ ਮੇਰਾ ਰੈਜ਼ੂਮੇ। ਬਿਲਕੁਲ। ਤੇ ਇਹਦੇ ਵਿੱਚ ਮੈਂ ਇੱਕ ਹੋਰ ਪੁਆਇੰਟ ਐਡ ਕਰਨਾ ਚਾਹੂੰਗਾ ਕਿ ਜਦੋਂ ਮੈਂ ਆਇਆ ਸੀ, ਜਦੋਂ ਮੇਰੇ ਇੱਕ ਰਿਲੇਟਿਵ ਸੀਗੇ, ਉਹਨਾਂ ਨੇ ਦੱਸਿਆ ਸੀਗਾ ਮੈਨੂੰ ਕਿ ਡਜ਼ਨਟ ਮੈਟਰ ਕਿ ਤੁਸੀਂ ਕਿੰਨੀਆਂ ਵਾਰੀ ਜੌਬਸ ਅਪਲਾਈ ਕਰਦੇ ਹੋ, ਤੁਹਾਨੂੰ ਫੋਲੋ ਰੱਖਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਭਾਵੇਂ ਤੁਹਾਡੀ ਪਾਰਟ ਟਾਈਮ ਜੌਬ ਹੈ, ਭਾਵੇਂ ਤੁਹਾਡੀ ਫੁੱਲ ਟਾਈਮ ਜੌਬ ਹੈ, ਭਾਵੇਂ ਤੁਸੀਂ ਬਿਗ ਕਾਰਪੋਰੇਟ 'ਚ ਅਪਲਾਈ ਕਰ ਰਹੇ ਹੋ ਜਾਂ ਕੋਈ ਸਮਾਲ ਕਾਰਪੋਰੇਟ ਹੈ ਜਾਂ ਕੋਈ ਵੀ ਆਰਗੇਨਾਈਜੇਸ਼ਨ ਹੈ, ਜਦ ਤੱਕ ਤੁਸੀਂ ਫੋਲੋ ਉਹਨਾਂ ਨੂੰ ਨਹੀਂ ਕਰੋਗੇ, ਕਿਉਂਕਿ ਤੁਹਾਡੇ ਵਾਂਗੂ ਸਾਡੇ ਵਾਂਗੂ ਹਜ਼ਾਰਾਂ ਬੱਚੇ ਨੇ ਰੈਜ਼ੂਮੇ ਦਿੱਤੇ ਹੁੰਦੇ ਆ, ਐਂਡ ਦੇ ਡੋਨਟ ਹੈਵ ਇਨਫ ਟਾਈਮ ਕਿ ਉਹ ਹਰ ਇੱਕ ਨੂੰ ਦੇਖਣ ਚੰਗੀ ਤਰ੍ਹਾਂ,
ਐਸ ਲੌਂਗ ਐਸ ਤੁਸੀਂ ਵਿਲਿੰਗ ਹੋ, ਤੁਸੀਂ ਚਾਹੁੰਦੇ ਹੋ ਕਿ ਉਹ ਜੌਬ ਤੁਹਾਨੂੰ ਮਿਲੇ, ਤੁਹਾਨੂੰ ਕੁਝ ਡਿਫਰੈਂਟ ਕਰਨਾ ਪੈਣਾ। ਤੇ ਫੋਲੋ ਅਪ, ਮੈਂ ਇਹ ਸਿੱਖਿਆ ਕਿ ਫੋਲੋ ਅਪ ਇਜ਼ ਦ ਕੀ ਟੂ ਸਕਸੈਸ। ਜੇ ਤੁਸੀਂ ਫੋਲੋ ਅਪ ਕਰਦੇ ਹੋ, ਭਾਵੇਂ ਤੁਹਾਡਾ ਰਿਜ਼ਲਟ ਭਾਵੇਂ ਉਹਨਾਂ ਨੇ ਦਿੱਤਾ ਹੋਵੇ ਜਾਂ ਨਹੀਂ ਦਿੱਤਾ ਹੋਵੇ, ਬਟ ਡੂ ਫੋਲੋ ਅਪ। ਭਾਵੇਂ ਰਿਜ਼ਲਟ ਤੁਹਾਡਾ ਉਹਨਾਂ ਨੇ ਕਿਹਾ ਹੋਵੇ ਕਿ ਯੂ ਆਰ ਨਾਟ ਸਿਲੈਕਟਡ ਔਰ ਯੂ ਆਰ ਸਿਲੈਕਟਡ, ਬਟ ਉਹਦੇ ਵਿੱਚ ਮੈਨੂੰ ਲੱਗਦਾ ਕਿ ਫੋਲੋ ਅਪ ਰੱਖਣਾ ਬਹੁਤ ਜ਼ਰੂਰੀ ਹੈ। ਤੁਹਾਡਾ ਕੀ ਵਿਚਾਰ ਹੈ ਇਹਦੇ ਪਰ? ਮੇਰਾ ਵੀ ਇਹੀ ਚੀਜ਼ ਮੈਂ ਕਹੂੰਗਾ ਵੀ ਹਾਂ, ਇਸ ਚੀਜ਼ ਬਾਰੇ ਵੀ ਮੈਨੂੰ ਪਤਾ ਨਹੀਂ ਸੀ। ਫੋਲੋ ਅਪ ਜੋ ਮੈਂ ਦੱਸਦਾ ਵੀ ਉਹ ਆਪਾਂ ਜਦੋਂ ਵੀ ਕਿਤੇ ਰੈਜ਼ੂਮੇ ਦੇ ਦਿੰਦੇ ਹਾਂ ਨਾ, ਉਹਨਾਂ ਕੋਲ ਦੁਬਾਰਾ ਜਾ ਕੇ ਆਪਾਂ ਪੁੱਛਣਾ ਹੁੰਦਾ। ਇੰਟਰਵਿਊ ਤੋਂ ਬਾਅਦ ਵੀ ਇਹ ਚੀਜ਼ ਬਹੁਤ ਜ਼ਰੂਰੀ ਆ ਵੀ ਤੁਸੀਂ ਇੰਟਰਵਿਊ ਦੇਤੀ ਤਾਂ ਇਹ ਨਹੀਂ ਆ ਕਿ ਤੁਸੀਂ ਸਿਰਫ ਉਸ ਚੀਜ਼ ਦੀ ਵੇਟ ਕਰਦੇ ਰਹਿਣਾ ਹੈ ਨਾ। ਹਾਂਜੀ। ਤੇ ਉਸ ਤੋਂ ਬਾਅਦ ਤੁਸੀਂ ਫੋਲੋ ਅਪ ਵੀ ਕਰਨਾ। ਜੇ ਤੁਸੀਂ ਅਸੈਪਟ ਹੋ ਜਾਂਦੇ ਹੋ ਤਾਂ ਬਹੁਤ ਵਧੀਆ ਗੱਲ ਆ। ਜੇ ਤੁਸੀਂ ਉਸ ਇੰਟਰਵਿਊ 'ਚ ਤੁਹਾਡੀ ਸਿਲੈਕਸ਼ਨ ਨਹੀਂ ਵੀ ਹੁੰਦੀ ਤਾਂ ਵੀ ਫੋਲੋ ਅਪ ਕਰਨਾ ਹੁੰਦਾ ਹੈ ਨਾ। ਉਹਨਾਂ ਨੂੰ ਪੁੱਛਣਾ ਵੀ ਮੇਰੀਆਂ ਕਿੱਥੇ ਕਮੀਆਂ ਰਹੀਆਂ ਜਾਂ ਕੁਝ ਵੀ। ਜਿੰਨਾ ਤੁਸੀਂ ਉਹਨਾਂ ਨਾਲ ਗੱਲ ਕਰੋਗੇ, ਜਿੰਨਾ ਤੁਸੀਂ ਉਹਨਾਂ ਦੇ ਧਿਆਨ 'ਚ ਰਹੋਗੇ, ਉਹਨਾਂ ਤੁਹਾਡੇ ਚਾਂਸਸ ਜ਼ਿਆਦਾ ਬਣਦੇ ਜਾਂਦੇ ਹੈਗੇ, ਜਿੰਨਾ ਉਹ ਤੁਹਾਨੂੰ ਜਾਣਦੇ ਨੇ ਹੈ ਨਾ। ਕਿਉਂਕਿ ਜੇ ਕੋਈ ਕੈਂਡੀਡੇਟ ਸਿਲੈਕਟ ਹੋਇਆ, ਤੁਸੀਂ ਨਹੀਂ ਸਿਲੈਕਟ ਹੋਏ, ਤਾਂ ਜੇ ਉਹ ਛੱਡ ਕੇ ਜਾਂਦਾ ਤਾਂ ਉਹਨਾਂ ਦੀ ਫਸਟ ਪ੍ਰੈਫਰੈਂਸ ਤੁਸੀਂ ਹੋਣੇ ਚਾਹੀਦੇ। ਕਿ ਮੇਰੇ ਕੋਲ ਇਹਨਾਂ ਦਾ ਰੈਜ਼ੂਮੇ ਪਿਆ ਸੀ, ਇਹ ਕਾਫੀ ਮੇਰੇ ਕੋਲ ਪੁੱਛ ਕੇ ਗਏ ਆ, ਤਾਂ ਉਹਨਾਂ ਨੂੰ ਲੱਗਦਾ ਵੀ ਇਹ ਪਰਸਨ ਵਿਲਿੰਗ ਆ। ਇੱਕ ਹੋਰ ਚੀਜ਼ ਮੈਂ ਇਹਦੇ 'ਤੇ ਐਡ ਕਰਨੀ ਚਾਹੂੰਗਾ ਵੀ ਜਦੋਂ ਆਪਣੀ ਇੰਟਰਵਿਊ ਹੁੰਦੀ ਆ ਨਾ, ਮੇਰੇ ਇੱਕ ਇਹ ਵੀ ਕੁਐਸਚਨ ਸੀਗਾ, ਮਤਲਬ ਜਦੋਂ ਇੰਟਰਵਿਊ ਹੁੰਦੀ ਆ ਮੈਨੂੰ ਇਹ ਨਹੀਂ ਸੀ ਪਤਾ ਵੀ ਲਾਸਟ ਤੇ ਇੰਟਰਵਿਊ ਦੇ ਆਪਾਂ ਕੁਐਸਚਨ ਪੁੱਛਣੇ ਵੀ ਹੁੰਦੇ ਆ। ਅੱਛਾ ਜੀ। ਇੰਟਰਵਿਊ ਦੇ ਲਾਸਟ ਤੇ ਤੁਹਾਨੂੰ ਪੁੱਛਣਗੇ ਉਹ ਵੀ ਡੂ ਯੂ ਹੈਵ ਐਨੀ ਕੁਐਸਚਨਸ। ਮੈਨੂੰ ਐ ਲੱਗਿਆ ਵੀ ਸ਼ੁਰੂ 'ਚ ਜਦੋਂ ਮੈਂ ਇੰਟਰਵਿਊਜ਼ ਦਿੱਤੀਆਂ ਸੀ ਵੀ ਇਹ ਕਿਤੇ ਡਾਊਟ ਕਰਨਾ ਹੁੰਦਾ ਉਹਨਾਂ ਤੇ ਵੀ ਜੇ ਮੈਂ ਕੋਈ ਕੁਐਸਚਨ ਪੁੱਛੂੰਗਾ ਵੀ ਤੁਹਾਨੂੰ ਪਤਾ ਨਹੀਂ ਹੈਗਾ ਸਾਡੇ ਬਾਰੇ ਜਾਂ ਕੁਝ ਵੀ ਤੁਹਾਨੂੰ ਕੁਝ ਸਮਝ ਨਹੀਂ ਲੱਗਿਆ ਨਾ। ਪਰ ਇਹ ਇੱਕ ਤੁਹਾਡੀ ਵਿਲਿੰਗਨੈਸ ਦਿਖਾਉਣਾ ਹੁੰਦਾ, ਤੁਹਾਡੇ ਕੋਲ ਕੁਐਸਚਨਸ ਰੈਡੀ ਹੋਣੇ ਚਾਹੀਦੇ ਆ ਦੀ ਇੰਟਰਵਿਊ ਦੇ ਐਂਡ ਲਈ। ਸ਼ੁਰੂ 'ਚ ਜੇ ਕੋਈ ਪਾਰਟ ਟਾਈਮ ਵੀ ਤੁਸੀਂ ਜੌਬ ਸਰਚ ਕਰਦੇ ਹੋ ਜਾਂ ਫੁੱਲ ਟਾਈਮ ਜੋ ਵੀ ਜੌਬ ਤੁਸੀਂ ਸਰਚ ਕਰੋਗੇ ਤਾਂ ਤੁਹਾਡੇ ਤੋਂ ਐਂਡ ਤੇ ਪੁੱਛਿਆ ਜਾਊਗਾ ਸਾਰੀ ਇੰਟਰਵਿਊ ਕੰਡਕਟ ਕਰਕੇ ਵੀ ਜੇ ਤੁਹਾਡੇ ਕੋਈ ਕੁਐਸਚਨ ਨੇ ਤੁਸੀਂ ਸਾਡੇ ਤੋਂ ਪੁੱਛ ਲਓ। ਤਾਂ ਤੁਹਾਡੇ ਕੋਲ 2 ਤੋਂ 3 ਕੁਐਸਚਨ ਰੈਡੀ ਹੋਣੇ ਚਾਹੀਦੇ ਆ ਉਹਨਾਂ ਲਈ। ਹਾਂਜੀ ਹਾਂ। ਤੇ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਤੁਹਾਨੂੰ EMPLOYER ਪੁੱਛੂਗਾ ਕਿ ਤੁਹਾਨੂੰ ਲਾਈਕ ਡੂ ਯੂ ਹੈਵ ਐਨੀ ਕੁਐਸਚਨਸ ਜਾਂ देयर ਸਮਥਿੰਗ ਯੂ ਨੀਡ ਟੂ ਆਸਕ। ਹੋ ਸਕਦਾ ਤੁਸੀਂ ਆਪਣੇ ਵੱਲੋਂ ਵੀ ਤੁਸੀਂ ਐਡ ਕਰ ਸਕਦੇ ਹੋ। ਤੁਸੀਂ ਉਹਨੂੰ ਪੁੱਛ ਸਕਦੇ ਹੋ ਕਿ ਤੁਸੀਂ ਕਿੰਨੇ ਟਾਈਮ ਤੋਂ ਉੱਥੇ ਕੰਮ ਕਰ ਰਹੇ ਹੋ, ਤੁਹਾਡੇ ਕੀ ਚੈਲੰਜਸ ਆਏ ਨੇ ਇਸ ਕੰਮ ਤੇ, ਇਸ ਜੌਬ ਤੇ। ਅਗਰ EMPLOYER ਵੇਟ ਕਰਦਾ ਹੁੰਦਾ ਕਿ ਜਿਹੜਾ ਕੈਂਡੀਡੇਟ ਹੈਗਾ ਜੌਬ ਲਈ ਉਹ ਮੈਨੂੰ ਆਪ ਪੁੱਛੇ ਕਿ ਉਹ ਵਿਲਿੰਗ ਹੈਗਾ ਕਿ ਨਹੀਂ, ਲਾਈਕ ਉਹ ਸੀਰੀਅਸਲੀ ਇਸ ਕੰਪਨੀ 'ਚ ਕੰਮ ਕਰਨਾ ਚਾਹੁੰਦਾ ਜਾਂ ਇਸ ਕੰਪਨੀ 'ਚ ਵੈਲਿਊ ਐਡ ਕਰਨਾ ਚਾਹੁੰਦਾ ਹੈ ਕਿ ਨਹੀਂ। ਤੇ ਇਹ 2-4 ਗੱਲਾਂ ਜੇ ਫੋਲੋ ਅਪ, ਜੇ ਲੈਟਸ ਸੇ ਜਿਵੇਂ ਫੋਲੋ ਅਪ ਦੀ ਆਪਾਂ ਗੱਲ ਕੀਤੀ ਤੇ ਕੁਐਸਚਨ ਬੈਕ ਇੱਕ ਬਹੁਤ ਵਧੀਆ ਸਟ੍ਰੈਟਜੀ ਹੈਗੀ ਹੈ। ਜੇ ਉਹ EMPLOYER ਤੁਹਾਨੂੰ ਨਹੀਂ ਕਰਦਾ ਕੁਐਸਚਨ ਬੈਕ, ਇਟਸ ਆਲਵੇਜ਼ ਗੁੱਡ ਕਿ ਤੁਸੀਂ ਉਹਨੂੰ ਕੁਐਸਚਨ ਬੈਕ ਕਰੋ। ਤੁਸੀਂ ਉਹਦਾ ਐਕਸਪੀਰੀਅੰਸ ਪੁੱਛੋ ਕਿ ਉਹਨੂੰ ਕਿੰਨਾ ਟਾਈਮ ਹੋ ਗਿਆ ਹੈ, ਉਹਦੇ ਕੀ ਚੈਲੰਜਸ ਨੇ, ਇੱਕ ਕੰਪਨੀ ਕਿੰਨੇ ਪੁਰਾਣੀ ਹੈਗੀ ਹੈ, ਐਂਡ ਮੇਕ ਸ਼ੋਰ ਤੁਸੀਂ ਇਹ ਸਵਾਲ ਉਹਨੂੰ ਕਰੋ। ਐਂਡ ਇਹਦੇ ਵਿੱਚ ਤੁਹਾਡਾ ਜਿਹੜਾ ਸਕਸੈਸ ਜਿਹੜਾ ਹੈਗਾ ਰੇਟ ਕਾਫੀ ਉੱਪਰ ਚਲਾ ਜਾਂਦਾ। ਬਿਲਕੁਲ ਜੇ ਤੁਹਾਡੇ ਕੁਐਸਚਨ ਹੋਣਗੇ, ਜੇ ਤੁਹਾਡੀ ਰਿਸਰਚ ਦਿਖਾਉਣਗੇ ਤੁਹਾਡੇ ਕੁਐਸਚਨ ਹੈ ਨਾ, ਤੁਸੀਂ ਉਹ ਕੰਪਨੀ ਬਾਰੇ ਰਿਸਰਚ ਕਰ ਰੱਖੀ ਹੈ ਨਾ ਵੀ ਉਹ ਕੰਪਨੀ ਕੀ ਕੰਮ ਕਰਦੀ ਆ, ਉਹਦੇ ਰਿਲੇਟਡ ਤੁਹਾਡੇ ਕੁਐਸਚਨਸ ਨੇ ਹੈ ਨਾ ਵੀ ਇਹਦੇ 'ਚ ਮੇਰੀ ਕੀ ਪੋਜੀਸ਼ਨ ਹੋਊਗੀ ਜਾਂ ਮੈਂ ਕਿਵੇਂ ਇਹਦੇ 'ਚ ਇਹਦੀ ਗਰੋਥ ਲਈ ਆਪਣਾ ਹੈ ਨਾ ਰੋਲ ਮੇਰਾ ਕੀ ਰਹੇਗਾ। ਤੇ ਜੇ ਇਦਾਂ ਦੇ ਕੁਐਸਚਨ ਤੁਸੀਂ ਪੁੱਛਦੇ ਹੋ ਤਾਂ ਇਹ ਤੁਹਾਡਾ ਇੱਕ ਇੰਟਰਸਟ ਸ਼ੋ ਕਰਦਾ ਹੈ ਨਾ ਵੀ ਤੁਸੀਂ ਕੰਪਨੀ ਬਾਰੇ ਰਿਸਰਚ ਕਰਕੇ ਆਏ ਹੋ ਤੇ ਤੁਸੀਂ ਉਸ ਪੋਜੀਸ਼ਨ ਲਈ ਵਿਲਿੰਗ ਹੋ, ਹੈ ਨਾ, ਇੰਟਰਸਟਡ ਹੋ। ਤੇ ਇਹ ਚੀਜ਼ਾਂ ਹੁੰਦੀਆਂ ਨੇ। ਇਹ ਸ਼ੁਰੂ ਦੇ ਚੈਲੰਜਸ 'ਚ ਸੀਗਾ ਮੇਰੇ। ਪਹਿਲਾਂ ਤਾਂ ਮੇਨ ਚੀਜ਼ ਇਹ ਹੁੰਦੀ ਆ ਵੀ ਤੁਹਾਡੀ ਜਦੋਂ ਤੁਸੀਂ ਰੈਜ਼ੂਮੇ ਦੇਤਾ ਤਾਂ ਪਹਿਲਾ ਸਟੈਪ ਇਹ ਹੋਣਾ ਚਾਹੀਦਾ ਤੁਹਾਡਾ ਵੀ ਇੰਟਰਵਿਊ ਤੱਕ ਪਹੁੰਚਣਾ। ਲੋਕ ਸੋਚਦੇ ਆ ਵੀ ਮੇਰਾ ਰੈਜ਼ੂਮੇ ਤੋਂ ਹੀ ਸਿਲੈਕਸ਼ਨ ਹੋ, ਰੈਜ਼ੂਮੇ ਤੁਹਾਨੂੰ ਇੰਟਰਵਿਊ ਤੱਕ ਲੈ ਕੇ ਜਾਂਦਾ ਤੇ ਇੰਟਰਵਿਊ ਤੁਹਾਡੀ ਸਿਲੈਕਸ਼ਨ ਤੱਕ ਲੈ ਕੇ ਜਾਂਦੀ ਹੈ। ਤਾਂ ਰੈਜ਼ੂਮੇ ਦਾ ਮੇਨ ਕੰਮ ਤੁਹਾਨੂੰ ਇੰਟਰਵਿਊ ਦਿਵਾਉਣਾ ਹੁੰਦਾ ਗਾ। ਫਿਰ ਇੰਟਰਵਿਊ ਤੁਸੀਂ ਕਿਵੇਂ ਆਪਦੇ ਆਪ ਨੂੰ ਪ੍ਰੈਜ਼ੈਂਟ ਕਰਦੇ ਹੋ, ਕਿਵੇਂ ਗੱਲਬਾਤ ਕਰਦੇ ਹੋ, ਹੈ ਨਾ, ਕਿੰਨਾ ਕੌਨਫੀਡੈਂਸ ਤੁਸੀਂ ਸ਼ੋਅ ਕਰਦੇ ਹੋ ਤੇ ਕਿੰਨੀ ਨੌਲੇਜ ਤੁਸੀਂ ਸ਼ੋਅ ਕਰਦੇ ਹੋ, ਉਹ ਤੁਹਾਡੀ ਸਿਲੈਕਸ਼ਨ ਲਈ ਮਤਲਬ ਯੂਜ਼ਫੁਲ ਹੁੰਦਾ ਹੈ। ਤੇ ਇਹਦੇ ਵਿੱਚ ਆਪਾਂ ਹੁਣ ਇੱਕ ਹੋਰ ਗੱਲ ਆ ਜਾਂਦੀ ਕਿ ਡਰੈਸਿੰਗ ਸੈਂਸ। ਕਿ ਫਿਰ ਬੰਦੇ ਸੋਚਦੇ ਕਿ ਯਾਰ ਪਾਰਟ ਟਾਈਮ ਜੌਬ ਹੈ, ਕਿਉਂ ਇੰਨਾ ਆਪਾਂ ਹੈ ਨਾ, ਕਿਉਂ ਆਪਾਂ 20 ਘੰਟੇ ਕੰਮ ਕਰਨਾ ਤੇ ਆਪਾਂ ਕਿਉਂ ਇੰਨਾ ਵਧੀਆ ਆਪਾਂ ਸੂਟ ਕੋਟ ਵਗੈਰਾ ਪਾ ਕੇ ਆਪਾਂ ਜਾਈਏ। ਜਿਵੇਂ ਇੰਡੀਆ 'ਚ ਹੁੰਦਾ ਕਿ ਤਿਆਰ ਹੋ ਕੇ ਜਾਈਏ ਪ੍ਰੋਪਰ। ਕਈਆਂ ਨੂੰ ਹੁੰਦਾ ਕਿ ਯਾਰ ਐਵੇਂ ਚੱਲ ਜਾਂਦੇ ਜੀਨਸ ਪਾ ਕੇ ਜਾਂ ਹੈ ਨਾ ਹਾਫ ਸ਼ਰਟ ਪਾ ਕੇ ਜਾਂ ਟੌਰਸੋਸ ਪਾ ਕੇ। ਬਿਲਕੁਲ। ਤੇ ਇਹ ਗੱਲਾਂ ਸਾਨੂੰ ਧਿਆਨ ਰੱਖਣਾ ਪੈਣਾ ਹੈ। ਹੁਣ ਇਹਦੇ ਬਾਰੇ ਮੈਂ ਗੱਲ ਕਰੂੰਗਾ ਹੈਰੀ ਨਾਲ ਕਿ ਜਦੋਂ ਉਹ ਆਪਣੀ ਇੰਟਰਵਿਊ ਲਈ ਜਦੋਂ ਤੁਸੀਂ ਪਹਿਲੀ ਵਾਰ ਗਏ ਸੀਗੇ, ਤੁਸੀਂ ਇੱਕ ਪ੍ਰੋਪਰ ਡਰੈਸ ਕੋਡ ਫੋਲੋ ਕੀਤਾ ਸੀਗਾ ਕਿ ਤੁਹਾਨੂੰ ਦੱਸਿਆ ਗਿਆ ਸੀ EMPLOYER ਵੱਲੋਂ ਕਿ ਐਜ਼ ਲੌਂਗ ਐਜ਼ ਤੁਸੀਂ ਵਧੀਆ ਆਊਟਫਿਟ 'ਚ ਹੈਗੀ ਹੋ, ਡਜ਼ਨਟ ਮੈਟਰ। ਬਟ ਤੁਹਾਡਾ ਕੀ ਵਿਚਾਰ ਇਹਦੇ ਪਰ? ਮੇਰੀਆਂ ਸ਼ੁਰੂ ਦੀਆਂ ਇੰਟਰਵਿਊਜ਼ 'ਚ ਮੈਨੂੰ ਇਹ ਚੀਜ਼ ਨਹੀਂ ਸੀ ਪਤਾ ਵੀ ਡਰੈਸ ਅਪ ਇੰਨਾ ਮੇਨ ਹੁੰਦਾ, ਵੀ ਜ਼ਰੂਰੀ ਹੁੰਦਾ। ਹਰ EMPLOYER ਆ ਜੋ ਵੀ ਆ, ਜੋ ਮੈਨੇਜਰ ਤੁਹਾਡੀ ਇੰਟਰਵਿਊ ਕੰਡਕਟ ਕਰ ਰਿਹਾ ਹੈ ਉਹ ਵੀ
ਉਹ ਤੁਹਾਡੇ ਹਰ ਚੀਜ਼ ਤੋਂ ਜੱਜ ਕਰਦਾ, ਤੁਹਾਡੇ ਹੈ ਨਾ ਸੀਰੀਅਸਨੈਸ ਆ ਜਿਹੜੀ ਉਹ ਤੁਹਾਡੇ ਕੱਪੜਿਆਂ ਤੋਂ ਜੱਜ ਕਰਦਾ, ਤੁਹਾਡੀ ਬਾਡੀ ਲੈਂਗੁਏਜ ਤੋਂ, ਤੁਹਾਡੇ ਬੋਲਣ ਦੇ ਤਰੀਕੇ ਤੋਂ। ਤੇ ਸ਼ੁਰੂ 'ਚ ਮੈਨੂੰ ਨਹੀਂ ਸੀ ਪਤਾ, ਪਰ ਜਦੋਂ ਮੈਂ ਦੱਸਦਾ ਵੀ ਕਾਲਜ 'ਚ ਸਾਨੂੰ ਜੌਬ ਪਲੇਸਮੈਂਟ ਬਾਰੇ ਦੱਸਿਆ ਗਿਆ ਸੀਗਾ, ਉਹਦੇ ਦੱਸਿਆ ਗਿਆ ਸੀ ਵੀ 2 ਸਟੈਪ ਅਬਵ ਹੋਣੇ ਚਾਹੀਦੇ ਤੁਸੀਂ, ਕਿ ਜੋ ਟੀ-ਸ਼ਰਟ ਤੇ ਆਪਣੀ ਜੀਨਸ 'ਚ ਨੇ ਤਾਂ ਤੁਸੀਂ ਉਹਨਾਂ ਤੋਂ ਵੀ 2 ਸਟੈਪ ਅੱਗੇ ਹੋਣੇ ਚਾਹੀਦੇ ਹੋ, ਹੈ ਨਾ। ਤੁਸੀਂ ਹੋਰ ਜ਼ਿਆਦਾ ਫਾਰਮਲ ਜੋ ਕੱਪੜੇ ਪਾ ਕੇ ਜਾਣੇ ਆ ਤਾਂ ਕਿ ਤੁਸੀਂ ਸ਼ੋਅ ਕਰੋ। ਬੰਦੇ ਨੂੰ ਆਉਣ ਲੱਗ ਸਕਦਾ ਵੀ ਇਹੋ ਜਿਹੇ এনवायरमेंट 'ਚ ਮੈਂ ਕਿਉਂ ਮਤਲਬ ਵੀ ਉਹ ਜਿਹੇ ਕੱਪੜੇ ਪਾ ਕੇ ਜਾਵਾਂ, ਹੈ ਨਾ, ਫਾਰਮਲ, ਜੇ ਮੈਂ ਕੰਮ ਹੀ ਮਤਲਬ ਕੋਈ ਨਾਨ ਫਾਰਮਲ ਕੱਪੜਿਆਂ 'ਚ ਕਰਨਾ, ਹੈ ਨਾ। ਪਰ ਇਹ ਇੱਕ ਚੀਜ਼ ਹੁੰਦੀ ਹੈ ਕਿ ਵੀ ਤੁਹਾਡੇ ਕੱਪੜਿਆਂ ਤੋਂ ਵੀ ਤੁਹਾਨੂੰ ਮਤਲਬ ਵੀ ਬੰਦਾ ਜੱਜਮੈਂਟ ਲਾਉਂਦਾ ਤੁਹਾਡੀ। ਤੁਹਾਡਾ ਇਸ ਚੀਜ਼ 'ਚ ਕਿਵੇਂ ਸੀਗਾ ਐਕਸਪੀਰੀਅੰਸ? ਮੇਰਾ ਆਈ ਥਿੰਕ ਮੈਂ ਇੱਕ ਪ੍ਰੋਪਰ ਆਈ ਥਿੰਕ ਉਸ ਵੇਲੇ ਵਿੰਟਰ ਸੀਗੀ ਜਦੋਂ ਮੇਰਾ ਇੰਟਰਵਿਊ ਸੀਗਾ, ਜਦੋਂ ਮੈਂ ਇੱਥੇ ਨਾਇਗਰਾ ਫਾਲਸ ਜਦੋਂ ਮੂਵ ਹੋਇਆ ਸੀ, ਫਰੈਸ਼ ਕੋ ਜੌਬ ਅਪਲਾਈ ਕੀਤੀ ਸੀਗੀ। ਮੈਨੂੰ ਇੰਟਰਵਿਊ ਦੀ ਕਾਲ ਐਕਚੁਅਲੀ ਮੈਂ ਐਡ ਕਰਨਾ ਚਾਹੂੰਗਾ ਕਿ ਮੈਂ ਐਟਲੀਸਟ ਉਹਨਾਂ ਨਾਲ 4 ਜਾਂ 5 ਵਾਰ ਮੈਂ ਫੋਲੋ ਕੀਤਾ ਸੀਗਾ ਜਾ ਕੇ, ਤਾਂ ਜਾ ਕੇ ਫਿਰ ਮੈਨੂੰ ਉਹਨਾਂ ਨੇ, ਕਿਉਂਕਿ ਮੇਰਾ ਰੈਜ਼ੂਮੇ ਦਿੱਤੇ ਨੂੰ ਬਹੁਤ ਟਾਈਮ ਹੋ ਗਿਆ ਸੀਗਾ, ਆਈ ਥਿੰਕ ਮੋਰ ਦੈਨ 15 ਡੇਜ਼ ਹੋ ਗਏ ਸੀਗੇ, ਤੇ ਮੈਨੂੰ ਕੋਈ ਉਹਨਾਂ ਦੀ ਕੋਈ ਕਾਲ ਨਹੀਂ ਆਈ ਸੀ। ਤੇ ਮੈਨੂੰ ਇਹ ਸੀਗਾ ਕਿ ਮੈਂ ਫੋਲੋ ਅਪ ਕਰਾਂ ਨੋ ਮੈਟਰ ਵਾਟ ਦਾ ਰਿਜ਼ਲਟ ਵੁੱਡ ਬੀ, ਤੇ ਮੈਂ ਉਹਨਾਂ ਪੁੱਛਣਾ ਕਿ ਐਟਲੀਸਟ ਜੇ ਤੁਸੀਂ ਮੇਰੀ ਐਪਲੀਕੇਸ਼ਨ ਰਿਜੈਕਟ ਕੀਤੀ ਹੈ ਉਹਦਾ ਕਾਰਨ ਕੀ ਹੈ, ਸੋ ਦੈਟ ਮੈਂ ਕਿਤੇ ਹੋਰ ਅਪਲਾਈ ਕਰਾਂ ਤਾਂ ਮੈਨੂੰ ਇੱਕ ਮੇਰੇ ਦਿਮਾਗ 'ਚ ਹੋਵੇ ਕਿ ਇਹ ਗੱਲਾਂ ਦਾ ਮੈਨੂੰ ਧਿਆਨ ਰੱਖਣਾ ਪੈਣਾ। ਤੇ ਸੈਕੰਡ ਇਹ ਸੀਗਾ ਕਿ ਵਿੰਟਰ ਸੀਗੀ ਤੇ ਮੈਂ ਆਪਣਾ ਬਸ ਇੱਕ ਪ੍ਰੋਪਰ ਜੈਕਟ, ਜੀਨਸ ਤੇ ਸ਼ੂਜ਼ ਮੈਂ ਪਾ ਕੇ ਗਿਆ ਸੀਗਾ, ਕਿਉਂਕਿ ਇੰਨਾ ਨਹੀਂ ਪਤਾ ਸੀਗਾ ਕਿ ਪ੍ਰੋਪਰ ਉਹ ਡਰੈਸ ਸੂਟ ਕੋਡ ਕੋਈ ਪਾਉਣਾ ਚਾਹੀਦਾ, ਡਰੈਸ ਕੋਡ ਕੋਈ ਫੋਲੋ ਕਰਨਾ ਚਾਹੀਦਾ। ਬਟ ਐਜ਼ ਲੌਂਗ ਐਜ਼ ਤੁਸੀਂ ਡੀਸੈਂਟ ਲੱਗ ਰਹੇ ਹੋ, ਤੁਹਾਡੀ ਆਊਟਫਿਟ ਕੋਈ ਜ਼ਿਆਦਾ ਆਊਟ ਆਫ ਦਾ ਬਾਕਸ ਨਹੀਂ ਹੈਗੀ ਹੈ ਜਾਂ ਕੋਈ ਜਮੇ ਡਿਫਰੈਂਟ ਨਹੀਂ ਹੈਗੀ ਹੈ, ਪ੍ਰੋਪਰ ਇੱਕ ਜੀਨਸ ਵਗੈਰਾ ਜਾਂ ਪ੍ਰੋਪਰ ਇੱਕ ਸ਼ਰਟ ਉਹਦੇ ਨਾਲ ਵੀ ਤੁਸੀਂ ਆਪਣਾ ਕੌਨਫੀਡੈਂਸ ਕੈਰੀ ਕਰ ਸਕਦੇ ਹੋ। ਬਿਲਕੁਲ। ਤੇ ਇਸ ਤੋਂ ਬਾਅਦ ਮੈਂ ਆਉਣਾਗਾ ਮੇਨ ਚੀਜ਼ ਤੇ ਜਿਹੜੀ ਵਰਕ ਰਿਲੇਟਡ ਸੀਗੀ, ਵੀ ਜਿਹੜਾ ਮੈਂ ਕਾਲਜ 'ਚ ਕੰਮ ਲੱਭਿਆ ਸੀਗਾ। ਅੱਛਾ ਜੀ। ਮੈਂ ਇੱਕ ਟਾਈਮ ਤੇ 2 ਜੌਬਸ ਕਰ ਰਿਹਾ ਸੀ। ਇੱਕ ਮੈਂ ਦੱਸਤਾ ਵੀ ਡੇਅਰੀ 'ਚ ਕਰ ਰਿਹਾ ਸੀਗਾ ਜੌਬ, ਹੈ ਨਾ, ਤੇ ਉਸੇ ਟਾਈਮ ਤੇ ਮੈਂ ਕਾਲਜ 'ਚ ਅਪਲਾਈ ਕੀਤੀ ਸੀ। ਕਾਲਜ 'ਚ ਪੀਅਰ ਮੈਂਟਰ ਅੰਬੈਸਡਰ ਦੀ ਜੌਬ ਸੀਗੀ, ਇੰਟਰਨੈਸ਼ਨਲ ਸਟੂਡੈਂਟ ਪੀਅਰ ਮੈਂਟਰ ਅੰਬੈਸਡਰ ਦੀ। ਤੇ ਉਹ ਕਾਲਜ ਦੇ ਹੀ ਮੈਨੂੰ ਲੱਗਦਾ ਪੋਰਟਲ ਤੇ ਸੀਗੀ, ਜੌਬਸ ਕੱਢਦੇ ਹੁੰਦੇ ਸੀ ਕਾਲਜ ਦੇ ਪੋਰਟਲ ਤੇ, ਉਹ ਵੀ ਤੁਸੀਂ ਚੈੱਕ ਕਰਨੀ ਆਉਂਦੀਆਂ ਨੇ। ਤੇ ਇਹ ਚੀਜ਼ ਮੈਨੂੰ ਉਦੋਂ ਨਹੀਂ ਸੀ ਪਤਾ ਵੀ ਜਿਹੜੇ ਕਾਲਜ 'ਚ ਤੁਸੀਂ ਔਨ ਕੈਂਪਸ ਆਵਰਸ ਕਰਦੇ ਹੋ ਉਹ ਤੁਹਾਡੇ ਜਿਵੇਂ 20 ਆਵਰਸ ਦੀ ਲਿਮਿਟ ਹੁੰਦੀ ਸੀ ਨਾ, ਉਹਦੇ ਵਿੱਚ ਕਾਊਂਟ ਨਹੀਂ ਹੁੰਦੇ, ਉਹਦੇ 'ਚ ਕਾਊਂਟ ਨਹੀਂ ਹੁੰਦੇ। ਠੀਕ ਹੈ ਜੀ। ਤੇ ਮੈਨੂੰ ਇਹ ਉਦੋਂ ਪਤਾ ਨਹੀਂ ਸੀਗਾ। ਮੈਂ ਟੋਟਲ ਮਿਲਾ ਕੇ 20 ਘੰਟੇ ਕਰੀ ਜਾਂਦਾ ਸੀ। ਮੈਂ ਮਤਲਬ ਵੀ 10 ਘੰਟੇ ਮੈਂ ਡੇਅਰੀ 'ਚ ਕਰ ਦਿੰਦਾ ਸੀਗਾ, ਇੱਕ ਸ਼ਿਫਟ ਲਾ ਦਿੰਦੇ ਸੀ ਹਫਤੇ 'ਚ, ਹੈ ਨਾ, ਤੇ 10-12 ਘੰਟੇ ਮੈਂ ਜੋ ਆਪਦੇ ਕਾਲਜ 'ਚ ਕਰ ਦਿੰਦਾ ਸੀ। ਤੇ ਇਹ ਜੌਬ ਬਹੁਤ ਸੌਖੀ ਜੌਬ ਸੀਗੀ, ਪੀਅਰ ਮੈਂਟਰ ਅੰਬੈਸਡਰ ਦੀ। ਤੇ ਥੋੜੇ ਜਿਹੇ ਜਾਣੇ ਸੀਗੇ ਜਿਨ੍ਹਾਂ ਨੇ ਇੰਟਰਵਿਊ ਦਿੱਤੀ ਸੀਗੀ ਇੰਟਰਨੈਸ਼ਨਲ ਸਟੂਡੈਂਟ ਪੀਅਰ ਮੈਂਟਰ ਅੰਬੈਸਡਰ ਦੀ। ਜ਼ਿਆਦਾਤਰ ਕਾਲਜਸ 'ਚ ਜੌਬ ਹੁੰਦੀ ਆ। ਹਾਂਜੀ। ਤੇ ਇਸ ਜੌਬ 'ਚ ਕੀ ਕਰਨਾ ਹੁੰਦਾ ਸੀਗਾ, ਮੈਂ ਵੀ ਪਿਕਨਿਕ ਵਗੈਰਾ ਅਰੇਂਜ ਕਰਨੀ, ਹੈ ਨਾ, ਇੰਟਰਨੈਸ਼ਨਲ ਸਟੂਡੈਂਟਸ ਲਈ ਕੋਈ ਇਵੈਂਟ ਆਰਗੇਨਾਈਜ਼ ਕਰਨਾ, ਹੈ ਨਾ, ਤੇ ਜਾਂ ਕੁਝ ਵੀ, ਜਾਂ ਉਹਨਾਂ ਲਈ ਕੋਈ ਗੇਮ ਵਗੈਰਾ ਆਰਗੇਨਾਈਜ਼ ਕਰਨੀ, ਜੋ ਕਿ ਸਭ ਤੋਂ ਸੌਖਾ ਤਰੀਕਾ ਹੁੰਦਾ ਸੀਗਾ। ਕੋਈ ਗੇਮ ਆਰਗੇਨਾਈਜ਼ ਕਰਨੀ, ਉਹ 'ਚ ਆਪ ਖੇਲ ਰਹੇ ਹਾਂ ਅਸੀਂ, ਹੈ ਨਾ, ਕੋਈ ਇਵੈਂਟ, ਕੋਈ ਪਿਕਨਿਕ, ਜਾਂ ਉਹਨਾਂ ਨੂੰ ਕਿਤੇ ਵੀ ਲੈ ਕੇ ਜਾਣਾ ਜਾਂ ਕੁਝ ਵੀ, ਹੈ ਨਾ, ਤੇ ਉਹ ਚੀਜ਼ ਅਸੀਂ ਆਰਗੇਨਾਈਜ਼ ਕਰਨੀ ਹੁੰਦੀ ਸੀ। ਤੇ ਬਹੁਤ ਸੌਖੀ ਚੀਜ਼ ਸੀ, ਬਹੁਤ ਸੌਖੀ ਜੌਬ ਸੀਗੀ, ਤੇ ਵਧੀਆ ਲੱਗਿਆ ਮੈਨੂੰ, ਹੈ ਨਾ, ਉੱਥੇ ਸਾਰਿਆਂ ਨੂੰ ਗੱਲ ਕਰਕੇ। ਉੱਥੇ ਇੱਕ ਵਾਰ ਪ੍ਰੈਜੈਂਟੇਸ਼ਨ ਦਿੱਤੀ ਸੀ ਕਿ ਮੈਂ ਇੰਡੀਆ ਤੇ, ਕਿਉਂਕਿ ਉਹ ਜਾਣਨਾ ਚਾਹੁੰਦੇ ਸੀ ਵੀ ਕਾਲਜ ਵਾਲੇ ਵੀ ਸਾਡੇ ਕੋਲ ਨਾ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਆ ਰਹੇ ਨੇ, ਜ਼ਿਆਦਾਤਰ ਇੰਡੀਆ ਤੋਂ ਆ ਰਹੇ ਨੇ। ਤਾਂ ਉੱਥੇ ਜਿਹੜੀ ਮੇਰੀ ਹੈੱਡ ਸੀਗੀ ਜਿਹਨੇ ਮੈਨੂੰ ਹਾਇਰ ਕੀਤਾ ਸੀਗਾ, ਤਾਂ ਉਹਨੇ ਮੈਨੂੰ ਕਿਹਾ ਸੀ ਵੀ ਇੰਡੀਆ ਤੇ ਪ੍ਰੈਜੈਂਟੇਸ਼ਨ ਬਣਾਈ ਤਾਂ ਕਿ ਸਾਨੂੰ ਪਤਾ ਲੱਗੇ, ਹੈ ਨਾ, ਵੀ ਕੀ ਹਿਸਾਬ ਕਿਤਾਬ ਹੁੰਦਾ, ਕਿਵੇਂ ਕਲਚਰ ਹੁੰਦਾ। ਤੇ ਉਦੋਂ ਮੈਂ ਇੰਡੀਆ ਤੇ ਪ੍ਰੈਜੈਂਟੇਸ਼ਨ ਦਿੱਤੀ ਸੀ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ। ਉਹਨਾਂ ਨੂੰ ਦੱਸਿਆ ਸੀਗਾ ਮੈਂ ਸਾਰਾ ਕੁਝ ਕਰਕੇ ਵੀ ਕਿਵੇਂ ਇੰਡੀਆ 'ਚ ਡਾਈਵਰਸ ਲੈਂਗੁਏਜਿਸ ਨੇ, ਹੈ ਨਾ, ਡਾਈਵਰਸ ਲੋਕ ਨੇਗੇ। ਤੇ ਇੱਕੋ ਹੀ ਕੰਟਰੀ ਤੋਂ ਲੋਕ ਜਿਹੜੇ ਆ ਉਹ ਅਲੱਗ-ਅਲੱਗ ਵੀ ਲੱਗ ਸਕਦੇ, ਹੈ ਨਾ, ਅਲੱਗ-ਅਲੱਗ ਰਿਲੀਜਨ ਹੈ, ਅਲੱਗ-ਅਲੱਗ ਲੈਂਗੁਏਜਿਸ ਨੇ। ਤੇ ਉਹ ਪ੍ਰੈਜੈਂਟੇਸ਼ਨ ਦੇਖ ਕੇ ਬਹੁਤ ਖੁਸ਼ ਹੋਏ ਸੀ ਉਹ। ਤੇ ਕਾਫੀ ਮੈਨੂੰ ਪੁੱਛਿਆ ਸੀ ਉਹਨਾਂ ਨੇ ਵੀ ਕਿਵੇਂ, ਮਤਲਬ ਵੀ ਕਿਹੜੇ ਚੈਲੰਜਸ ਤੁਸੀਂ ਫੇਸ ਕਰਦੇ ਹੋ ਜਾਂ ਕੁਝ ਵੀ, ਜਾਂ ਤੁਹਾਡੇ ਨਾਲ ਕੋਈ ਰੇਸਿਜ਼ਮ ਤਾਂ ਨਹੀਂ ਹੋਇਆ ਇੱਥੇ ਜਾਂ ਕੁਝ ਵੀ। ਉਹ ਉਹਨਾਂ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ, ਹੈ ਨਾ, ਵੀ ਕਿਵੇਂ ਫੰਡਸ ਵਗੈਰਾ ਤੁਸੀਂ ਜਾਂ ਕਿਵੇਂ ਅਰੇਂਜ ਕਰਦੇ ਹੋ ਜਾਂ ਕੁਝ ਵੀ, ਹੈ ਨਾ। ਉਹਨਾਂ ਨੂੰ ਦੱਸਿਆ ਵੀ ਸਾਡੇ ਪੇਰੈਂਟਸ ਨੇ ਜਿਹੜੇ ਉਹ ਸਾਡੇ ਲਈ ਪੇ ਕਰਦੇ ਨੇ ਜ਼ਿਆਦਾਤਰ ਜੋ ਵੀ ਫੰਡਸ ਹੁੰਦੇ, ਹੈ ਨਾ, ਉਹਨਾਂ ਨੇ ਆਪਦੀ ਵਰਕਿੰਗ ਲਾਈਫ 'ਚ ਜਾਂ ਸਾਰੀ ਉਮਰ ਕੰਮ ਕਰਕੇ ਉਹ ਬਣਾਏ ਹੁੰਦੇ ਆ। ਤੇ ਉਹ ਚੀਜ਼ ਸੀਗੀ ਤੇ ਸੌਖੀ ਜੌਬ ਸੀਗੀ, ਹੈ ਨਾ, ਬਹੁਤ ਵਧੀਆ। ਉਸ ਚੀਜ਼ ਨੇ ਮੈਨੂੰ ਐਕਸਪੀਰੀਅੰਸ ਦਿੱਤਾ, ਹੈ ਨਾ, ਦੂਜਿਆਂ ਦੇ ਸਾਹਮਣੇ ਆਪਣਾ ਕਲਚਰ ਰੱਖਣ ਦਾ, ਆਪਣੇ ਮਤਲਬ ਸਟੂਡੈਂਟਸ ਨੂੰ ਰਿਪਰੈਜ਼ੈਂਟ ਕਰਨ ਦਾ। ਤੇ ਇਦਾਂ ਦੀਆਂ ਜੌਬਸ ਵੀ ਤੁਸੀਂ ਟਰਾਈ ਕਰ ਸਕਦੇ ਹੋ ਜੋ ਵੀ ਆਉਣ ਵਾਲੇ ਨੇ, ਹੈ ਨਾ। ਵਧੀਆ ਤੁਹਾਨੂੰ ਇੱਕ ਐਕਸਪੋਜ਼ਰ ਦਿੰਦੀ ਆ, ਕੌਨਫੀਡੈਂਸ ਦਿੰਦੀ ਆ, ਤੇ ਵਧੀਆ ਪੇ ਵੀ ਹੁੰਦੀ ਆ ਉਹਦੇ 'ਚ ਮੇਰੀ। ਬਿਲਕੁਲ। ਹਾਂਜੀ।
ਤੇ ਬੱਚੇ ਕਈ ਵਾਰ ਇੱਥੇ ਆ ਕੇ ਕੀ ਕਰਦੇ ਕਿ ਬਾਹਰ ਹੀ ਜੌਬਸ ਜਾ ਕੇ ਉਹ ਜ਼ਿਆਦਾ ਸਰਚ ਕਰਦੇ ਨੇ ਕਿ ਤੁਹਾਨੂੰ ਬਾਹਰ ਕੰਮ ਮਿਲ ਜਾਵੇ। ਕਈ ਵਾਰ ਕੈਂਪਸ ਦੇ ਵਿੱਚ ਜੇ ਤੁਸੀਂ ਆਪਣੇ ਟੀਚਰਸ ਨਾਲ ਤੁਸੀਂ ਕਮਿਊਨੀਕੇਟ ਕਰੋ ਪ੍ਰੋਪਰ, ਇੱਥੇ ਕਮਿਊਨੀਕੇਸ਼ਨ ਦੀ ਵੀ ਗੱਲ ਬਹੁਤ ਜ਼ਰੂਰੀ ਹੈ। ਤੁਸੀਂ ਇੱਥੇ ਵੀ ਆਉਂਦੇ, ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ। ਟੀਚਰਸ ਨਾਲ ਆਪਣਾ ਕਮਿਊਨੀਕੇਸ਼ਨ ਪੂਰਾ ਪ੍ਰੋਪਰ ਰੱਖੋ, ਪ੍ਰੋਪਰ ਚੈਨਲਸ ਨਾਲ ਰੱਖੋ ਆਪਣਾ ਕਮਿਊਨੀਕੇਸ਼ਨ। ਤੇ ਕਈ ਵਾਰ ਕਾਲਜ ਤੋਂ ਤੁਹਾਨੂੰ ਇੰਨੀ ਓਪਰਚੁਨਿਟੀਜ਼ ਮਿਲ ਜਾਂਦੀ, ਤੁਹਾਨੂੰ ਬਾਹਰ ਕਰਨ ਦੀ ਵੀ ਕਈ ਵਾਰ ਕੰਮ ਲੋੜ ਨਹੀਂ ਪੈਂਦੀ। ਕਈ ਵਾਰ ਤੁਹਾਨੂੰ ਕਾਲਜ 'ਚ ਤੁਹਾਨੂੰ 40 ਆਵਰਸ ਮਿਲ ਸਕਦੇ ਆ, ਤੇ ਉਹ ਤੁਸੀਂ ਕਰ ਸਕਦੇ ਹੋ, ਤੁਹਾਡੇ ਕਾਊਂਟ ਨਹੀਂ ਹੁੰਦੇ ਟੂਵਰਡਸ ਯੂਰ ਐਕਚੁਅਲ ਵਰਕ ਆਵਰਸ। ਤੇ ਵਿਦਆਊਟ ਜੈਪਰਡਾਈਜ਼ਿੰਗ ਯੂਰ ਸਟੱਡੀ ਨੂੰ ਇਹ ਨਹੀਂ ਕਿ ਸਾਡੀ ਨੂੰ ਸਾਈਡ ਤੇ ਰੱਖ ਕੇ ਤੁਸੀਂ ਉਸ ਕੰਮ ਹੀ ਕਰੀ ਜਾਓ, ਕਿਉਂਕਿ ਵਰਕ ਲਾਈਫ ਬੈਲੈਂਸ ਇਸ ਕੰਟਰੀ ਵਿੱਚ ਵਰਕ ਲਾਈਫ ਬੈਲੈਂਸ ਜਿਹੜਾ ਹੈਗਾ ਉਹ ਤੁਹਾਨੂੰ ਇੱਥੇ ਦੱਸਦੇ ਆ ਕਿ ਕਿੱਦਾਂ ਸਟੱਡੀ ਤੇ ਆਪਣਾ ਵਰਕ ਕਿੱਦਾਂ ਮੇਨਟੇਨ ਕਿੱਦਾਂ ਬੈਲੈਂਸ ਰੱਖਣਾ ਹੈ। ਮੇਨ ਚੀਜ਼ ਇਹੀ ਆ ਵੀ ਕੰਮ ਕਰਨਾ ਮੁਸ਼ਕਿਲ ਨਹੀਂ ਹੈਗਾ, ਪਰ ਦੋਨਾਂ ਚੀਜ਼ਾਂ ਨੂੰ ਜਦੋਂ ਆਪਾਂ ਮੈਨੇਜ ਕਰਨਾ ਨਾ, ਸਟੱਡੀ ਤੇ ਵਰਕ ਨੂੰ, ਉਹ ਥੋੜੀ ਚੀਜ਼ ਆ ਵੀ ਹਾਰਡ ਆਉਂਦੀ ਆ। ਉਹ ਤੁਸੀਂ ਇੱਥੇ ਸਿੱਖਦੇ ਵੀ ਹੋ ਤੇ ਉਹੀ ਚੀਜ਼ ਆ ਜਿਹੜੀ ਮਤਲਬ ਤੁਹਾਡੇ ਲਈ ਚੈਲੰਜਿੰਗ ਆ ਤੇ ਜਿਹੜੀ ਚੀਜ਼ ਤੁਹਾਨੂੰ ਬਣਾਉਂਦੀ ਆ, ਹਨਾ। ਸਿਰਫ ਕੰਮ ਕਰਨਾ, ਸਿਰਫ ਸਟੱਡੀ ਕਰਨਾ ਮੁਸ਼ਕਿਲ ਨਹੀਂ ਹੈਗਾ, ਇਕੱਲਾ ਕਾਲਜ ਹੀ ਜਾਣਾ ਜਾਂ ਇਕੱਲਾ ਕੰਮ ਹੀ ਕਰਨਾ, ਹਨਾ। ਤੇ ਪਰ ਦੋਨਾਂ ਚੀਜ਼ਾਂ ਨੂੰ ਮੈਨੇਜ ਕਰਨਾ, ਘਰ ਦੇ ਕੰਮ ਵੀ ਕਰਨਾ, ਹਨਾ, ਖਾਣਾ ਪਾਣੀ ਵੀ ਬਣਾਉਣਾ, ਆਪਣਾ ਸਾਰਾ ਕੁਝ ਦੇਖਣਾ ਵੀ, ਉਹ ਸਾਰਾ ਚੀਜ਼ਾਂ ਨੂੰ ਮੈਨੇਜ ਕਰਨਾ ਉਹ ਤੁਹਾਨੂੰ ਇੱਥੇ ਆਉਂਦਾ ਹੈ। ਬਿਲਕੁਲ ਤੁਸੀਂ ਸਾਰੇ ਦੇਖੋ, ਤੁਸੀਂ ਸਾਰੇ ਇੰਡੀਪੈਂਡੈਂਟ ਹੋ, ਤੁਹਾਨੂੰ ਚੀਜ਼ਾਂ ਬਹੁਤ ਛੇਤੀ ਤੁਹਾਨੂੰ ਅਡਾਪਟ ਕਰਨੀ ਪੈਂਦੀਆਂ ਨੇ ਆਪਣੀ ਲਾਈਫ ਸਟਾਈਲ ਦੇ ਵਿੱਚ, ਕਿ ਆਪ ਹੀ ਰੋਟੀ ਪਾਣੀ ਦਾ, ਆਪਣਾ ਸਿਹਤ ਦਾ ਵੀ ਖਿਆਲ ਰੱਖਣਾ ਹੈ, ਕੰਮ ਤੇ ਵੀ ਜਾਣਾ ਹੈ, ਪੜ੍ਹਾਈ ਵੀ ਕਰਨੀ ਹੈ। ਇਹ ਚੀਜ਼ਾਂ ਇਸ ਕੰਟਰੀ ਦੇ ਵਿੱਚ, ਆਮ ਨਾਟ ਸੇਇੰਗ ਕਿ ਇੰਡੀਆ 'ਚ ਨਹੀਂ ਪਤਾ ਲੱਗਦਾ, ਪਰ ਬੰਦੇ ਨੂੰ ਇੱਥੇ ਆ ਕੇ ਜਦੋਂ ਬੰਦਾ ਆਪ ਕਰਦਾ ਤਾਂ ਉਹਨੂੰ ਥੋੜਾ ਜ਼ਿਆਦਾ ਨੂੰ ਸਮਝ ਆਉਂਦੀ ਹੈ, ਤੇ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਕਿ ਬੰਦਾ ਜਿੰਨੀ ਛੇਤੀ ਹੋ ਸਕੇ ਉਹ ਇੰਡੀਪੈਂਡੈਂਟ ਹੋ ਜਾਵੇ। ਅਤੇ ਇੰਡੀਪੈਂਡੈਂਸ ਦੀ ਗੱਲ ਆ ਜਾਂਦੀ ਕਿ ਇੰਡੀਪੈਂਡੈਂਟ ਜਿੰਨੀ ਛੇਤੀ ਬੰਦਾ ਹੋ ਜਾਵੇ ਇੱਥੇ, ਉਨਾ ਹੀ ਜ਼ਿਆਦਾ ਸਹੀ ਰਹਿੰਦਾ ਹੈ ਕਿ ਕਿਸੇ ਦੇ ਸਹਾਰੇ ਨਾ ਰਵੇ, ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਐਂਬੀਸ਼ਨ ਹੁੰਦਾ, ਹਰ ਇੱਕ ਦਾ ਆਪਣਾ ਆਪਣਾ ਕਰੀਅਰ ਗੋਲ ਹੁੰਦਾ, ਰਾਈਟ। ਜਦ ਤੱਕ ਤੁਸੀਂ ਕਾਲਜ ਦੇ ਵਿੱਚ ਹੈਗੇ ਹੋ, ਆਪਣੇ ਫਰੈਂਡਸ ਦੀ ਤੁਸੀਂ ਹੈਲਪ ਲੈ ਸਕਦੇ ਹੋ ਕੁਝ ਵੀ, ਬਟ ਉਸ ਤੋਂ ਬਾਅਦ ਇਹ ਕੰਟਰੀ ਦੇ ਵਿੱਚ ਤੁਹਾਨੂੰ ਇੰਡੀਪੈਂਡੈਂਟ ਹੋਣਾ ਸਿਖਾਉਂਦੀ ਹੈ। ਇਹ ਮੇਰਾ ਐਕਸਪੀਰੀਅੰਸ ਰਿਹਾ ਕਿ ਬਹੁਤ ਛੇਤੀ ਤੇ ਤੁਸੀਂ ਆਪਣਾ ਯੂ ਗੈਟ ਯੂਜ਼ਡ ਟੂ ਇਟ। ਬਿਲਕੁਲ, ਇੱਕ ਸਪੋਰਟ ਲੈਣੀ ਬਿਲਕੁਲ ਠੀਕ ਆ ਕਿਸੇ ਦੀ, ਪਰ ਕੋਸ਼ਿਸ਼ ਕਰਿਓ ਤੁਸੀਂ ਜੋ ਵੀ ਚੀਜ਼ਾਂ ਨੇ ਆਪਦੀਆਂ ਆਪ ਮੈਨੇਜ ਕਰ ਸਕੋ, ਕਿਉਂਕਿ ਬਹੁਤ ਜਲਦੀ ਇੱਥੇ ਕੋਈ ਡਿਪੈਂਡੈਂਟ ਹੋ ਜਾਂਦੇ ਹਨਾ। ਆਪਾਂ ਛੇਤੀ ਤੋਂ ਮਤਲਬ ਵੀ ਕਈ +2 ਕਰਕੇ ਇੱਥੇ ਆਉਂਦੇ ਹੈਗੇ, ਹਨਾ, ਤਾਂ ਕਰਕੇ ਉਹਨਾਂ ਨੂੰ ਚੀਜ਼ਾਂ ਦਾ ਇੰਨਾ ਗਿਆਨ ਨਹੀਂ ਹੁੰਦਾ, ਹਨਾ। ਇਹ ਬਾਹਰਲੀ ਲਾਈਫ ਦਾ ਆ, ਕੋਈ ਹੋਸਟਲ 'ਚ ਰਿਹਾ ਤਾਂ ਮੈਂ ਕਹਿ ਨਹੀਂ ਸਕਦਾ, ਪਰ ਜੇ ਕੋਈ ਸਕੂਲਿੰਗ ਕਰਕੇ ਘਰੋਂ ਹੀ ਆ ਰਿਹਾ ਤਾਂ ਉਹਦੇ ਲਈ ਇੱਕ ਬਹੁਤ ਸੌਖਾ ਤਰੀਕਾ ਹੋ ਜਾਂਦਾ ਵੀ ਮੈਂ ਤਾਂ ਇਹਦੇ ਨਾਲ ਹੀ ਕਰਦਾ ਰਿਹਾ, ਹਨਾ, ਜਾਂ ਮੈਂ ਇਹਦੇ ਨਾਲ ਹੀ ਕਰਦੀ ਰਹੀ ਹੈਗੀ। ਤਾਂ ਤੁਹਾਨੂੰ ਕਦੇ ਨਾ ਕਦੇ ਤਾਂ ਅਲੱਗ ਹੋਣਾ ਹੀ ਪੈਂਦਾ, ਤਾਂ ਇੰਨਾ ਡਿਪੈਂਡੈਂਟ ਨਾ ਹੋ ਵੀ ਤੁਸੀਂ ਉਸ ਤੋਂ ਬਿਨਾਂ ਕੁਝ ਕਰ ਨਾ ਸਕੋ, ਹਨਾ। ਕਿਤੇ ਜਾਣਾ, ਵਰਕ ਲੱਭਣਾ ਜਾਂ ਕੁਝ ਵੀ, ਕੋਸ਼ਿਸ਼ ਕਰੋ ਤੁਸੀਂ ਇਕੱਲੇ ਹੀ ਉਸ ਚੀਜ਼ਾਂ ਨੂੰ ਐਕਸਪਲੋਰ ਕਰਨ ਦੀ, ਕਿਉਂਕਿ ਹੌਲੀ ਤੁਸੀਂ ਉਸ ਚੀਜ਼ ਦੇ ਯੂਜ਼ ਟੂ ਹੋਵੋਗੇ ਤਾਂ ਤੁਹਾਨੂੰ ਪਤਾ ਲੱਗੂਗਾ। ਜੇ ਤੁਸੀਂ ਕਿਸੇ ਗਰੁੱਪ 'ਚ ਕਰਦੇ ਹੋ ਤਾਂ ਬਹੁਤ ਵਧੀਆ, ਪਰ ਕਦੇ ਨਾ ਕਦੇ ਤੁਹਾਨੂੰ ਇਕੱਲਿਆਂ ਨੂੰ ਵੀ ਲੋੜ ਪੈ ਸਕਦੀ ਹੈ। ਮੇਬੀ ਕਿਸੇ ਨੂੰ ਕੰਮ ਮਿਲ ਗਿਆ, ਤੁਹਾਨੂੰ ਨਾ ਮਿਲਿਆ, ਜਾਂ ਤੁਹਾਨੂੰ ਕੰਮ ਮਿਲ ਗਿਆ, ਕਿਸੇ ਨੂੰ ਨਾ ਮਿਲਿਆ, ਤਾਂ ਤੁਹਾਨੂੰ ਇਕੱਲਿਆਂ ਨੂੰ ਸਰਚ ਕਰਨਾ ਪਊਗਾ। ਤਾਂ ਇਸ ਚੀਜ਼ ਤੇ ਪਹਿਲਾਂ ਧਿਆਨ ਰੱਖੋ, ਹਨਾ, ਵੀ ਜਿੰਨੀ ਜਲਦੀ ਤੁਸੀਂ ਇੰਡੀਪੈਂਡੈਂਟ ਹੋ ਸਕੋ। ਤੇ ਬਸ ਬਾਕੀ ਆਪਣੀ ਸਟੱਡੀ ਟਾਈਮ ਸਿਰ, ਜਿੰਨਾ ਵੀ ਤੁਹਾਨੂੰ ਕਿੰਨੇ ਸਾਲ ਦੀ ਤੁਹਾਡੀ ਸਟੱਡੀ ਹੈ, 2 ਸਾਲ ਦੀ, 3 ਸਾਲ ਦੀ, ਮੇਕ ਸ਼ੋਰ ਤੁਹਾਡਾ ਜਿਹੜੀ ਸਟੱਡੀ ਹੈ ਉਸ ਡਿਊਰੇਸ਼ਨ ਦੇ ਵਿੱਚ ਕੰਪਲੀਟ ਹੋਵੇ, ਕੋਈ ਤੁਹਾਡੀ ਬੈਕਲੌਗਸ ਨਾ ਹੋਣ, ਕਿਉਂਕਿ ਬੈਕਲੌਗਸ ਦਾ ਇੱਕ ਤਾਂ ਮੇਰੇ ਖਿਆਲ ਸਭ ਤੋਂ ਵੱਡਾ ਚੈਲੰਜ ਤਾਂ ਇਹ ਹੈ ਕਿ ਟਾਈਮ ਹੋਰ ਲੱਗ ਜਾਂਦਾ ਹੈ, ਤੁਹਾਡੀ ਪੜ੍ਹਾਈ ਟਾਈਮ ਸਿਰ ਨਹੀਂ ਹੁੰਦੀ ਖਤਮ। ਦੂਜਾ ਹੈਗਾ ਫਾਈਨੈਂਸ਼ੀਅਲ ਜਿਹੜਾ ਬਰਡਨ ਆਉਂਦਾ ਬੰਦੇ ਤੇ, ਕਿਉਂਕਿ ਦੁਬਾਰਾ ਉਹ ਕੋਰਸ ਚੱਕਣ ਦੀ ਫੀਸ, ਆਈ ਥਿੰਕ ਇਟਸ, ਮੈਨੂੰ ਜ਼ਿਆਦਾ ਪਤਾ ਨਹੀਂ ਹੈ, ਬਟ ਆਈ ਥਿੰਕ ਇਟਸ ਈਜ਼ੀਲੀ ਅਰਾਊਂਡ 2 ਜਾਂ 3 ਹਜ਼ਾਰ ਉਹ ਤੋਂ ਵੀ ਜ਼ਿਆਦਾ ਡਾਲਰ ਤੁਹਾਡੇ ਲੱਗ ਸਕਦੇ ਆ। ਤੇ ਆਈ ਥਿੰਕ ਹੈਰੀ ਮੇਰੇ ਤੋਂ ਪਹਿਲਾਂ ਆਇਆ ਸੀ, ਤੇ ਹੈਰੀ ਨੇ ਆਈ ਥਿੰਕ ਸ਼ਾਇਦ ਕੇਸਿਸ ਇਹੋ ਜਿਹੇ ਐਨਕਾਊਂਟਰ ਕੀਤੇ ਹੋਣ, ਮੈਂ ਵੀ ਕੀਤੇ ਸੀਗੇ ਮੇਰੇ ਕਾਲਜ ਦੇ ਵਿੱਚ। ਬੰਦੇ ਕਈਆਂ ਦੇ ਲੇਟ ਹੋ ਗਏ ਸੀਗੇ, ਐਂਡ ਦੇ ਸਫਰਡ ਹਿਊਜ ਫਾਈਨੈਂਸ਼ੀਅਲ ਲਾਸਿਸ ਐਸ ਵੈਲ। ਤੇ ਇੱਕ ਤਾਂ ਮੈਂਟਲ ਹਾਰਡਸ਼ਿਪ ਵੀ ਹੁੰਦੀ ਹੈ, ਦੁਬਾਰਾ ਤੋਂ ਉਹੀ ਕੋਰਸ ਚੱਕਣਾ, ਫਿਰ ਪੈਸੇ ਕਿੱਥੋਂ ਅਰੇਂਜ ਕਰਨੇ, ਕਿਉਂਕਿ ਲਿਮਿਟਡ ਆਵਰਸ ਹੁੰਦੇ ਕੰਮ ਕਰਨ ਦੇ, 20 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਦੇ। ਇਹਦੇ ਵਿੱਚ ਬੱਚੇ ਕੀ ਕਰਦੇ, ਫਿਰ ਕੈਸ਼ ਤੇ ਕੰਮ ਪਾਲਦੇ ਆ, ਫਿਰ ਹੋਰ ਸਿਚੁਏਸ਼ਨ ਨੂੰ ਐਗਰੀਵੇਟ ਕਰਦੀ ਹੈ ਪ੍ਰੋਬਲਮ ਨੂੰ। ਤੇ ਇਹਦੇ ਵਿੱਚ ਤੁਹਾਡਾ ਕੀ ਵਿਚਾਰ ਹੈ? ਕਿ ਇਹਦੇ 'ਚ ਮੈਂ ਇਹੀ ਕਹੂੰਗਾ ਵੀ ਮੈਂ ਇਹੋ ਜਿਹੇ ਬਹੁਤ ਕੇਸ ਦੇਖੇ ਹੈਗੇ, ਜੇ ਕੋਈ ਇੱਥੇ ਸਟੱਡੀ ਬੇਸ ਤੇ ਆਉਂਦਾ ਗਾ, ਤਾਂ ਜਦੋਂ ਵੀ ਤੁਹਾਡਾ ਵਰਕ ਪਰਮਿਟ ਹੋਣਾ ਜਾਂ PR ਹੋਣੀ ਆ, ਉਹਦੇ 'ਚ ਮੇਬੀ ਤੁਹਾਡਾ ਇਹ ਸਟੇਟਸ ਦੇਖਣਗੇ ਤੁਸੀਂ ਸਟੱਡੀ ਨੂੰ ਕਿਵੇਂ ਆਪਦਾ ਕੰਪਲੀਟ ਕੀਤਾ ਗਾ, ਹਨਾ। ਜੇ ਉਹ ਮੇਬੀ ਦੇਖਦੇ ਆ ਤੁਹਾਡੇ, ਮੈਨੂੰ ਇਹ ਨਹੀਂ ਪਤਾ ਵੀ ਉਹ ਕਿੰਨਿਆਂ ਦੇ ਦੇਖਦੇ ਆ, ਮੇਬੀ ਤੁਹਾਡੀ ਪ੍ਰੋਫਾਈਲ ਉਹਨਾਂ ਦੇ ਸਾਹਮਣੇ ਆ ਜਾਂਦੀ ਆ, ਤਾਂ ਉਹਦੇ 'ਚ ਇਹ ਹੁੰਦਾ ਵੀ ਕਈ ਸਟੂਡੈਂਟ ਵਰਕ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇ ਦਿੰਦੇ ਆ, ਹਨਾ। ਹਾਂਜੀ, ਬਹੁਤ। ਮੈਂ ਇੱਕ ਮੁੰਡੇ ਨੂੰ ਜਾਣਦਾ, ਉਹਦੀ ਸਟੋਰੀ ਦੱਸ ਦਿੰਦਾ। ਉਹ ਕਹਿੰਦਾ ਵੀ ਪਹਿਲਾਂ ਉਹਨੇ ਕੋਈ ਕੰਮ ਦੇ ਚੱਕਰ 'ਚ ਅਸਾਈਨਮੈਂਟ ਛੱਡਤੀ। ਅੱਛਾ ਜੀ। ਅਸਾਈਨਮੈਂਟ ਉਹ ਕਾਫੀ ਪਰਸੈਂਟੇਜ ਦੀ ਸੀ, ਮੇਬੀ ਸ਼ਾਇਦ 40% ਸੀਗੀ, ਹਨਾ, ਟੋਟਲ 100 'ਚੋਂ 40%, ਤੇ ਉਹ ਛੱਡਤੀ, ਸਿੱਧੀ ਗਈ।
ਤੇ ਉਹਦੇ ਚੋਂ ਵੀ ਮੇਬੀ ਉਹਦੇ ਨੰਬਰ ਥੋੜੇ ਬਹੁਤ ਲੱਗ ਗਏ ਸੀ ਜਾਂ ਕੁਝ ਵੀ, ਮੈਨੂੰ ਪਤਾ ਨਹੀਂ ਹੈਗਾ। ਫਿਰ ਉਹ ਕਹਿੰਦਾ ਸੀ ਮੈਂ ਤਾਂ ਫੇਲ ਹੋਈ ਪਿਆ, ਫਿਰ ਉਹਨੇ ਇੱਕ ਐਗਜ਼ਾਮ ਛੱਡਤਾ। ਤਾਂ ਕੰਮ ਦੇ ਚੱਕਰ 'ਚ ਜਦੋਂ ਤੁਸੀਂ ਅਸਾਈਨਮੈਂਟ ਐਗਜ਼ਾਮ ਛੱਡਣ ਲੱਗ ਜਾਂਦੇ ਹੋ, ਇੱਕ ਤਾਂ ਤੁਹਾਡੀ ਸਪਲੀ ਆ ਗਈ ਹੈ ਨਾ, ਉਹਦਾ $2000 ਤੋਂ $2500 ਤੁਹਾਨੂੰ ਭਰਨਾ ਪੈਂਦਾ ਗਾ, ਪੈਸੇ ਗਏ, ਉੱਤੋਂ ਟਾਈਮ ਗਿਆ। ਇਹ ਵੀ ਨਹੀਂ ਪਤਾ ਹੁਣ ਦੂਜੀ ਵਾਰ 'ਚ ਦੁਬਾਰੇ ਤੁਸੀਂ ਪੜ੍ਹੋਗੇ, ਤੁਹਾਡਾ ਮਨ ਕਰੂਗਾ ਪੜ੍ਹਨ ਦਾ ਹੈ ਨਾ, ਤੁਸੀਂ ਪੇਪਰ ਦਓਗੇ ਜਾਂ ਨਹੀਂ ਦਓਗੇ, ਤੇ ਉਹ ਚੀਜ਼ ਲੰਕਦੀ ਜਾਂਦੀ ਹੈ। ਤੁਸੀਂ 1.5 ਸਾਲ ਦੀ ਸਟੱਡੀ ਲਈ ਆ। ਜ਼ਿਆਦਾਤਰ ਇਹ ਕਰਦੇ ਆ ਜਿਹੜੇ ਬੱਚੇ ਛੋਟੇ ਆਉਂਦੇ ਆ ਨਾ, +2 ਵਾਲੇ ਆਉਂਦੇ ਆ, ਕਿਉਂਕਿ ਗ੍ਰੈਜੂਏਸ਼ਨ ਜਿਨ੍ਹਾਂ ਨੇ ਕੀਤੀ ਹੁੰਦੀ ਹੈ, ਮਾਸਟਰਸ ਕੀਤੀ ਹੁੰਦੀ ਆ, ਉਹਨਾਂ ਨੂੰ ਹਾਂ ਕੰਪਾਰਟਮੈਂਟ ਜਾਂ ਸਪਲੀ ਦਾ ਪਤਾ ਹੁੰਦਾ ਉਹਨਾਂ ਨੂੰ ਵੀ, ਜੇ ਇੱਕ ਵਾਰ ਫਸ ਗਈ ਤਾਂ ਅੱਗੇ ਔਖਾ ਕਰਦੀ ਹੈਗੀ ਉਹ। ਤੇ ਕੌਣ ਉਹਦੇ ਤੇ ਟਾਈਮ ਦੁਬਾਰਾ ਲਾਵੇ ਹੈ ਨਾ, ਕਿਹੜਾ ਉਹਦੇ ਦੁਬਾਰੇ ਪੈਸੇ ਭਰੇ। ਤੇ ਇਹ ਵੀ ਨਹੀਂ ਕਿ ਤੁਹਾਨੂੰ ਕੋਰਸ ਰਾਈਟ ਅਵੇ ਤੁਹਾਨੂੰ ਮਿਲ ਜਾਂਦਾ ਹੈ ਨੈਕਸਟ ਮੰਥ ਜਾਂ ਕਈ ਵਾਰ ਤੁਹਾਨੂੰ 8 ਮਹੀਨੇ ਦੀ ਵੇਟਿੰਗ ਕਰਨੀ ਪੈਂਦੀ ਹੈ, ਕਿਉਂਕਿ ਕੋਰਸ ਕਈ ਵਾਰ ਫਾਲ ਦੇ ਵਿੱਚ ਅਵੇਲੇਬਲ ਹੁੰਦਾ ਹੈ, ਕਈ ਵਾਰ ਵਿੰਟਰ 'ਚ ਅਵੇਲੇਬਲ ਹੁੰਦਾ ਹੈ, ਤੁਸੀਂ ਫਾਲ ਦੇ ਵਿੱਚ ਆਏ ਹੁੰਦੇ ਹੋ ਯੂ نو। ਤੇ ਉਹ ਚੀਜ਼ ਵੀ ਉਸ ਗੱਲ ਦਾ ਵੀ ਪਲੀਜ਼ ਧਿਆਨ ਰੱਖਿਓ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ, ਸੁਣ ਰਹੇ ਨੇ। ਬਿਲਕੁਲ ਇਹ ਚੀਜ਼ ਕਰ ਜਾਂਦੀ ਹੈ ਹਾਂ ਵੀ ਟਾਈਮ ਉਹਨਾਂ ਦਾ ਜਾਂਦਾ ਹੈ ਨਾ, ਕਈ ਵਾਰ 8 ਮਹੀਨੇ ਦਾ ਵੀ ਜਾ ਸਕਦਾ, ਕਿਉਂਕਿ ਹੋ ਸਕਦਾ ਉਹ ਨੈਕਸਟ ਸਮੈਸਟਰ 'ਚ ਅਵੇਲੇਬਲ ਹੀ ਨਾ ਹੋਵੇ ਉਹ ਕੋਰਸ ਹੈ ਨਾ, ਕਿਉਂਕਿ ਉਹ ਇਨਟੇਕ ਹੀ ਨਾ ਹੋਵੇ ਉਹ ਕੋਰਸ ਦਾ। ਤੇ 8 ਮਹੀਨੇ ਵੀ ਲੱਗ ਸਕਦਾ, ਕਿੰਨਾ ਵੀ ਟਾਈਮ ਲੱਗ ਸਕਦਾ, ਤੁਹਾਡਾ ਉੱਪਰ ਦੀ ਟਾਈਮ ਗਿਆ ਹੈ ਨਾ, ਤੁਸੀਂ ਵਰਕ ਪਰਮਿਟ ਤੇ ਆਉਣਾ ਸੀਗਾ, ਤੇ ਬਾਕੀ ਤੁਹਾਡੇ ਫਾਈਨੈਂਸ਼ੀਅਲ ਬਰਡਨ ਆ ਜਾਂਦਾ ਨਾ। ਮਤਲਬ ਤੁਸੀਂ ਸ਼ਾਇਦ ਕੰਮ ਵੀ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਜਦ ਤੱਕ ਤੁਸੀਂ ਇੱਕ ਐਕਟਿਵ ਸਟੇਟਸ ਨਹੀਂ ਹੈਗੇ ਹੋ। ਹਾਂ ਕੁਝ ਕੰਡੀਸ਼ਨਸ ਇਦਾਂ ਦੀ ਵੀ ਕੁਝ ਕੰਡੀਸ਼ਨ ਹੋ ਸਕਦੀ ਹੈ। ਤੇ ਇਹਦੇ ਚ ਮੇਨ ਚੱਕਰ, ਸਭ ਤੋਂ ਪਹਿਲਾ ਚੈਲੰਜ ਜਿਹੜਾ ਆ ਜਾਂਦਾ, ਜਿਹੜਾ ਵੀ ਸਬਜੈਕਟ ਕਿਸੇ ਦਾ ਰਹਿੰਦਾ, ਉਹ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਪਲੈਜਰਿਜ਼ਮ। ਹਾਂਜੀ, ਪਲੈਜਰਿਜ਼ਮ ਬਾਰੇ ਕਾਫੀ ਜਾਣਿਆਂ ਨੂੰ ਮੇਬੀ ਜਿਹੜੇ ਮਾਸਟਰਸ ਜਾਂ ਜਿਹੜੇ ਥੀਸਿਸ ਵਗੈਰਾ ਲਿਖਦੇ ਉਹਨਾਂ ਨੂੰ ਤਾਂ ਪਤਾ ਪਲੈਜਰਿਜ਼ਮ ਬਾਰੇ, ਪਰ ਜਿਹੜੇ ਕਾਫੀ ਸਟੂਡੈਂਟ ਆਉਂਦੇ, ਮੈਨੂੰ ਵੀ ਇੱਥੇ ਆ ਕੇ ਪਤਾ ਲੱਗਿਆ ਸੀ ਪਲੈਜਰਿਜ਼ਮ ਚੀਜ਼ ਕੀ ਹੁੰਦੀ ਹੈ। ਪਲੈਜਰਿਜ਼ਮ ਵੀ ਜੋ ਵੀ ਆਪਾਂ ਚੀਜ਼ ਕਾਪੀ ਕਰਦੇ ਆ, ਤੁਸੀਂ ਇੰਟਰਨੈਟ ਤੋਂ ਹੂਬਹੂ ਕਾਪੀ ਨਹੀਂ ਕਰ ਸਕਦੇ। ਜੇ ਤੁਸੀਂ ਕਿਸੇ ਤੋਂ ਰੈਫਰੈਂਸ ਲੈਣੀ ਵੀ ਆ ਤਾਂ ਪਹਿਲਾਂ ਤਾਂ ਉਹਨੂੰ ਰੈਫਰ ਕਰੋਗੇ ਵੀ ਮੈਂ ਆਹ ਕਿਤਾਬ ਤੋਂ ਜਾਂ ਵੈਬਸਾਈਟ ਤੋਂ ਇੱਥੋਂ ਆਹ ਲਿੰਕ ਚੋਂ ਆਹ ਚੀਜ਼ ਚੱਕੀ ਆ, ਤੇ ਜੇ ਚੱਕੀ ਵੀ ਆ ਤਾਂ ਵੀ ਤੁਸੀਂ ਉਹ ਹੂਬਹੂ ਲਿਖ ਨਹੀਂ ਸਕਦੇ ਤੇ ਪੂਰਾ ਨਹੀਂ ਲਿਖ ਸਕਦੇ ਵੀ ਉਹਦਾ 10% ਜਿਹੜਾ ਤੁਹਾਨੂੰ ਆਰਟੀਕਲ ਜਾਂ ਅਸਾਈਨਮੈਂਟ ਬਣਾਉਣੀ ਦਿੱਤੀ ਆ ਉਹਦਾ ਤੁਸੀਂ 10% ਜਾਂ 20% ਕਿਸੇ ਆਰਟੀਕਲ ਚੋਂ ਲੈ ਸਕਦੇ ਹੋ। ਇਹ ਨਹੀਂ ਤੁਸੀਂ ਸਾਰਾ ਆਰਟੀਕਲ ਹੀ ਕਾਪੀ ਪੇਸਟ ਕਰਤਾ ਹਨਾ, ਉਹਦੇ 10-20% ਲੈ ਸਕਦੇ ਹੋ, ਉਹ ਵੀ ਤੁਸੀਂ ਆਪਣੀ ਵਰਡਿੰਗ 'ਚ ਲਿਖਣਾ ਹੁੰਦਾ। ਇਹ ਨਹੀਂ ਤੁਸੀਂ ਸਿੱਧਾ ਹੀ ਆਪਾਂ ਕਾਪੀ ਪੇਸਟ ਕਰਤਾ ਹਨਾ, ਤੇ ਉਸ ਵੈਬਸਾਈਟ ਨੇ ਉਹਨੂੰ ਤੁਸੀਂ ਲਿੰਕ ਦੇਣਾ ਹੁੰਦਾ। ਤੇ ਇਸ ਚੀਜ਼ ਤੇ ਕਾਫੀ ਕਾਲਜ ਨੇ ਜਿਹੜੇ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੁੰਦੇ ਹੈਗੇ। ਤਾਂ ਸਭ ਤੋਂ ਪਹਿਲਾਂ ਜਿਹੜਾ ਲੋਕਾਂ ਨੂੰ ਤੋੜਦੀ ਹੈ ਚੀਜ਼ ਉਹ ਪਲੈਜਰਿਜ਼ਮ ਹੀ ਆ, ਤੇ ਇਹ ਪੈ ਗਈ ਪਹਿਲੀ ਅਸਾਈਨਮੈਂਟ 'ਚ ਤੁਹਾਡੀ 0 ਲੱਗ ਕਾਫੀ ਹੱਦ ਤੱਕ। ਹਾਂਜੀ, ਆਈ ਥਿੰਕ ਕੁਝ ਕੇਸਿਸ 'ਚ ਤੁਹਾਨੂੰ ਫਰਸਟ ਟਾਈਮ ਤੁਹਾਨੂੰ ਸ਼ਾਇਦ ਟੀਚਰ ਮਾਫ ਕਰ ਦੇਵੇ, ਸਿਰਫ ਤੁਹਾਨੂੰ ਅਸਾਈਨਮੈਂਟ 0 ਦੇ ਦੇਵੇ, ਬਟ ਜੇ ਸੈਕਿੰਡ ਜਾਂ ਥਰਡ ਟਾਈਮ ਹੈਗਾ, ਸੈਕਿੰਡ ਟਾਈਮ ਦੇ ਵਿੱਚ ਆਈ ਥਿੰਕ ਤੁਹਾਨੂੰ ਉਸ ਕੋਰਸ 'ਚੋਂ ਕੱਢ ਦਿੰਦੇ ਆ, ਥਰਡ ਟਾਈਮ ਤੁਹਾਨੂੰ ਉਸ ਪੂਰੇ ਪ੍ਰੋਗਰਾਮ 'ਚੋਂ ਐਕਸਪੈਲ ਕਰ ਸਕਦੇ ਆ ਕਿ ਤੁਸੀਂ ਇਸ ਪ੍ਰੋਗਰਾਮ ਲਈ ਐਲੀਜੀਬਲ ਨਹੀਂ ਹੋਣ। ਤੇ ਹਾਲਾਂਕਿ ਆਪਣੇ ਜਿਹੜੇ ਕੁਝ ਆਉਂਦੇ, ਕੁਝ ਮੈਂ ਨਹੀਂ ਕਹਿ ਰਿਹਾ ਕਿ ਇੰਡੀਅਨ ਸੀ, ਕਈ ਵਾਰ ਕਿਆ ਪਤਾ ਬਾਕੀ ਜਿਹੜੇ ਕੰਟਰੀਜ਼ ਆਉਂਦੇ ਉਹ ਵੀ ਕਰਦੇ ਹੋਣ, ਬਟ ਥਿੰਗ ਇਜ਼ ਕਿ ਇਹ ਬਹੁਤ ਇੱਕ ਚੀਜ਼ ਹੈਗੀ ਹੈ ਕਿ ਆਪਾਂ ਸੀਰੀਅਸਲੀ ਨਹੀਂ ਲੈਂਦੇ ਕਿ ਚਲੋ ਟੀਚਰ ਨੇ ਇੱਕ ਵਾਰ ਜੇ 0 ਦੇਤਾ ਤਾਂ ਇਟਸ ਨਾਟ ਅ ਬਿਗ ਡੀਲ। ਸਾਰਾ ਕੁਝ ਉਹਨਾਂ ਦੇ ਰੈਕਡ ਦੇ ਵਿੱਚ ਜਾਂਦਾ ਹੈਗਾ, ਉਹ ਦੇਖਦੇ ਸਾਰਾ ਕੁਝ, ਐਂਡ ਇਫ ਇਟਸ ਦੁਬਾਰਾ ਜਦੋਂ ਹੁੰਦੀ ਹੈ ਚੀਜ਼ ਇਹ, ਤੇ ਉਹਨਾਂ ਕੋਲ ਫਿਰ ਕੋਈ ਆਪਸ਼ਨ ਨਹੀਂ ਬਚਦੀ, ਉਹਨਾਂ ਨੂੰ ਫਿਰ ਕੋਈ ਐਕਸਟ੍ਰੀਮ ਉਹਨਾਂ ਨੂੰ ਕੋਈ ਸਟੈਪ ਲੈਣਾ ਪੈਂਦਾ। ਤੇ ਜਸਟ ਬਿਕੋਜ਼ ਕਿਉਂਕਿ ਇਹੋ ਜਿਹੇ ਕੁਝ ਕੇਸਿਸ ਹੋਏ ਆ ਪਿਛਲੇ 2-3 ਸਾਲ ਦੇ ਵਿੱਚ, ਜਿਨ੍ਹਾਂ ਨੇ ਕੇਸਿਸ ਆਪਣੇ ਕਾਫੀ ਕੇਸਿਸ ਆਏ ਆ ਚੀਟਿੰਗ ਦੇ ਕਰਦੇ ਆਏ, ਤੇ ਕਾਲਜਸ ਨੂੰ ਐਜ਼ ਅ ਐਂਡ ਰਿਜ਼ਲਟ ਉਹਨਾਂ ਨੂੰ ਸਟ੍ਰਿਕਟ ਹੋਣਾ ਪਿਆ। ਬਿਲਕੁਲ ਸਾਡੇ ਕਾਲਜ 'ਚ ਵੀ ਇਹੀ ਹੋਇਆ ਸੀਗਾ। ਸਾਡੇ ਨਾਲ ਜਿਹੜਾ ਹੈਡ ਆਫ ਡਿਪਾਰਟਮੈਂਟ ਸੀਗੇ, ਉਹ ਪਹਿਲਾਂ ਜਿਹੜਾ ਸੀਗਾ ਉਹ ਬਹੁਤ ਲੀਨੀਅੰਟ ਸੀਗਾ, ਮਤਲਬ ਪਲੈਜਰਿਜ਼ਮ ਲੋਕ ਕਰੀ ਜਾਂਦੇ ਸੀਗੇ। ਇਹ ਕਾਲਜ ਟੂ ਕਾਲਜ ਡਿਪੈਂਡ ਕਰਦਾ, ਕਿਸੇ ਵਿੱਚ ਤਾਂ ਥੋੜੀ ਜਿਹੀ ਪਲੈਜਰਿਜ਼ਮ ਆ। ਜਿਵੇਂ ਮੈਂ 2 ਕਾਲਜ ਸਟੱਡੀ ਕੀਤੀ ਆ, ਪਹਿਲਾ ਮੇਰਾ ਕਾਲਜ ਸੀਗਾ ਫਲੈਮਿੰਗ ਜਿਹੜਾ ਲੈਂਜ਼ੀ ਮੈਂ ਦੱਸਿਆ, ਦੂਜਾ ਮੇਰਾ ਕਾਲਜ ਸੀਗਾ ਹੰਬਰ। ਮੈਂ 1 ਸਾਲ ਦੇ 2 ਕੋਰਸ ਕੀਤੇ ਆ, ਤੇ ਹੰਬਰ ਜਿਹੜਾ ਸੀ ਉਹ ਬਹੁਤ ਸਟ੍ਰਿਕਟ ਸੀਗਾ ਪਲੈਜਰਿਜ਼ਮ ਨੂੰ ਲੈ ਕੇ, ਜਿਹੜਾ ਫਲੈਮਿੰਗ ਸੀਗਾ ਉਹ ਲੀਨੀਅੰਟ ਸੀਗਾ। ਤਾਂ ਜਿਹੜਾ ਸਾਡਾ ਹੈਡ ਆਫ ਡਿਪਾਰਟਮੈਂਟ ਸੀਗਾ, ਤੇ ਉਹ ਪਹਿਲਾਂ ਲੀਨੀਅੰਟ ਚੱਲ ਰਿਹਾ, ਬਿਲਕੁਲ ਲੋਕ ਪਲੈਜਰਿਜ਼ਮ ਕਰ ਰਹੇ, ਅਸਾਈਨਮੈਂਟ ਦੇਤੀ, ਕੋਈ ਮੈਥੇ ਕਿੱਦਾਂ ਕੇਸ ਆ ਗਿਆ, ਚਲੋ ਕੋਈ ਹਾਂ, ਉਹ ਮਤਲਬ ਉਹ ਕੁਝ ਗੋਲਦਾ ਹੀ ਨਹੀਂ ਸੀਗਾ, ਉਹਨੇ ਕਦੇ ਕੁਝ ਤੇ ਪਲੈਜਰਿਜ਼ਮ ਲਾਈ ਹੀ ਨਹੀਂ। ਹਾਲਾਂਕਿ ਉਹਨੂੰ ਵੀ ਪਤਾ ਲੱਗੀ ਜਾਂਦਾ ਉਹ ਵੀ ਅਸਾਈਨਮੈਂਟ ਸਿਮਿਲਰ ਆ ਰਹੀਆਂ ਨੇ, ਤਾਂ ਉਹ ਕੁਝ ਨਹੀਂ ਕਰਦਾ। ਹੋਇਆ ਕਿ 6 ਮਹੀਨੇ ਸਾਡੇ ਲੰਘੇ ਤੇ ਲਾਸਟ 2 ਮਹੀਨੇ ਰਹਿ ਗਏ ਸੀ, ਉਹ ਛੁੱਟੀ ਤੇ ਚਲਿਆ ਗਿਆ। ਅੱਛਾ, ਤੇ ਸਾਡੀ ਇੱਕ ਹੋਰ ਟੀਚਰ ਸੀਗੀ ਲੈਬ ਵਾਲੀ, ਉਹ ਫੀਮੇਲ ਸੀਗੀ ਉਹ, ਤੇ ਉਹ ਹੈਡ ਆਫ ਡਿਪਾਰਟਮੈਂਟ ਬਣ ਗਈ ਵੀ ਥੋੜੇ ਟਾਈਮ ਲਈ। ਤੇ ਹੁਣ ਅਸਾਈਨਮੈਂਟ ਸਭ ਕੁਝ ਉਹਦੇ ਹਵਾਲੇ ਸੀਗਾ, ਤੇ ਉਹਨੇ ਚੈੱਕ ਕੀਤੀ, ਲੱਗੀ ਮੈਂ ਕਹਿੰਦਾ ਘੱਟੋ ਘੱਟ ਅਸੀਂ ਜੇ 25 ਸਟੂਡੈਂਟ ਸੀ ਉਹ ਚੋਂ ਘੱਟੋ ਘੱਟ 15-20 ਤੇ ਪਲੈਜਰਿਜ਼ਮ ਪੈ ਗਈ, ਤੇ ਅਸਾਈਨਮੈਂਟ ਚੋਂ 0।
ਤੇ ਇੱਕ ਦੋ ਕੋਰਸ ਚੋਂ ਵੀ ਰਹਿ ਗਏ ਸੀਗੇ ਸਾਰੇ। ਡਰਨ ਵੀ ਸਾਡੇ ਤੇ ਪਲੈਜਰਿਜ਼ਮ ਪੈ ਗਈ ਹਨਾ, ਕਿਉਂਕਿ ਉਹ ਜਮੀ ਚੇਪਾ ਮਾਰੀ ਜਾਂਦੇ ਸੀਗੇ। ਤੇ ਇਹ ਚੀਜ਼ਾਂ ਹੁੰਦੀਆਂ ਨੇ ਵੀ ਜਿੰਨਾ ਚਿਰ ਕੋਈ ਲੀਨੀਅੰਟ ਚੱਲ ਰਿਹਾ ਹਨਾ, ਜਦੋਂ ਆਪਾਂ ਉਸ ਚੀਜ਼ ਨੂੰ ਐਕਸਪਲੋਇਟ ਕਰਦੇ ਆ ਜਾਂ ਆਪਾਂ ਸਮਝਦੀ ਨਹੀਂ ਹੈਗੇ ਵੀ ਐਵੇਂ ਹੀ ਚੱਲੀ ਜਾਂਦਾ ਹਨਾ, ਤਾਂ ਉਹ ਨਵੀਂ ਚੇਂਜ ਹੋਈ ਸੀ, ਉਹਨਾਂ ਨੂੰ ਉਸ ਚੀਜ਼ ਦੀ ਆਦਤ ਪਈ ਹੋਈ ਸੀਗੀ। ਮਤਲਬ ਅਸਾਈਨਮੈਂਟ ਕਿਹੜਾ ਸੀਗਾ ਵੀ ਇੱਕ ਤੋਂ ਲੈ ਲਈ 10 ਨਹੀਂ ਕਰ ਲਈ ਹਨਾ, ਕੋਈ ਵੀ ਟਾਈਮ ਨਹੀਂ ਸਪੈਂਡ ਕਰਨਾ ਚਾਹੁੰਦਾ ਹੁੰਦਾ ਵੀ ਮੈਨੂੰ ਰਿਸਰਚ ਕਰਨੀ ਪਵੇ ਅਸਾਈਨਮੈਂਟ ਬਣਾਵਾਂ ਹਨਾ। ਤਾਂ ਇਹ ਚੀਜ਼ ਦਾ ਵੀ ਹਾਲੇ ਉਹਨਾਂ ਦੀ ਪਹਿਲੀ ਸੀਗੀ ਤਾਂ ਉਹਨਾਂ ਦੀ ਅਸਾਈਨਮੈਂਟ 'ਚੋਂ 0 ਲਾਈ। ਉਹਨਾਂ ਨੇ ਬਹੁਤ ਰਿਕੁਐਸਟ ਕੀਤੀ ਉਹਨੂੰ ਵੀ ਸਾਡੀ 0 ਨਾ ਲਾ, ਤਾਂ ਪਰ ਉਹ ਨਹੀਂ ਮੰਨੀ, ਉਹਨੇ ਪਲੈਜਰਿਜ਼ਮ ਪਾ ਕੇ ਉਹਦੇ 'ਚ 0 ਲਾਤੀ। ਤੇ ਖੈਰ ਉਹਦੇ 'ਚ ਅੱਗੇ ਇਹ ਵੀ ਹੁੰਦਾ ਵੀ ਜੇ ਫਿਰ ਦੁਬਾਰਾ ਤੋਂ ਪਲੈਜਰਿਜ਼ਮ ਕਰਦੇ ਆ ਫਿਰ ਆਪਣੀ ਪੂਰੇ ਮੈਨੂੰ ਲੱਗਦਾ ਕੋਰਸ 'ਚੋਂ 0 ਲੱਗ ਜੀ ਹਨਾ, ਇੱਕ ਅਸਾਈਨਮੈਂਟ 'ਚੋਂ 0 ਲੱਗਦੀ ਫਿਰ ਪੂਰੇ ਸਬਜੈਕਟ 'ਚੋਂ ਫੇਲ ਕਰ ਦਿੰਦੇ ਆ ਹਨਾ। ਫਿਰ ਜੇ ਤੀਜੇ 'ਚ ਕਰਦੇ ਆ ਫਿਰ ਮੈਨੂੰ ਲੱਗਦਾ ਪੂਰੇ ਕੋਰਸ 'ਚੋਂ ਫੇਲ ਕਰ ਦਿੰਦੇ ਆ ਕੁਝ ਹੁੰਦਾ। ਹਾਂਜੀ, ਤੇ ਚੌਥੇ 'ਚ ਤੁਸੀਂ ਮੈਨੂੰ ਲੱਗਦਾ ਐਕਸਪੈਲ ਹੀ ਹੋ ਜਾਂਦੇ ਆਈ ਥਿੰਕ ਸੋ। ਹਾਂਜੀ, ਐਵੇਂ ਕੁਝ ਹੁੰਦਾ। ਤੇ ਇਹ ਚੀਜ਼ ਉਹ ਆਪਣੀ ਜਿਹੜੀ ਤੁਹਾਡੀ ਅਫੀਸ਼ੀਅਲ ਜਿਹੜੀ ਟ੍ਰਾਂਸਕ੍ਰਿਪਟ ਆਉਂਦੀ ਹੈ ਉਹ ਕਈ ਵਾਰ ਉਹਦੇ ਨਾਲ ਵੀ ਅਟੈਚ ਕਰਕੇ ਉਹ ਦੇ ਦਿੰਦੇ ਆ। ਤੇ ਇਹ ਚੀਜ਼ਾਂ ਆਪਣੇ ਕਾਲਜ ਹੋਈਆਂ ਸੀਗੀਆਂ, ਨਾਇਗਰਾ ਕਾਲਜ ਵੀ, ਤੇ ਉਹਦੇ ਵਿੱਚ ਇਹ ਹੁੰਦਾ ਕਿ ਉਹ ਕਈ ਵਾਰ ਇੱਕ ਲੈਟਰ ਜਾਂ ਕੁਝ ਵੀ ਅਟੈਚ ਕਰਕੇ ਤੁਹਾਡੀ ਅਫੀਸ਼ੀਅਲ ਟ੍ਰਾਂਸਕ੍ਰਿਪਟ ਨਾਲ ਕਿ ਇਹ ਬੰਦਾ ਉਹਦੇ ਵਿੱਚ ਇਨਵੋਲਵ ਸੀਗਾ, ਕਾਫੀ ਵਾਰ ਰਿਪੀਟਡ ਵਾਇਲੇਸ਼ਨਸ ਹੋਈਆਂ ਨੇ ਪਲੈਜਰਿਜ਼ਮ ਦੀਆਂ, ਤੇ ਉਹਦੇ ਵਿੱਚ ਇਹ ਲੈਟਰ ਉਹ ਐਡ ਕਰ ਦਿੰਦੇ। ਤੇ ਜਿੰਨਾ ਹੋ ਸਕੇ ਇਹ ਚੀਜ਼ ਤੋਂ ਬਚੋ, ਜਿੰਨਾ ਆਪਣੇ ਵੱਲੋਂ ਜਿੰਨਾ ਤੁਸੀਂ ਲਿਖ ਸਕਦੇ ਹੋ ਪੈਰਾਫਰੇਜ਼ ਕਰਕੇ ਉਹਨੂੰ ਚੇਂਜ ਕਰਕੇ ਕੋਈ ਵੀ ਅਸਾਈਨਮੈਂਟ ਨੂੰ, that would be much better, ਉਹਨਾਂ ਜ਼ਿਆਦਾ ਵਧੀਆ ਰਹਿੰਦਾ ਹੈ। ਘੱਟ ਨੰਬਰ ਲੈ ਲਓ ਬੇਸ਼ੱਕ, ਉਹ ਮੈਟਰ ਨਹੀਂ ਕਰਦਾ, ਬਟ 0 would go a long way ਕਿ ਤੁਹਾਡਾ ਉਹ ਨਾ ਫਿਰ ਇੱਕ ਸੈਟਬੈਕ ਆ ਜਾਂਦਾ ਹੈ। ਜੇ ਤੁਸੀਂ ਫੜ ਜਾਂਦੇ ਹੋ, ਇੱਕ ਤਾਂ ਤੁਹਾਨੂੰ ਅਸਾਈਨਮੈਂਟ 0 ਮਿਲਦੀ ਹੈ, ਉੱਪਰੋਂ ਟੀਚਰ ਨੂੰ ਤੁਸੀਂ ਟੀਚਰ ਦੇ ਆਈਜ਼ ਦੇ ਨੋਟਿਸ 'ਚ ਆ ਜਾਂਦੇ ਹੋ ਕਿ ਇਹ ਬੱਚਾ ਥੋੜਾ ਜਿਹਾ ਹੈ ਨਾ ਹੀ ਇਜ਼ ਕਾਜ਼ਿੰਗ ਟਰਬਲ ਤੇ ਅਨਫੇਅਰ ਤਰੀਕੇ ਨਾਲ ਐਗਜ਼ਾਮਸ ਦੇ ਰਿਹਾ ਜਾਂ ਅਸਾਈਨਮੈਂਟ ਕਰ ਰਿਹਾ। ਤੇ ਇਹ ਚੀਜ਼ ਨੂੰ ਇੱਥੇ ਉਹ ਬਹੁਤ ਜ਼ਿਆਦਾ ਉਹ ਕਰਦੇ ਆ, ਬਹੁਤ ਜ਼ਿਆਦਾ ਉਹਨੂੰ ਲਾਈਕ ਸੀਰੀਅਸਲੀ ਲੈਂਦੇ ਸੀ। ਬਿਲਕੁਲ ਆਪਣੇ ਕੰਟਰੀ ਜਿਹੜਾ ਸਮਝਾਇਆ ਜਾਂਦਾ, ਆਪਾਂ ਨੂੰ ਸਮਝਾਇਆ ਜਾਂਦਾ ਕ੍ਰਾਈਮ ਕਰਨਾ ਹਨਾ, ਕੋਈ ਵੀ ਚੀਜ਼ ਆਪਾਂ ਯਾਦ ਕਰ ਲਈ ਵੀ ਹੂਬਹੂ ਲਿਖਣੀ ਆ, ਜੇ ਉਹਦੇ 'ਚ ਚੇਂਜ ਆ ਗਈ ਆਪਣੇ ਨੰਬਰ ਕੱਟੇ ਜਾਂਦੇ ਆ। ਤੇ ਇੱਥੇ ਜਿਹੜੀ ਚੀਜ਼ ਆ ਉਲਟ ਆ ਗਈ, ਇੱਥੇ ਤੁਸੀਂ ਹੂਬਹੂ ਨਹੀਂ ਲਿਖਣਾ ਹੈਗਾ, ਤੁਸੀਂ ਚੀਜ਼ ਨੂੰ ਸਮਝਣਾ ਹਨਾ, ਫਿਰ ਉਸ ਚੀਜ਼ ਨੂੰ ਪੈਰਾਫਰੇਜ਼ ਕਰਕੇ ਜਾਂ ਕੁਝ ਵੀ। ਕਈ ਵਾਰ ਤਾਂ ਮਤਲਬ ਇਸੇ ਚੀਜ਼ 'ਚ ਪ੍ਰੋਬਲਮ ਆਉਂਦੀ ਆ ਗਈ ਵੀ ਜੋ ਵੀ ਚੀਜ਼ ਆ ਹਨਾ ਆਪਾਂ ਬਿਲਕੁਲ ਉਲਟ ਸਿਸਟਮ ਆ ਜਾਂਦਾ ਪਲੈਜਰਿਜ਼ਮ 'ਚ। ਤੇ ਇਸ ਚੀਜ਼ ਦਾ ਖਾਸ ਧਿਆਨ ਰੱਖਿਓ, ਜੇ ਕੋਈ ਆਉਣ ਤੋਂ ਪਹਿਲਾਂ ਇੱਥੇ ਦੇਖ ਰਿਹਾ ਤਾਂ ਪਲੈਜਰਿਜ਼ਮ ਤੁਹਾਡੇ ਲਈ ਇੱਕ ਮੇਨ ਇੱਥੇ ਦਾ ਇਸ਼ੂ ਹੋਊਗਾ ਜਦੋਂ ਤੁਸੀਂ ਸਟੱਡੀ ਕਰਨੀ ਆ, ਕਿਉਂਕਿ ਅਸਾਈਨਮੈਂਟਸ ਕਾਪੀ ਨਹੀਂ ਕਰ ਸਕਦੇ ਤੁਸੀਂ ਹਨਾ, ਕਿਉਂਕਿ ਕੰਮ ਤੇ ਹੋਵੋਗੇ। ਕਈਆਂ ਨੂੰ ਇਹ ਹੁੰਦਾ ਵੀ ਆਪਣੀ ਕੀਤੀ ਆ ਮੇਰੀ ਵੀ ਕਰਦੇ, ਜੋ ਆਪਣੀ 'ਚ ਲਿਖਿਆ ਨਾ ਉਹ ਮੇਰੇ ਵਾਲੀ 'ਚ ਵੀ ਲਿਖ ਦੇ। ਤਾਂ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਨਾ, ਆਪਾਂ ਨੂੰ ਆਦਤ ਪਈ ਹੁੰਦੀ ਆ ਵੀ ਜੋ ਵੀ ਇੱਕ ਚੀਜ਼ ਆ ਉਹ ਸਾਰਿਆਂ ਦੀ ਸੇਮ ਹੀ ਹੋਊਗੀ ਹਨਾ, ਆਨਸਰ ਤਾਂ ਸੇਮ ਹੀ ਹੁੰਦਾ, ਪਰ ਇੱਥੇ ਉਹ ਨਹੀਂ ਹੈਗਾ ਵੀ ਇੱਥੇ ਸੇਮ ਨਹੀਂ ਹੋ ਸਕਦਾਗਾ। ਤੇ ਕੁਝ ਚੀਜ਼ਾਂ ਜਾਂ ਡੈਫੀਨੇਸ਼ਨ ਵਗੈਰਾ ਜਿਹੜੀ ਉਹ ਸੇਮ ਹੁੰਦੀ ਹੈ ਕਿਸੇ ਚੀਜ਼ ਦੀ, ਤੇ ਪਰ ਬਾਕੀ ਜੋ ਵੀ ਤੁਹਾਡਾ ਰਿਸਰਚ ਵਰਕ ਹੁੰਦਾ ਜਾਂ ਤੁਹਾਡੀ ਅਸਾਈਨਮੈਂਟਸ ਹੁੰਦੀ ਆ ਉਹ ਤੁਹਾਡਾ ਮਤਲਬ ਵੀ ਡਿਫਰੈਂਟ ਹੋਣਾ ਚਾਹੀਦਾ। ਹਾਂਜੀ, ਇਹ ਚੀਜ਼ਾਂ ਬਿਲਕੁਲ ਸਹੀ ਬਹੁਤ ਮੈਟਰ ਕਰਦੀਆਂ ਨੇ। ਤੇ ਰੀਡਿੰਗ ਵੀਕ ਦੀ ਆਪਾਂ ਗੱਲ ਕਰ ਲੈਂਦੇ ਆ ਕਿ ਇਹਨੂੰ ਕਨਫਿਊਜ਼ਨ ਹੁੰਦੀ ਰੀਡਿੰਗ ਵੀਕ ਦੀ ਕਿ ਕਿ ਰੀਡਿੰਗ ਵੀਕ 'ਚ ਆਪਾਂ ਕਿੱਦਾਂ ਕੰਮ ਕਰ ਸਕਦੇ ਹਾਂ, ਕਿ ਰੀਡਿੰਗ ਵੀਕ ਕਾਹਦੇ ਲਈ ਹੁੰਦਾ ਹੈ ਰੀਡਿੰਗ ਵੀਕ ਬੇਸਿਕਲੀ। ਤੇ ਉਹ ਹੈਰੀ ਦਾ ਆਪਾਂ ਜਾਣਦੇ ਐਕਸਪੀਰੀਅੰਸ ਕਿ ਰੀਡਿੰਗ ਵੀਕ ਨੂੰ ਕਿੱਦਾਂ ਮੈਨੇਜ ਕਰਦੇ ਆ, ਕਿ ਕੰਮ ਹੀ ਕਰਦੇ ਆ ਜਾਂ ਆਪਣੀ ਜਿਹੜਾ ਟਾਈਮ ਯੂਟਿਲਾਈਜ਼ ਕਰਦੇ ਅਸਾਈਨਮੈਂਟਸ ਕਰਨ ਨੂੰ, ਜਾਂ ਫਿਰ ਕਈ ਵਾਰ ਰੀਡਿੰਗ ਵੀਕ ਤੁਹਾਨੂੰ ਮਿਡ ਟਰਮ ਐਗਜ਼ਾਮਸ ਤੋਂ ਪਹਿਲਾਂ ਦੇ ਦਿੰਦੇ ਨੇ, ਤੇ ਉਹਦੇ ਵਿੱਚ ਕੀ ਸਟ੍ਰੈਟਜੀਜ਼ ਨੇ, ਕਿੱਦਾਂ ਬੈਲੈਂਸ ਕਰਨਾ, ਉਹ ਆਪਾਂ ਪੁੱਛਦੇ ਹਾਂ ਕਿ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਕਿ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਰੀਡਿੰਗ ਵੀਕ ਨੂੰ। ਮੈਂ ਸ਼ੁਰੂ ਕੀਤਾ ਸੀ ਆਪਣਾ ਕੋਰਸ ਜਨਵਰੀ 'ਚ, ਮੇਰਾ ਰੀਡਿੰਗ ਵੀਕ ਮੇਬੀ ਫੈਬਰੂਅਰੀ ਐਂਡ ਜਾਂ ਮਾਰਚ ਦੇ ਸ਼ੁਰੂ 'ਚ ਆ ਗਿਆ ਸੀਗਾ ਹਨਾ, ਹਫ਼ਤਾ ਕੁ ਮਿਲਦਾ ਹੁੰਦਾ ਆਪਾਂ ਨੂੰ ਰੀਡਿੰਗ ਵੀਕ ਦਾ। ਤੇ ਉਹਦੇ 'ਚ ਮੇਨਲੀ ਤਾਂ ਮੈਂ ਜਿਹੜਾ ਉਹਨਾਂ ਨੇ ਕਰਾਇਆ ਸੀ ਸਿਲੇਬਸ ਵਗੈਰਾ ਜਾਂ ਅਸਾਈਨਮੈਂਟਸ ਵਗੈਰਾ ਉਹਨਾਂ ਨੇ ਦਿੱਤੀਆਂ ਸੀਗੀਆਂ ਠੀਕ ਠਾਕ। ਤੇ ਇਸ ਚੀਜ਼ ਤੇ ਮੈਂ ਲਿਆਉਂਗਾ ਵੀ ਕਈ ਪੁੱਛ ਲੈਂਦੇ ਹੁੰਦੇ ਹਨਾ ਵੀ ਸਟੱਡੀ ਇੰਡੀਆ ਤੇ ਕੈਨੇਡਾ ਦੀ 'ਚ ਕੀ ਫਰਕ ਹੈ ਹਨਾ, ਉਹ ਆਪਾਂ ਦੱਸ ਹੀ ਚੁੱਕੇ ਆਂਗੇ। ਮੇਨ ਚੀਜ਼ ਇੱਥੋਂ ਦੀ ਸਟੱਡੀ ਮੁਸ਼ਕਿਲ ਨਹੀਂ ਹੈ ਪਰ ਹੈਕਟਿਕ ਜ਼ਰੂਰ ਆ, ਠੀਕ ਹੈ, ਹਾਰਡ ਨਹੀਂ ਹੈਗੀ ਇੱਥੋਂ ਦੀ ਸਟੱਡੀ, ਸੌਖੀ ਆ ਸਟੱਡੀ। ਜੋ ਵੀ ਚੀਜ਼ਾਂ ਤੁਸੀਂ 6ਵੀਂ 7ਵੀਂ ਜਾਂ 8ਵੀਂ 'ਚ ਪੜ੍ਹੀਆਂ ਹੁੰਦੀਆਂ ਨੇ ਉਹ ਚੀਜ਼ਾਂ ਇੱਥੇ ਤੁਹਾਨੂੰ ਪੋਸਟ ਗ੍ਰੈਜੂਏਟ ਡਿਪਲੋਮੇ 'ਚ ਪੜ੍ਹਾਉਂਦੇ ਆ। ਪਰ ਇੱਥੇ ਮੇਨ ਚੀਜ਼ ਹੈਕਟਿਕ ਹੋ ਜਾਂਦੀ ਹੈਗੀ, ਉਹ ਹੋ ਜਾਂਦੀ ਹੈਗੀ ਵੀ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਅਸਾਈਨਮੈਂਟਸ ਦੇਣੀਆਂ ਨਾ, ਕਈ ਵਾਰ ਇੱਕ ਦਿਨ 'ਚ 3-3 4-4 ਅਸਾਈਨਮੈਂਟ ਵੀ ਪੈਂਡਿੰਗ ਹੁੰਦੀਆਂ ਨੇਗੀਆਂ ਇੱਕ ਸਬਜੈਕਟ ਦੀਆਂ। ਤੇ ਖੈਰ ਉਦੋਂ ਰੀਡਿੰਗ ਵੀਕ 'ਚ ਸਾਨੂੰ ਮੈਨੂੰ ਲੱਗਦਾ ਮੇਰਾ ਤਾਂ ਅਸਾਈਨਮੈਂਟਸ ਜਾਂ ਕੰਮ ਲੱਭਦੇ ਲੰਘ ਗਿਆ ਸੀਗਾ, ਫੈਬਰੂਅਰੀ ਐਂਡ ਦੀ ਗੱਲ ਆ। ਇੱਕ ਤਾਂ ਲੱਭ ਗਿਆ ਸੀ ਸਾਨੂੰ, ਪਰ ਇੱਕ ਨਾਲ ਉਦੋਂ ਕੰਮ ਨਹੀਂ ਚੱਲਦਾ ਹੁੰਦਾ, ਉਦੋਂ ਐਂ ਹੁੰਦਾ ਵੀ ਕੁਝ ਹੋਰ ਲੱਭ ਜੇ ਹਨਾ, ਕੁਝ ਹੋਰ ਲੱਭ ਜੇ, ਕਈ ਵਾਰ ਕਿਤੇ ਆਵਰਸ ਘੱਟ ਵੱਧ ਹੁੰਦੇ ਆ। ਤੁਹਾਡਾ ਰੀਡਿੰਗ ਵੀਕ ਦਾ ਕਿਵੇਂ ਰਿਹਾ ਸੀਗਾ?
ਆਈ ਥਿੰਕ ਰੀਡਿੰਗ ਵੀਕ ਦਾ ਦੇਖੋ ਪਰਸੈਪਸ਼ਨ ਇਹ ਹੁੰਦੀ ਹੈ ਕਿ ਯਾਰ ਕੰਮ ਹੀ ਕਰਨਾ, ਆਪਾਂ ਕੰਮ ਹੀ ਕਰਨਾ, ਕੰਮ ਕਰਦੇ ਹਾਂ 40 ਘੰਟੇ, 40 ਤੋਂ ਬਾਅਦ ਜਿੰਨੇ ਘੰਟੇ ਲੱਗ ਸਕਣ, ਕਿਉਂਕਿ ਆਈ ਥਿੰਕ ਟੌਪ ਦਾ ਮਾਈਂਡ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਉਂਦੇ ਆ ਮੋਸਟਲੀ ਮਿਡਲ ਕਲਾਸ ਫੈਮਿਲੀਜ਼ ਤੋਂ ਆਉਂਦੇ ਆ, ਜਿੱਥੇ ਤੱਕ ਮੇਰਾ ਐਕਸਪੀਰੀਅੰਸ ਰਿਹਾ, ਮੈਂ ਵੀ ਮਿਡਲ ਕਲਾਸ ਫੈਮਿਲੀ ਤੋਂ ਆਉਂਦਾ ਹੈ, ਹੈਰੀ ਵੀ ਆਈ ਥਿੰਕ ਮਿਡਲ ਕਲਾਸ ਫੈਮਿਲੀ ਤੋਂ, ਤੇ ਸਾਨੂੰ ਇਹ ਹੁੰਦਾ ਕਿ ਆਪਾਂ ਫੀਸ ਕੱਢਣੀ ਹੈ ਤਾਂ ਸਾਨੂੰ ਜਿੰਨੇ ਆਵਰ ਅਸੀਂ ਕੰਮ ਤੇ ਜਾਈਏ ਉਹਨਾਂ ਸਾਡੇ ਲਈ ਜ਼ਿਆਦਾ ਵਧੀਆ ਹੈਗਾ। ਤੇ ਉਹਦੇ ਵਿੱਚ ਚੱਕਰ ਕੀ ਹੁੰਦਾ ਕਿ ਕਈ ਬੱਚੇ ਰੀਡਿੰਗ ਵੀਕ ਤੋਂ ਪਹਿਲਾਂ ਹੀ 40 ਘੰਟੇ ਸ਼ੁਰੂ ਕਰ ਦਿੰਦੇ ਆ, ਰਾਈਟ। ਕਈ ਵਾਰ ਇਹੋ ਜਿਹੇ ਕੇਸਿਸ ਵੀ ਆਏ ਕਿ ਮੈਂ ਦੇਖਿਆ ਕਿ ਬੱਚੇ ਇੱਕ ਨਾਰਮਲ ਵੀਕ ਦੇ ਵਿੱਚ ਵੀ 40 ਘੰਟੇ 40 ਆਵਰਸ ਤੋਂ ਵੀ ਉੱਪਰ ਕੰਮ ਸਟਾਰਟ ਕਰ ਦਿੰਦੇ ਆ, ਵਿਚ ਇਜ਼ ਕਈ ਵਾਰ ਉਹ ਠੀਕ ਹੈ ਜਿਹੜੇ ਬੈਲੈਂਸ ਕਰ ਸਕਦੇ ਆ ਠੀਕ ਹੈ, ਬਟ ਕੁਝ ਚੀਜ਼ਾਂ ਹੈਗੀਆਂ ਕਿ ਗਵਰਨਮੈਂਟ ਤੇ ਇੱਥੇ ਜਿਹੜੀ ਆਰਗੇਨਾਈਜੇਸ਼ਨਸ ਨੇ ਕੁਝ ਵੀ ਹੈ ਉਹ ਬਹੁਤ ਕੇਅਰਫੁਲੀ ਤੁਹਾਡਾ ਕੋਈ ਬੱਚਾ ਸੋਚਦਾ ਕਿ ਯਾਰ ਨਹੀਂ ਫਰਕ ਨਹੀਂ ਪੈਂਦਾ ਨਹੀਂ ਦੇਖਦੇ, ਬਟ ਯੂ ਨੈਵਰ ਨੋ ਕਿ ਤੁਹਾਨੂੰ ਕੌਣ ਵਾਚ ਕਰ ਰਿਹਾ। ਬਿਲਕੁਲ ਇਟਸ ਬੈਟਰ ਕਿ ਤੁਸੀਂ ਜਿੰਨਾ ਤੁਹਾਨੂੰ ਦਿੱਤਾ ਗਿਆ ਲਿਮਿਟ, ਕਿਉਂਕਿ ਇਹ ਜਿਹੜੀ ਕੰਟਰੀਜ਼ ਨੇ ਇਹ ਇੱਕ ਪ੍ਰੋਪਰ ਇੱਕ ਸਿਸਟਮ ਦੇ ਉੱਪਰ ਖੜੀਆਂ ਨੇ। ਬਿਲਕੁਲ ਭਾਵੇਂ ਤੁਹਾਡਾ ਜੌਬ ਤੋਂ ਲੈ ਕੇ ਸਟੱਡੀ ਤੋਂ ਲੈ ਕੇ ਤੁਹਾਡਾ ਸੈਟਲ ਹੋਣ ਦਾ, ਘਰ ਦਾ, ਜਿੱਦਾਂ ਵੀ ਜੋ ਵੀ ਹੈਗਾ ਸਾਰਾ ਕੁਝ ਉਹ ਇੱਕ ਪ੍ਰੋਪਰ ਇੱਕ ਸਿਸਟਮ ਤੇ ਬੈਠੇ ਹੋਏ ਹੈ। ਤੇ ਜੇ ਤੁਸੀਂ ਸਿਸਟਮ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਫਿਰ ਉਹ ਚੀਜ਼ ਫਿਰ ਉਹ ਬਹੁਤ ਜ਼ਿਆਦਾ ਨਾ, ਜਿਵੇਂ ਕਹਿ ਲਓ ਕਿ ਤੁਸੀਂ ਉਹ ਚੀਜ਼ਾਂ ਬਹੁਤ ਜ਼ਿਆਦਾ ਤੁਹਾਨੂੰ ਫਿਰ ਬਾਅਦ ਚ ਤੰਗ ਕਰਦੀਆਂ ਨੇ। ਤਾਂ ਜੇ ਤੁਸੀਂ ਪਹਿਲਾਂ ਤੋਂ ਹੀ ਰੀਡਿੰਗ ਵੀਕ ਪ੍ਰੋਪਰ ਇੱਕ ਤੁਹਾਡਾ ਪੜ੍ਹਨ ਲਈ ਬਣਿਆ ਹੈ ਤੇ ਕੰਮ ਕਰਨ ਲਈ ਬਣਿਆ 40 ਘੰਟੇ ਤੋਂ ਰੀਡਿੰਗ ਵੀਕ 'ਚ ਹੀ ਕਰਨੇ, ਤਾਂ ਰੀਡਿੰਗ ਵੀਕ 'ਚ ਹੀ ਰੱਖਣੇ ਤੁਸੀਂ 40 ਘੰਟੇ, ਸੋ ਦੈਟ ਤੁਹਾਨੂੰ ਸਟੱਡੀ ਪਰਮਿਟ, ਵਰਕ ਪਰਮਿਟ ਅਪਲਾਈ ਕਰਦੇ ਵੇਲੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ, ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੋਵੇ, ਸਾਰਾ ਕੁਝ ਹੋਵੇ ਤੇ ਆਪਣਾ ਬੈਲੈਂਸ ਬਣਾ ਕੇ ਤੁਸੀਂ ਚੱਲੋ ਤਾਂ ਵਧੀਆ ਰਹਿੰਦਾ। ਬਿਲਕੁਲ ਬਿਲਕੁਲ। ਹੋਰ ਕੰਮ ਲੱਭਣ 'ਚ ਤੁਹਾਨੂੰ ਕੀ ਮਤਲਬ ਚੈਲੰਜਸ ਆਏ ਸ਼ੁਰੂ ਦੇ? ਕੰਮ ਪਹਿਲਾਂ ਜਦੋਂ ਲੱਭੇ ਸੀਗਾ ਤੇ ਆਈ ਥਿੰਕ ਉਸ ਵੇਲੇ ਵਿੰਟਰ ਸੀਗੀਆਂ, ਵਿੰਟਰਸ ਦੇ ਵਿੱਚ ਇੱਥੇ ਕਿਉਂਕਿ ਨਾਇਗਰਾ ਬੇਸਿਕਲੀ ਹਸਪਿਟੈਲਿਟੀ ਇੰਡਸਟਰੀ ਹੈਗੀ ਹੈ, ਹੋਟਲਸ ਵਗੈਰਾ ਹੈ ਨੇ, ਅਟਰੈਕਸ਼ਨਸ ਬਹੁਤ ਘੱਟ ਨੇ ਇੱਥੇ, ਤੇ ਮੋਸਟ ਆਫ ਦਾ ਜਿਹੜੇ ਇੱਥੇ ਕੰਮ ਜਿਹੜੇ ਲੋਕ ਕਰਦੇ ਨੇ ਉਹ ਸੀਜ਼ਨਲ ਹੁੰਦੇ ਨੇ, ਲਾਈਕ ਤੁਸੀਂ ਕਹਿ ਲਓ ਕਿ ਸਪਰਿੰਗ ਅਪ੍ਰੈਲ ਤੋਂ ਲੈ ਕੇ ਆਪਣਾ ਨਵੰਬਰ ਤੱਕ ਮੋਸਟਲੀ ਟਿਲ ਦ ਸਟਾਰਟ ਆਫ ਵਿੰਟਰਸ। ਉਸ ਤੋਂ ਬਾਅਦ ਫਿਰ ਕੰਮ 4-5 ਮਹੀਨੇ ਠੰਡਾ ਹੀ ਰਹਿੰਦਾ। ਤੇ ਮੈਂ ਆਏ ਵਿੰਟਰ 'ਚ ਸੀਗਾ, ਦਸੰਬਰ ਜਦੋਂ ਆਪਾਂ ਆਏ ਸੀਗੇ ਜੈਨ 'ਚ ਆਪਾਂ ਕੰਮ ਸਟਾਰਟ ਕਰਨਾ ਸੀਗਾ, ਤੇ ਆਈ ਰਿਮੈਂਬਰ ਕਿ ਮੈਂ ਤੇ ਮੇਰਾ ਫਰੈਂਡ ਆਪਾਂ ਸਨੋ 'ਚ ਗਏ ਸੀਗੇ ਕੰਮ ਲੱਭਣ ਰੈਜ਼ੂਮੇ ਲੈ ਕੇ, ਤੇ ਕਈ ਵਾਰ ਤੁਹਾਨੂੰ ਇੰਪਲੋਇਰਸ ਐਕਸਪਲੋਇਟ ਕਰਦੇ ਆ, ਉਹ ਕਹਿੰਦੇ ਕਿ ਤੁਸੀਂ 3 ਮਹੀਨੇ, ਮੈਨੂੰ ਉਹਦਾ ਕਿਹਾ ਗਿਆ ਸੀ ਕਿ ਤੁਸੀਂ 3 ਮਹੀਨੇ ਫ੍ਰੀ ਟ੍ਰੇਨਿੰਗ ਲੈ ਲਓ, ਓਕੇ, ਐਂਡ ਜਦੋਂ ਫਿਰ ਸਮਰ ਦਾ ਸੀਜ਼ਨ ਸਟਾਰਟ ਹੋਊਗਾ ਦੈਨ ਵੀਲ ਕੀਪ ਯੂ। ਤੇ ਇਟਸ ਬੈਟਰ ਕਿ ਤੁਸੀਂ ਇਹੋ ਜਿਹੇ ਤੁਸੀਂ ਉਸ 'ਚ ਨਾ ਪਾਓ, ਕਿਉਂਕਿ ਇੱਥੇ ਐਕਸਪਲੋਇਟ ਵੀ ਲੋਕੀ ਬਹੁਤ ਕਰਦੇ ਆ, ਆਪਣੀ ਕਮਿਊਨਿਟੀ ਦੇ ਵੀ ਹੈਗੇ ਆ, ਬਾਹਰ ਵੀ ਕਮਿਊਨਿਟੀ ਦੇ ਹੈਗੇ ਆ, ਨਾਟ ਸੇਇੰਗ ਕਿ ਆਪਣੇ ਹੀ ਕਮਿਊਨਿਟੀ ਵਾਲੇ ਲੋਕ ਕਰਦੇ ਆ, ਤੇ ਕੁਝ ਹੋਰ ਵੀ ਐਥਨੀਸਿਟੀਜ਼ ਦੇ ਲੋਕ ਨੇ ਜਿਹੜੇ ਐਕਸਪਲੋਇਟ ਕਰਦੇ ਨੇ ਦੂਜੀ ਐਥਨੀਸਿਟੀਜ਼ ਨੂੰ। ਤੇ ਉਸ ਤੋਂ ਬਾਅਦ ਫਿਰ ਕਿਉਂਕਿ ਕੰਮ ਦੀ ਘਾਟ ਸੀਗੀ ਉਸ ਵੇਲੇ, ਤੇ ਬਟ ਫਿਰ ਉਸ ਤੋਂ ਬਾਅਦ ਫਿਰ ਜਿਵੇਂ ਮੈਂ ਫਰੈਸ਼ ਕੋ ਅਪਲਾਈ ਕੀਤਾ, ਫੋਲੋ ਅਪ ਕੀਤਾ, ਉਸ ਤੋਂ ਪਹਿਲਾਂ 2 ਦਿਨ ਮੈਂ ਗੈਸ ਸਟੇਸ਼ਨ ਵੀ ਲੱਗਿਆ ਸੀਗਾ, ਬਟ ਉਹ ਕਮਿਊਟ ਦਾ ਬਹੁਤ ਪੰਗਾ ਪੈ ਗਿਆ ਸੀਗਾ ਕਿਉਂਕਿ ਬੱਸਿਸ ਦਾ ਸਿਸਟਮ ਪ੍ਰੋਪਰ ਨਹੀਂ ਸੀਗਾ, ਤੇ ਇਹ ਚੀਜ਼ਾਂ ਸੀਗੀਆਂ। ਤੇ ਪ੍ਰੋਬਲਮ ਤਾਂ ਬਸ ਇਹ ਸੀਗੀ ਕਿ ਹੌਲੀ ਹੌਲੀ ਜਿਵੇਂ ਹੈਰੀ ਨੇ ਦੱਸਿਆ ਕਿ ਬੰਦਾ ਯੂਜ਼ਡ ਟੂ ਹੋ ਜਾਂਦਾ ਇੰਗਲਿਸ਼ 'ਚ ਗੱਲ ਕਰਨ ਲਈ। ਪਹਿਲਾਂ ਬੰਦਾ ਕੇਅਰਫੁਲੀ ਬੋਲਦਾ ਹਰ ਇੱਕ ਵਰਡ ਆਪਣਾ, ਕਿ ਉਹ ਮੇਰਾ ਬਾਰੇ ਕੀ ਸੋਚਣਗੇ, ਇਹਨੂੰ ਇੰਗਲਿਸ਼ ਨਹੀਂ ਆਉਂਦੀ, ਜਿੱਦਾਂ ਵੀ ਹੈ ਨਾ ਪਰਸੈਪਸ਼ਨ ਹੁੰਦਾ ਬੰਦੇ ਨੂੰ। ਬਟ ਇਹ ਚੀਜ਼ ਹੈਗੀ ਕਿ ਜਿੰਨਾ ਵੀ ਤੁਸੀਂ ਬੋਲਦੇ ਹੋ ਕੌਨਫੀਡੈਂਸ ਰਹੋ, ਆਪਣਾ ਕੌਨਫੀਡੈਂਟ ਰਹੋ, ਜਿੱਦਾਂ ਵੀ ਤੁਸੀਂ ਬੋਲਦੇ ਹੋ, ਜਿੰਨਾ ਵੀ ਬੋਲਦੇ ਹੋ ਬਸ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰੋ ਜੌਬ 'ਚ, ਜਿੱਦਾਂ ਵੀ ਹੈਗਾ ਪ੍ਰੋਪਰ ਮੈਨਰਸ, ਪ੍ਰੋਪਰ ਐਟੀਕੇਟਸ ਨਾਲ ਤੁਸੀਂ ਜੇ ਗੱਲ ਕਰੋਗੇ, ਉਹ ਚੀਜ਼ਾਂ ਕੈਨੇਡੀਅਨ ਜ਼ਿਆਦਾ ਪ੍ਰੈਫਰ ਕਰਦੇ ਰਾਦਰ ਦੈਨ ਕਿ ਕੋਈ ਕੋਈ ਹੋਰ ਆ ਕੇ ਕੋਈ ਕਿਸੇ ਤਰ੍ਹਾਂ ਕੋਈ ਉਲਟ ਦੀ ਗੱਲ ਕਰਕੇ ਜਾਂ ਤੁਸੀਂ ਪ੍ਰੋਪਰ ਬਿਹੇਵ ਨਾ ਕਰਕੇ, ਤੇ ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। ਮੈਨੂੰ ਵੀ ਆਪਾਂ ਲੈਂਗੁਏਜ ਬੈਰੀਅਰ ਤੇ ਆਉਣੇ ਹੀ ਆਂਗੇ, ਤਾਂ ਜਦੋਂ ਮੈਂ ਸ਼ੁਰੂ 'ਚ ਘਰ 'ਚ ਮੂਵ ਹੋਇਆ ਸੀਗਾ ਜਿੱਥੇ ਮੈਂ ਲਿੰਜ਼ੀ ਕਿਹਾ, ਉੱਥੇ ਮੈਨੂੰ ਲੱਗਦਾ ਅਸੀਂ 9-10 ਜਾਣੇ ਸੀਗੇ ਰਹਿਣ ਵਾਲੇ, ਹੈ ਨਾ। ਬੇਸਮੈਂਟ ਸੀਗੀ ਇਨਕਲੂਡਿੰਗ ਗਰਾਊਂਡ ਫਲੋਰ, ਹੈ ਨਾ। ਗਰਾਊਂਡ ਫਲੋਰ ਤੇ 3-4 ਕਮਰੇ ਸੀਗੇ ਤੇ ਬੇਸਮੈਂਟ 'ਚ ਮੈਨੂੰ ਲੱਗਦਾ 3 ਜਾਂ 4 ਕਮਰੇ ਸੀ ਨਾ। ਟੋਟਲ 9-10 ਜਾਣੇ ਸੀ ਰਹਿ ਰਹੇ ਸੀਗੇ। ਤੇ ਉਦੋਂ ਮੈਂ ਇਕੱਲਾ ਇੰਡੀਅਨ ਸੀਗਾ ਉਸ ਟਾਈਮ ਉਸ ਘਰ 'ਚ। ਅੱਛਾ ਜੀ। ਬਾਕੀ ਸਾਰੇ ਮਤਲਬ ਡਾਲਾ ਵੀ ਇੱਥੇ ਦੇ ਕੈਨੇਡੀਅਨ ਹੀ ਸੀਗੇ, ਹੈ ਨਾ, ਗੋਰੇ ਸੀਗੇ। ਤੇ ਮੈਨੂੰ ਇਹ ਚੀਜ਼ ਬੜੀ ਔਡ ਜੀ ਲੱਗ ਰਹੀ ਸੀ ਹੁਣ ਵੀ ਉਹਨਾਂ ਸਾਰਿਆਂ 'ਚ ਮੈਂ ਇਕੱਲਾ, ਹੈ ਨਾ। ਕਈ ਵਾਰ ਆਪਾਂ ਦੂਰ ਜਾਂਦੇ ਹਾਂ ਵੀ ਰੇਸਿਜ਼ਮ ਨਾ ਹੋਵੇ ਜਾਂ ਕੁਝ ਵੀ ਨਾ ਹੋਵੇ, ਵੀ ਇੱਥੇ ਸੇਫ ਤਾਂ ਹੈਗੇ ਆਂਗੇ, ਤਾਂ ਇਹ ਚੀਜ਼ ਹੁੰਦੀ ਹੈਗੀ ਵੀ ਮੈਂ ਉਹਨਾਂ ਨਾਲ ਗੱਲ ਕਰਨ ਤੋਂ ਹੈਜ਼ੀਟੇਟ ਕਰਿਆ ਕਰਾਂ, ਹੈ ਨਾ। ਮੈਂ ਕਿਚਨ 'ਚ ਆਪਦਾ ਖਾਣਾ ਪਾਣੀ ਬਣਾ ਕੇ ਖਾ ਲਿਆ, ਤਾਂ ਆਪਣਾ ਆਪਦੇ ਰੂਮ 'ਚ ਆ ਕੇ ਬਹਿ ਗਿਆ, ਸੌਂ ਗਿਆ, ਹੈ ਨਾ। ਤਾਂ ਹੌਲੀ ਹੌਲੀ ਉਹਨਾਂ ਨੇ ਹੀ ਆਪ ਬੁਲਾਉਣਾ ਸ਼ੁਰੂ ਕੀਤਾ, ਹੈ ਨਾ। ਉਹ ਇਹਨੇ ਮਤਲਬ ਵੀ ਵਧੀਆ ਸੀ, ਫਰੈਂਡਲੀ ਸੀਗੇ, ਤੇ ਉਹਨਾਂ ਨੇ ਦੱਸਿਆ ਵੀ ਹਾਂ ਵੀ ਅਸੀਂ ਵੀ ਇੰਡੀਅਨ, ਮੇਰਾ ਕੋਈ ਦੱਸਦਾ ਸੀ ਮੇਰਾ ਫਰੈਂਡ ਇੰਡੀਅਨ ਸੀ ਜਾਂ ਮੇਰਾ ਯੂਨੀਵਰਸਿਟੀ ਬੈਸਟ ਫਰੈਂਡ ਇੰਡੀਅਨ ਸੀ, ਹੈ ਨਾ।
ਤਾਂ ਹੌਲੀ ਹੌਲੀ ਉਹ ਚੀਜ਼ਾਂ ਨੇਗੀਆਂ ਵੀ ਆਪਾਂ ਕਿਤੇ ਜਾਂਦੇ ਆਂਗੇ ਹੈ ਨਾ, ਆਪਾਂ ਨੂੰ ਨਵੇਂ ਲੋਕਾਂ ਨਾਲ ਗੱਲਬਾਤ ਕਰਨ 'ਚ ਜਾਂ ਨਵੀਂ ਲੈਂਗੁਏਜ 'ਚ ਗੱਲਬਾਤ ਕਰਨ 'ਚ ਹੈਜ਼ਿਟੇਸ਼ਨ ਆਉਂਦੀ ਹੈ ਨਾ, ਥੋੜਾ ਅਲੱਗ ਜਿਹਾ ਵੀ ਲੱਗਦਾ, ਔੜ ਵੀ ਲੱਗਦਾ ਵੀ ਕਿਵੇਂ ਬਿਹੇਵ ਕਰਨਗੇ ਜਾਂ ਕੁਝ ਵੀ ਹੈ ਨਾ। ਤੇ ਖੈਰ ਮੇਰਾ ਐਕਸਪੀਰੀਅੰਸ ਉਹਨਾਂ ਨਾਲ ਬਹੁਤ ਵਧੀਆ ਰਿਹਾ ਹੈ ਨਾ, ਜਿਵੇਂ ਉਹ ਸਾਰੇ ਸੀਗੇ ਵੀ ਮੈਂ ਇਕੱਲਾ ਇੰਡੀਅਨ ਸੀ, ਉਹ ਤੋਂ ਬਾਅਦ ਇੱਕ ਅੱਧਾ ਕੋਈ ਪਰਸਨ ਹੋਰ ਇੰਡੀਅਨ ਆ ਗਿਆ ਸੀਗਾ, ਉਹ ਆ ਕੇ ਚਲੇ ਗਏ ਸੀ 3-4 ਮਹੀਨਿਆਂ 'ਚ ਤੇ ਹੋਰ ਕਿਤੇ ਮੂਵ ਹੋ ਗਏ ਸੀ। ਤੇ ਇਹ ਹੁੰਦਾ ਵੀ ਸ਼ੁਰੂ ਦਾ ਚੀਜ਼ ਆ ਵੀ ਆਪਾਂ ਨੂੰ ਥੋੜੀ ਲੱਗਦੀ ਹੈਗੀ ਔੜ ਹੈ ਨਾ, ਆਪਣਾ ਕੰਫਰਟ ਪਾਲਦਾ ਕਿ ਮੈਨੂੰ ਆਪਦੇ ਲੋਕ ਮਿਲ ਜਾਣ, ਥੋੜਾ ਜਿਹਾ ਬੰਦਾ ਥੋੜਾ ਖੁੱਲ ਜਾਂਦਾ, ਫਿਰ ਬੰਦੇ ਨੂੰ ਇਹ ਹੁੰਦਾ ਕਿ ਮੈਂ ਹੋਮ ਸਿਕ ਨਹੀਂ ਫੀਲ ਕਰਦਾ ਜਾਂ ਹੈ ਨਾ, ਬੰਦਾ ਥੋੜਾ ਹੁੰਦਾ ਕਿ ਯਾਰ ਥੋੜਾ ਇੱਕ ਕਹਿੰਦੇ ਤੁਸੀਂ ਕਿ ਇੱਕ ਸੈਟੀਸਫੈਕਸ਼ਨ ਹੋ ਜਾਂਦੀ ਕਿ ਹਾਂ ਯਾਰ ਚਲੋ ਆਪਣਾ ਕੋਈ ਹੈਗਾ ਨਾਲ, ਭਾਵੇਂ ਤੁਸੀਂ ਉਹਨੂੰ ਜਾਣਦੇ ਵੀ ਨਹੀਂ ਹੋ, ਬਿਲਕੁਲ ਬਟ ਜਿਹੜਾ ਫੇਸ ਟੂ ਫੇਸ ਜਿਹੜਾ ਬਿਲਕੁਲ ਇੱਕ ਹੈਗਾ ਕਮਿਊਨੀਕੇਸ਼ਨ ਦਾ ਜਾਂ ਫੇਸ ਟੂ ਫੇਸ ਤੁਸੀਂ ਬੰਦੇ ਨੂੰ ਦੇਖ ਲੈਂਦੇ ਹੋ ਕਿ ਹਾਂ ਯਾਰ ਇਹ ਆਪਣਾ ਹੀ ਲੱਗਦਾ ਕੋਈ, ਬਿਲਕੁਲ ਉਹ ਕਈ ਵਾਰ ਫਿਰ ਤੁਹਾਨੂੰ ਇੱਕ ਰਿਲੀਫ ਮਿਲ ਜਾਂਦੀ ਬੰਦੇ ਨੂੰ ਯਾਰ ਚਲੋ। ਬਿਲਕੁਲ ਮੈਨੂੰ ਇਹੀ ਸੀਗਾ ਵੀ ਸ਼ੁਰੂ ਦੇ ਦਿਨਾਂ 'ਚ ਨਾ ਮੈਨੂੰ ਉੱਥੇ ਕੋਈ ਇੰਡੀਅਨ ਦਿਖਿਆ ਵੀ ਨਹੀਂ, ਜਿਵੇਂ ਮੈਂ ਦੱਸਿਆ ਸੀ ਮੈਨੂੰ ਇੱਕੋ ਹੈਦਰਾਬਾਦ ਦਾ ਮੁੰਡਾ ਮਿਲਿਆ ਸੀਗਾ ਸਟੋਰ ਤੇ, ਸਿਰਫ ਉਹ ਸੀਗਾ। ਤੇ 24 ਤਰੀਕ ਨੂੰ ਮੈਂ ਉੱਥੇ ਚਲਿਆ ਗਿਆ ਸੀਗਾ ਨਾ, 25 ਨੂੰ ਮੈਂ ਦੱਸਦਾ ਕ੍ਰਿਸਮਸ ਸੀ, ਤੇ ਮੇਰਾ ਕਾਲਜ ਜਿਹੜਾ ਸੀਗਾ ਉਹ ਸ਼ੁਰੂ ਹੋਣਾ ਸੀਗਾ 6-7 ਜਨਵਰੀ ਦੇ ਕਰੀਬ। ਅੱਛਾ ਜੀ। ਵੀ 25 ਤੋਂ 6-7 ਜਨਵਰੀ ਲਾ ਲਓ ਹੈ ਨਾ, 10 ਕੁ ਦਿਨ ਹੁੰਦੇ ਹੈਗੇ। ਤੇ ਉਦੋਂ ਜਦੋਂ ਉੱਥੇ ਕੋਈ ਮਿਲਿਆ ਨਹੀਂ ਤਾਂ ਮੈਨੂੰ ਬੜਾ ਔੜ ਜਿਹਾ ਲੱਗਣਾ ਹੈ ਨਾ। ਇੱਕ ਫੋਨ ਤੇ ਤਾਂ ਆਪਾਂ ਗੱਲ ਕਰ ਲੈਂਦੇ ਹੁੰਦੇ ਸੀ ਹੈ ਨਾ, ਕਿਸੇ ਨਾਲ ਵੀ ਗੱਲ ਕਰ ਲੈਣੀ, ਪਰ ਜਿਹੜੇ ਇੱਕ ਕੰਫਰਟ ਜਿਹਾ ਮਿਲਦਾ ਹੈ ਨਾ ਆਪਦੇ ਬੰਦੇ ਨੂੰ ਦੇਖ ਕੇ ਹੈ ਨਾ, ਤੇ ਉਹਦੇ ਨਾਲ ਆਪਦੀ ਲੈਂਗੁਏਜ 'ਚ ਗੱਲ ਕਰਕੇ, ਉਹ ਐਂ ਹੀ ਲੱਗਦਾ ਸੀ ਵੀ ਜਿਵੇਂ ਵੀ ਇੱਕ ਚੀਜ਼ ਅੰਦਰ ਬੰਨੀ ਜੀ ਪਈ ਹੈ ਹਨਾ, ਵੀ ਕੋਈ ਬੋਲਣ ਨੂੰ ਨਹੀਂ ਮਿਲ ਰਿਹਾ ਜਾਂ ਕੁਝ ਵੀ ਹੈ ਨਾ, ਵੀ ਆਪਦੀ ਲੈਂਗੁਏਜ ਮੈਂ ਤਾਂ ਟਰਾਈ ਕਰਕੇ ਵੀ ਦੇਖੀ ਰੀਅਲ 'ਚ। ਤੇ ਮੈਨੂੰ ਉਹ ਚੀਜ਼ ਬੜੀ ਸ਼ੁਰੂ ਜਿਹੇ 'ਚ ਔਖੀ ਲੱਗੀ ਸੀ, ਮੈਂ ਵੀ ਆਪਦੀ ਲੈਂਗੁਏਜ ਵੀ ਕਈ ਦਿਨ ਹੋ ਗਏ ਬੋਲੀ ਨਹੀਂ ਹੈਗੀ ਕਿਸੇ ਨਾਲ ਹੈ ਨਾ, ਵੀ ਫੇਸ ਟੂ ਫੇਸ। ਤੇ ਮੈਨੂੰ ਉਦੋਂ ਐਂ ਲੱਗਿਆ ਕਰੇ ਵੀ ਸ਼ਾਇਦ ਇੱਥੇ ਇੰਡੀਅਨ ਕੋਈ ਆਉਣਾ ਹੀ ਨਹੀਂ, ਵੀ ਮੇਬੀ ਜਿੰਨੇ ਲੋਕ ਇੱਥੇ ਦੇਖ ਰਹੇ ਨੇ ਵੀ ਜੇ ਮੈਨੂੰ ਨਹੀਂ ਮਿਲ ਰਹੇ ਇਹਨਾਂ 'ਚ ਕੋਈ ਇੰਡੀਅਨ ਹੈ ਨਾ, ਤਾਂ ਮੇਬੀ ਇੱਥੇ ਕੋਈ ਸਟੂਡੈਂਟ ਇੰਡੀਅਨ ਆਉਂਦਾ ਹੀ ਨਾ ਹੋਵੇ, ਵੀ ਮੈਂ ਇੰਨੀ ਦੂਰ ਡਾਈਵਰਸ ਸ਼ਹਿਰ ਨਹੀਂ ਹੈਗਾ ਇਹ। ਹਾਂ ਵੀ ਇਹਨਾਂ ਡਾਈਵਰਸ, ਤਾਂ ਆਪਾਂ ਨੂੰ ਥੋੜਾ ਉਸ ਚੀਜ਼ 'ਚ ਅਨਸੇਫ ਜਾਂ ਲੱਗਣਾ ਜਾਂ ਔੜ ਜਾਂ ਲੱਗਣਾ ਨਾਰਮਲ ਹੁੰਦਾ ਹਨਾ। ਤੇ ਖੈਰ ਉਸ ਤੋਂ ਬਾਅਦ ਹੌਲੀ ਕਰਕੇ ਓਰੀਐਂਟੇਸ਼ਨ ਹੋਈ ਸਾਡੇ ਕਾਲਜ ਦੀ 6 ਨੂੰ ਸੀ, 5-6 ਨੂੰ, ਤਾਂ ਉੱਥੇ ਮੈਨੂੰ ਮਤਲਬ ਦੇਖਿਆ ਮੈਂ ਸਾਰੇ ਇੰਡੀਅਨ, ਮੈਨੂੰ ਲੱਗਦਾ ਸੀ ਸਾਡੀ ਕਲਾਸ 'ਚ ਕੋਈ ਇੰਡੀਅਨ ਸਟੂਡੈਂਟ ਹੀ ਨਹੀਂ ਹੋਊਗਾ, ਮੈਨੂੰ ਐਸੀ ਵੀ ਮੈਂ ਇਕੱਲਾ ਹੀ ਨਾ ਹੋਵਾਂ। ਫਿਰ ਸਾਡੀ ਮੈਨੂੰ ਲੱਗਦਾ 35-40 ਕੇ ਜਾਣਿਆਂ ਦੀ ਕਲਾਸ ਸੀਗੀ, ਉਹ 'ਚ 25-30 ਤਾਂ ਇੰਡੀਅਨ ਹੀ ਸੀਗੇ, ਸਿਰਫ 5-6 ਜਾਂ 7-8 ਕੇ ਜਾਣੇ ਜਿਹੜੇ ਸੀਗੇ ਉਹ ਕੈਨੇਡੀਅਨ ਸੀਗੇ ਹਨਾ, ਬਾਕੀ ਇੱਕ ਅੱਧਾ ਕੋਈ ਇੱਧਰ ਉੱਧਰ ਦਾ ਹੋਊਗਾ, ਤੇ ਸਾਰੇ ਇੰਡੀਅਨ ਅਸੀਂ ਜ਼ਿਆਦਾਤਰ ਸਾਊਥ ਦੇ ਸੀ, ਪੰਜਾਬ ਦੇ ਸੀ ਜਾਂ ਗੁਜਰਾਤ ਦੇ ਸੀ, ਇਹ 3 ਸਟੇਟਾਂ ਦੇ ਸੀਗੇ ਮੇਰੇ, ਹੋਰ ਯਾਦ ਨਹੀਂ ਕੋਈ। ਤੇ ਵਧੀਆ ਲੱਗਦਾ ਮਤਲਬ ਜਦੋਂ ਤੁਸੀਂ ਦੇਖ ਲੈਂਦੇ ਹੋ ਹਨਾ, ਚਾਹੇ ਕੋਈ ਮਤਲਬ ਤੁਹਾਡੇ ਲਈ ਕੁਝ ਕਰਦਾ ਸ਼ੁਰੂ ਵੀ ਨਾ ਹੋਈ ਹੋਵੇ, ਹਾਂ ਤੁਹਾਡੇ ਲਈ ਭਾਵੇਂ ਕੋਈ ਕੁਝ ਕਰਦਾ ਨਹੀਂ, ਪਰ ਤੁਹਾਨੂੰ ਇੱਕ ਕੰਫਰਟ ਮਿਲ ਜਾਂਦਾ ਵੀ ਮੈਂ ਇਕੱਲਾ ਨਹੀਂ ਹੈਗਾ ਇੱਥੇ, ਹੋਰ ਵੀ ਹੈਗਾ ਹਨਾ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਸ਼ੁਰੂ ਵਿੱਚ ਬੰਦੇ ਨੂੰ ਉਹ ਕਰਦੀਆਂ ਨੇਗੀਆਂ। ਮੈਂ ਜਦੋਂ ਜਿੱਥੇ ਮੈਂ ਰਿਹਾ ਸੀਗਾ, ਜਿਹੜੀ ਮੇਰੀ ਰਿਹਾਇਸ਼ ਸੀਗੀ ਉਹ ਮੋਟਲ ਸੀਗਾ, ਤੇ ਉੱਥੇ ਸਾਰੇ ਇੰਡੀਅਨ ਹੀ ਸੀਗੇ, ਤਾਂ ਮੈਨੂੰ ਓਨੈਸਟਲੀ ਇੰਨੀ ਵੈਸੇ ਮੈਨੂੰ ਪ੍ਰੋਬਲਮ ਨਹੀਂ ਆਈ, ਕਿਉਂਕਿ ਜਿਹੜੀ ਸਾਡੀ ਰਿਹਾਇਸ਼ ਸੀਗੀ ਸਾਰੀ ਉੱਥੇ ਇੰਡੀਅਨ ਸੀਗੇ, ਕੋਈ ਡਿਫਰੈਂਟ ਸਟੇਟਸ ਤੋਂ ਆਏ ਹੋਏ ਸੀਗੇ, ਬਟ ਠੀਕ ਸੀਗਾ, ਵਧੀਆ ਐਟਮੋਸਫੇਅਰ ਸੀਗਾ। ਸ਼ੁਰੂ ਚ ਆ ਕੇ ਇੱਥੇ ਮੋਟਲ ਚ ਰਹੇ ਸੀਗੇ? ਹਾਂਜੀ ਮੋਟਲ ਚ ਰਹੇ ਸੀਗਾ। ਹਾਂਜੀ। ਕਿੰਨੇ ਦਿਨ? ਮੇਰਾ 4 ਮਹੀਨੇ ਦਾ ਕੰਟਰੈਕਟ ਸੀਗਾ, ਕਿਉਂਕਿ ਨਾਇਗਰਾ ਦੇ ਵਿੱਚ ਲਾਈਕ ਕੈਨੇਡਾ ਦੇ ਵਿੱਚ ਕੋਈ ਨਹੀਂ ਸੀਗਾ ਰਿਲੇਟਿਵ ਵਗੈਰਾ, ਤੇ ਜਿਹੜਾ ਮੋਟਲ ਸੀਗਾ ਉਹ ਕੰਸਲਟੈਂਟ ਨੇ ਹੀ ਕਰਵਾ ਕੇ ਦਿੱਤਾ ਸੀਗਾ। ਓਕੇ। ਕਿਉਂਕਿ ਉਹਨੇ ਮੈਨੂੰ ਪਹਿਲਾਂ ਕੁਝ ਨਹੀਂ ਪੁੱਟ ਦਿੱਤਾ ਸੀਗਾ ਕਿ ਜੇ ਇਫ देयर इज ਸਮਨ ਕਿ ਚਲੋ ਉੱਥੇ ਕੋਈ ਰਹਿੰਦਾ ਹੈ ਉਹ ਕੈਨ ਗਿਵ ਯੂ ਅਕੋਮੋਡੇਸ਼ਨ ਹੈ ਨਾ, ਥੋੜੇ ਟਾਈਮ ਲਈ, ਬਾਅਦ ਚ ਚਲੋ ਬੰਦਾ ਜਾ ਕੇ ਆਪ ਹੀ ਲੱਭ ਲੈਂਦਾ ਫਿਰ ਤਾਂ ਯਾਰ ਦੋਸਤਾਂ ਨਾਲ ਮਿਲ ਕੇ, ਬਟ ਉਸ ਵੇਲੇ ਮੇਰਾ ਕੋਈ ਸੀਗਾ ਨਹੀਂ ਉੱਥੇ, ਤੇ ਫਿਰ ਮੈਨੂੰ ਮੋਟਲ ਦੇ ਵਿੱਚ ਫਿਰ ਮੈਨੂੰ ਉੱਥੇ ਆਪਣਾ ਅਕੋਮੋਡੇਸ਼ਨ ਲੈਣੀ ਪਈ 4 ਮਹੀਨੇ ਲਈ, ਜਿਹੜਾ ਕਿ $250 ਉਸ ਵੇਲੇ ਸੀਗਾ ਪਰ ਮੰਥ ਦਾ। ਤੇ 3 ਬੈਡਰੂਮ ਵਾਲਾ ਕਮਰਾ ਸੀਗਾ, 3 ਸ਼ੇਅਰਿੰਗ ਚ ਸੀਗਾ, ਤੇ ਓਕੇ ਸੀਗਾ ਉਸ ਟਾਈਮ ਲਈ, ਠੀਕ ਸੀਗਾ। ਬਟ ਉਸ ਤੋਂ ਬਾਅਦ ਫਿਰ ਚਲੋ ਜਿੱਦਾਂ ਫਰੈਂਡਸ ਬਣ ਗਏ ਜਾਂ ਅਤੇ ਫਿਰ ਇਕੱਠੇ ਮਿਲ ਗਏ ਨੇ, ਫਿਰ ਬਾਅਦ ਚ ਘਰ ਲੈ ਲਿਆ ਸੀਗਾ। ਬਟ ਟੈਂਪਰੇਰੀ ਸ਼ੈਲਟਰ ਲਈ ਠੀਕ ਸੀਗਾ, ਕਿਉਂਕਿ ਟੈਂਪਰੇਰੀ ਸ਼ੈਲਟਰ ਤੁਹਾਨੂੰ ਕਿਤੇ ਨਾ ਕਿਤੇ ਮਿਲ ਜਾਵੇ, ਕਿਉਂਕਿ ਵੈਦਰ ਦਾ ਇੱਥੇ ਬਹੁਤ ਕੁਝ ਭਰੋਸਾ ਨਹੀਂ ਹੈ, ਤਾਂ ਸ਼ੈਲਟਰ ਜਿੰਨੇ ਛੇਤੀ ਠੀਕ ਜਿਹਾ ਹੋਵੇ, ਨਾਟ ਸੇਇੰਗ ਕਿ ਬਹੁਤ ਜ਼ਿਆਦਾ ਤਕੜਾ ਹੋਵੇ, ਬਹੁਤ ਜ਼ਿਆਦਾ ਵਧੀਆ ਹੋਵੇ, ਕਿਉਂਕਿ ਐਜ਼ ਅ ਸਟੂਡੈਂਟ ਤੁਸੀਂ ਇੱਕ ਲਿਮਿਟਡ ਬਜਟ 'ਚ ਹੁੰਦੇ ਹੋ, ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕੰਪਰੋਮਾਈਜ਼ ਕਰੋ ਕਿ ਜਿਵੇਂ ਕੋਈ ਬੇਕਾਰ ਦੀ ਜਗ੍ਹਾ ਕੋਈ ਲੈ ਲਈ, ਕੋਈ ਕੁਝ ਵੀ, ਬਟ ਇੱਕ ਡੀਸੈਂਟ ਜੀ ਜਗ੍ਹਾ ਤੁਹਾਨੂੰ ਜੇ ਮਿਲ ਜਾਵੇ। ਤੇ ਆਈ ਥਿੰਕ ਉਸ ਵੇਲੇ ਨਾਇਗਰਾ ਦੇ ਵਿੱਚ ਆਈ ਥਿੰਕ ਜੇ ਤੁਸੀਂ ਸਿੰਗਲ ਰੂਮ ਦੀ ਤੁਸੀਂ ਬੈਕ ਇਨ 2018 ਜੇ ਤੁਸੀਂ ਸਰਚ ਕਰਦੇ ਹੋ
ਮੇਰੇ ਖਿਆਲ ਚ ਆਈ ਥਿੰਕ ਉਸ ਵੇਲੇ 350 400 ਤੱਕ ਸਿੰਗਲ ਰੂਮ ਉਸ ਵੇਲੇ ਮਿਲ ਜਾਂਦਾ ਸੀਗਾ। ਆਈ ਡੋਂਟ ਨੋ ਕਿ ਲਿੰਸੇ ਜਾਂ ਪੀਟਰ ਬਰੋਵਲ ਕੀ ਸੀਗੇ ਪ੍ਰਾਈਸਸ ਵਗੈਰਾ। ਤੁਹਾਡੇ ਇੱਥੇ ਨਾਇਗਰਾ ਥੋੜੇ ਪ੍ਰਾਈਸਸ ਘੱਟ ਰਹਿੰਦੇ ਕਿਉਂਕਿ ਮੈਨੂੰ ਲੱਗਦਾ ਇਹ ਇੱਕ ਟੂਰਿਸਟ ਸਿਟੀ ਚ ਆ ਜਾਂਦਾ ਹਨ। ਸਾਡੇ ਵੀ ਉਧਰ ਮੈਨੂੰ ਲੱਗਦਾ ਉਦੋਂ 400 ਦੇ ਕਰੀਬ ਸੀਗਾ ਰੈਂਟ ਮਤਲਬ ਸਾਡੇ। ਇਹ ਵੀ ਇੱਕ ਹੁੰਦਾ ਵੀ ਜਦੋਂ ਆਪਾਂ ਆਉਨੇ ਆਪਾਂ ਨੂੰ ਫਸਟ ਐਂਡ ਲਾਸਟ ਮੰਥ ਦਾ ਰੈਂਟ ਦੇਣਾ ਪੈਂਦਾ ਹੈ ਨਾ, 2 ਮਹੀਨਿਆਂ ਦਾ ਇਕੱਠਾ ਦੇਣਾ ਪੈਂਦਾ ਤੁਹਾਨੂੰ ਰੈਂਟ। ਤਾਂ ਮੈਂ ਜਦੋਂ ਕੈਸ਼ ਲੈ ਕੇ ਆਇਆ ਸੀ ਮੈਂ ਆਪਦੇ ਜਾਣੀ ਤਾਂ ਠੀਕ ਠਾਕ ਲੈ ਕੇ ਆਇਆ ਸੀਗਾ, ਪਰ ਜਦੋਂ ਆਪਾਂ ਨੂੰ ਇਕੱਠਾ ਹੀ ਮਿਲਦਾ ਉਦੋਂ ਮੇਰਾ ਯਾਦ ਨਹੀਂ ਮਿਲਦਾ ਤਾਂ 500 ਰੈਂਟ ਹੋਊਗਾ ਤਾਂ ਇਕੱਠਾ ਮੈਨੂੰ 1000 ਦੇਣਾ ਪਿਆ ਸੀ। ਜਦੋਂ ਆਪਾਂ ਛੱਡਣਾ ਹੁੰਦਾ ਆਪਾਂ ਲਾਸਟ ਮੰਥ ਰੈਂਟ ਪੇ ਨਹੀਂ ਕਰਦੇ, ਆਪਾਂ ਲਾਸਟ ਮੰਥ ਇਹ ਕਹਿ ਦਿੰਦੇ ਆਗੇ ਵੀ ਅਸੀਂ ਲੀਵ ਕਰ ਰਹੇ ਹਾਂ। ਹਾਂ ਤਾਂ ਉਹ ਫਸਟ ਐਂਡ ਲਾਸਟ ਦਾ ਇਕੱਠੇ ਹੀ ਲੈ ਲੈਂਦੇ ਆ। ਇਹ ਨਹੀਂ ਵੀ ਉਹ ਵੀ ਸਿਕਿਉਰ ਰਹਿੰਦੇ ਹੈਗੇ ਇੱਥੇ ਵੀ ਇਹ ਨਹੀਂ ਹੈਗਾ ਤੁਸੀਂ ਲਾਸਟ ਮੰਥ ਸਿੱਧਾ ਹੀ ਕਹਿ ਕੇ ਉਹਨਾਂ ਨੂੰ ਲੰਘ ਜਾਓ ਨਾ, ਤਾਂ ਤੁਸੀਂ ਲਾਸਟ ਮੰਥ ਦੇ ਸਟਾਰਟਿੰਗ 'ਚ ਉਹਨਾਂ ਨੂੰ ਦੱਸ ਦੇਣਾ ਹੁੰਦਾ ਵੀ ਅਸੀਂ ਅਗਲੇ ਮੰਥ ਇੱਥੇ ਨਹੀਂ ਹੈਗੇ। ਤੇ ਉਦੋਂ 1000 ਗਿਆ ਸੀ ਮੇਰਾ। ਤੁਹਾਡੇ ਇੱਥੇ ਰੈਂਟ ਮੈਨੂੰ ਲੱਗਦਾ ਰੈਂਟ ਕਾਫੀ ਘੱਟ ਸੀਗੇ ਹਨਾ? ਰੈਂਟ ਉਸ ਵੇਲੇ ਹਾਂਜੀ ਘੱਟ ਸੀਗੇ। ਉਸ ਵੇਲੇ ਘਰ ਪੂਰਾ ਲੈਣਾ ਜਿਵੇਂ ਤੁਹਾਡਾ ਗਰੁੱਪ ਹੈ 5 ਜਣਿਆਂ ਦਾ ਤੇ ਤੁਹਾਨੂੰ ਪੂਰਾ ਘਰ ਤੁਹਾਨੂੰ ਆਈ ਥਿੰਕ 1700 1800 ਯੂਟਿਲਿਟੀਜ਼ ਪਾ ਕੇ 4 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਆਪਾਂ ਆਏ ਸੀ ਤਾਂ ਤੁਹਾਨੂੰ ਵਧੀਆ ਲਾਈਕ 3-4 ਰੂਮਸ ਤੁਹਾਨੂੰ ਘਰ ਦੇ ਵਿੱਚ ਮਿਲ ਜਾਂਦੇ ਸੀਗੇ। ਬਟ ਸਿੰਗਲ ਰੂਮਸ ਵਗੈਰਾ ਵੀ ਡਿਪੈਂਡਿੰਗ ਅਪਨ ਕਿੰਨੇ ਜੇ ਵੈਲ ਫਰਨਿਸ਼ਡ ਨੇ ਤਾਂ ਫਿਰ ਉਸ ਹਿਸਾਬ ਨਾਲ ਜਿਵੇਂ 500 550 600 700। ਕਈ ਵਾਰ ਨਾਇਗਰਾ ਔਨ ਦ ਲੇਕ ਵਾਲਾ ਜਿਹੜਾ ਜਿੱਥੇ ਆਪਣਾ ਕਾਲਜ ਸੀਗਾ ਉਹਦੇ ਸਾਹਮਣੇ ਜਿਹੜੇ ਰੈਜ਼ੀਡੈਂਸ਼ੀਅਲ ਜਿਹੜੇ ਹਾਊਸਸ ਸੀਗੇ ਜਾਂ ਅਪਾਰਟਮੈਂਟ ਸੀਗੇ ਉੱਥੇ ਥੋੜਾ ਜ਼ਿਆਦਾ ਸੀਗਾ ਕਿਉਂਕਿ ਉਹ ਥੋੜਾ ਪੌਸ਼ ਇਲਾਕਾ ਹੈਗਾ। ਉੱਥੇ ਫਿਰ ਫਰਕ ਪੈ ਜਾਂਦਾ ਜੇ ਤੁਸੀਂ ਜਿਵੇਂ ਹੈਰੀ ਜੇ ਟੋਰਾਂਟੋ 'ਚ ਰਵੇ ਪ੍ਰੋਪਰ ਜਾਂ ਟੋਰਾਂਟੋ ਥੋੜਾ ਦੂਰ ਜਾ ਕੇ ਰਵੇ ਰੈਂਟ ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਜਿਹੜਾ ਮੈਂ ਪੁੱਛਦਾ ਜਿਹੜਾ ਨਵੇਂ ਆ ਕੇ ਤੁਸੀਂ ਮੋਟਲ 'ਚ ਰਹੇ ਸੀਗੇ ਮਤਲਬ ਕਿੰਨੇ ਜਾਣੇ ਤੁਸੀਂ ਰਹਿ ਰਹੇ ਸੀ? ਸਾਰੇ ਇੰਡੀਅਨ ਹੀ ਸੀ? ਉੱਥੇ ਖਾਣੇ ਪਾਣੀ ਦਾ ਕਿਵੇਂ ਕਰਦੇ ਸੀ? ਸਾਰੇ ਇੰਡੀਅਨ ਸੀਗੇ। ਉੱਥੇ ਖਾਣੇ ਦੀ ਬੜੀ ਪ੍ਰੋਬਲਮ ਆਈ ਸੀਗੀ। ਇੱਕ ਮੈਂ ਤੇ ਪੁਆਇੰਟ ਲੈਣਾ ਚਾਹੁੰਦਾ ਕਿ ਜਿੰਨਾ ਹੋ ਸਕੇ ਤੁਸੀਂ ਕਿਉਂਕਿ ਮੇਰੇ ਜਿਹੜੇ ਇਨੀਸ਼ੀਅਲ ਜਿਹੜੇ 4 ਮੰਥ ਸੀਗੇ ਜਦੋਂ ਮੈਂ ਇੱਥੇ ਆਇਆ ਸੀਗਾ ਆਈ ਥਿੰਕ ਮੈਂ ਸ਼ਾਇਦ ਉਹਦਾ ਰੈਂਟ ਤੁਸੀਂ ਇੰਡੀਆ ਤੋਂ ਹੀ ਪੇ ਕਰਕੇ ਆਏ? ਹਾਂਜੀ ਰੈਂਟ ਇੰਡੀਆ ਤੋਂ ਹੀ ਪੇ ਕਰਕੇ ਆਇਆ ਸੀਗਾ ਇਕੱਠਾ 4 ਮਹੀਨਿਆਂ ਦਾ? ਹਾਂਜੀ ਓਕੇ ਇਕੱਠਾ। ਤੇ ਆਈ ਥਿੰਕ $100 ਸਿਕਿਉਰਿਟੀ ਡਿਪੋਜ਼ਿਟ ਸੀਗੀ ਓਕੇ ਜਿਹੜੀ ਬਾਅਦ ਚੋਂ ਮਿਲੀ ਨਹੀਂ ਸੀ ਉਹਨੂੰ ਥੋੜਾ ਖਲਾਰਾ ਪਾਇਆ ਸੀਗਾ ਉਸ ਉੱਤੇ। ਬਟ ਕਈਆਂ ਨੂੰ ਵਾਪਸ ਮਿਲ ਗਈ ਸੀਗੀ ਬਟ ਕਈਆਂ ਨੂੰ ਨਹੀਂ ਮਿਲੀ ਸੀ। ਬਟ ਖਾਣ ਪੀਣ ਥੋੜਾ ਪੰਗਾ ਸੀਗਾ ਕਿਉਂਕਿ ਸਾਡੇ ਕੋਲ ਇੱਕੋ ਹੀ ਕਿਚਨ ਸੀਗੀ। ਓਕੇ ਕਿੰਨੇ ਜਾਣੇ ਤੁਸੀਂ ਤਾਂ ਲਾ ਲਓ ਕਿ ਇਸ ਮੋਟਲ ਦੇ ਵਿੱਚ ਘੱਟੋ ਘੱਟ ਅਸੀਂ ਜੇ ਇੱਕ ਰੂਮ 'ਚ 3 ਜਣੇ ਸੀਗੇ ਤਾਂ ਇਫ ਆਮ ਨਾਟ ਰੋਂਗ ਆਈ ਥਿੰਕ 60 ਜਾਂ 70 ਜਣੇ ਸੀਗੇ। 60-70 ਜਣਿਆਂ ਨੂੰ ਇੱਕ ਕਿਚਨ ਸੀ? ਇੱਕ ਕਿਚਨ ਸੀਗੀ। ਓਕੇ 2 ਕਿਚਨ ਸੀਗੀਆਂ ਬਟ ਇੱਕ ਕਿਚਨ ਸੀਗੀ ਬਹੁਤ ਹੀ ਸੀਗੀ ਕੰਜਸਟਡ। ਉਹ ਉੱਪਰਲੇ ਜਿਹੜੇ ਰੂਮ ਸੀਗੇ ਉਹਨਾਂ ਲਈ ਸੀਗੀ। ਤੁਸੀਂ ਲਾ ਲਓ ਕਿ ਉੱਪਰ ਜਿਹੜੇ ਰੂਮ ਸੀਗੇ ਉੱਪਰ ਆਈ ਥਿੰਕ ਉੱਪਰ ਵੀ 20-25 ਰੂਮਸ ਹੋਣੇ ਆ। ਉਹਨਾਂ ਵਿੱਚ ਵੀ ਕਈ ਵਾਰ ਬੱਚੇ ਨਾ 30-40 ਬੱਚੇ ਉੱਪਰ ਹੋਣੇ ਤੇ ਉਹਨਾਂ ਲਈ ਇੱਕ ਕਿਚਨ ਸੀਗੀ। ਤੇ ਜਿਹੜੀ ਮੇਨ ਜਿਹੜੀ ਕਿਚਨ ਸੀਗੀ ਥੱਲੇ ਉਹਨਾਂ ਲਈ ਉਹ ਕਿਚਨ ਦੇ ਉਹ 10 ਵਜੇ ਕਿਚਨ ਬੰਦ ਕਰ ਦਿੰਦੇ ਸੀਗੇ ਕਿ ਰਾਤ ਨੂੰ 10 ਵਜੇ ਕਿਚਨ ਬੰਦ ਕਰ ਦੇਣੀ ਆਪਾਂ ਕਿਉਂਕਿ ਬਹੁਤ ਜ਼ਿਆਦਾ ਬੱਚੇ ਉਹਦੇ ਵਿੱਚ ਆ ਕੇ ਫਿਰ ਕੋਈ ਕੰਮ ਤੋਂ ਆਉਂਦਾ ਸੀਗਾ ਕੋਈ ਕੁਝ ਸੀਗਾ ਤੇ ਕਈ ਵਾਰ ਕੁਝ ਬੱਚੇ ਸੀਗੇ ਉਹ ਸਾਫ਼ ਸੁਥਰਾ ਨਹੀਂ ਕਰਦੇ ਸੀਗੇ। ਤਾਂ ਫਿਰ ਇਹਦੇ ਵਿੱਚ ਕੀ ਹੋਇਆ ਕਿ ਮੈਂ ਬਹੁਤ ਜ਼ਿਆਦਾ ਪੈਸੇ ਆਪਣੇ ਬਾਹਰ ਸਪੈਂਡ ਕੀਤੇ ਸਬਵੇ ਕਿ ਜੰਕ ਖਾ ਲਿਆ ਕੋਈ ਕੁਝ ਖਾ ਲਿਆ। ਤੇ ਜਿੱਥੇ ਤੱਕ ਮੈਨੂੰ ਯਾਦ ਆ ਜੇ ਮੈਂ ਲਮਸਮ ਲਾਵਾਂ ਜੇ ਮੈਂ ਥੋੜੀ ਜਿਹੀ ਹਿੰਮਤ ਕਰਦਾ ਉਸ ਵੇਲੇ ਕਿ ਚਲੋ ਟਾਈਮ ਸੇ ਰੋਟੀ ਬਣਾ ਲਈਏ ਕੁਝ ਵੀ ਤਾਂ ਮੇਰੇ ਕਾਫੀ ਹੱਦ ਤੱਕ ਮੇਰੇ ਪੈਸੇ ਬਚ ਜਾਂਦੇ ਹੋਰ। ਬਟ ਆਈ ਥਿੰਕ ਮੈਂ ਲਮਸਮ ਜੇ ਮੈਂ ਬਾਹਰ ਕਾਫੀ ਜ਼ਿਆਦਾ ਸਪੈਂਡ ਕੀਤੇ ਸਬਵੇ ਕਦੇ ਖਾ ਲਿਆ ਕਦੇ ਕੁਝ ਖਾ ਲਿਆ ਕਦੇ ਕੁਝ ਕਦੇ ਹੋਰ ਜੰਕ ਖਾ ਲਿਆ ਤੇ ਆਈ ਥਿੰਕ ਆਈ ਈਜ਼ੀਲੀ ਸਪੈਂਟ ਅਰਾਊਂਡ ਜਿੱਥੇ ਤੱਕ ਮੈਨੂੰ ਲੱਗਦਾ ਕਿ $2000 ਤੋਂ $3500 ਦੇ ਵਿੱਚ। ਓਕੇ ਮੈਂ ਪਹਿਲੇ 4 ਮਹੀਨਿਆਂ ਦੇ ਵਿੱਚ ਮੈਂ ਔਨ ਜੰਕ ਫੂਡ ਮੈਂ ਬਹੁਤ ਜ਼ਿਆਦਾ ਵੇਸਟ ਕੀਤਾ। ਉਹ ਕਿ ਜਿਹੜਾ ਕਿ ਮੇਰਾ ਸ਼ਾਇਦ ਕਿ ਆਪਣਾ ਗਰੋਸਰੀ ਦੇ ਵਿੱਚ ਵੀ ਨਾ ਇੰਨਾ ਨਾ ਲੱਗਦਾ ਮੇਰਾ 4 ਮਹੀਨਿਆਂ ਦਾ ਰਾਈਟ। ਜੇ ਮੈਂ ਆਪਣਾ ਬਣਾਉਂਦਾ ਟਾਈਮ ਸਿਰ ਉੱਠ ਕੇ ਬਿਲਕੁਲ ਹੀ ਨਹੀਂ ਹਾਂਜੀ ਬਿਲਕੁਲ ਥੋੜਾ ਟਾਈਮ ਜੇ ਮੈਂ ਉੱਠ ਕੇ ਆਪਣਾ ਚਲੋ ਰੋਟੀ ਬਣਾ ਲਈ ਜਿੱਦਾਂ ਬਟ ਲੇਜ਼ੀ ਰਹੇ ਤੇ ਉਹ ਚੀਜ਼ਾਂ ਦਾ ਫਿਰ ਲੱਗਦਾ ਕਿ ਯਾਰ ਥੋੜੀ ਜਿਹੀ ਸਮਝ ਹੁੰਦੀ ਥੋੜਾ ਹਿੰਮਤ ਕਰਕੇ ਬੰਦਾ ਕਾਫੀ ਹੱਦ ਤੱਕ ਆਪਣੇ ਪੈਸੇ ਬਚਾ ਸਕਦਾ। ਤੁਹਾਡਾ ਐਕਸਪੀਰੀਅੰਸ ਕੀ ਰਿਹਾ ਇਹਦੇ ਮਾਮਲੇ ਵਿੱਚ? ਮੇਰੇ 'ਚ ਤਾਂ ਮੈਂ ਦੱਸਦਾ ਸੀਗਾ ਵੀ ਮੈਂ ਸ਼ੁਰੂ 'ਚ ਜੋ ਵੀ ਆਇਆ ਸੀ ਰਿਲੇਟਿਵਸ ਕੋਲ ਆਇਆ ਸੀ ਹਨਾ ਫਿਰ ਉੱਥੇ 2 ਦਿਨ ਮੈਂ ਰਿਹਾ ਸੀ। ਅਸੀਂ ਕਜੀਜੀ ਤੇ ਰੂਮ ਲੱਭਦੇ ਰਹੇ। ਕਾਫੀ ਲੋਕ ਨੂੰ ਰੂਮ ਲੱਭਣ 'ਚ ਦਿੱਕਤ ਆਉਂਦੀ ਹੈਗੀ ਤਾਂ ਇੱਕ ਕਜੀਜੀ ਵੈਬਸਾਈਟ ਆ KIJIJI ਤੇ ਉਸ ਵੈਬਸਾਈਟ ਤੇ ਜਿਵੇਂ ਆਪਣੇ ਇੰਡੀਆ 'ਚ ਹੁੰਦੀ ਹੈ OLX ਹੁੰਦੀ ਹੈ ਨਾ ਉਹ ਹਾਂਜੀ OLX ਮੇਰੇ ਕੋਲ OLX ਹੁੰਦੀ ਹੈ ਇੰਡੀਆ 'ਚ ਜਿਵੇਂ ਉਹ ਵੈਬਸਾਈਟ ਆਪਣੇ ਇੰਡੀਆ 'ਚ ਐਪ ਆ ਗਈ OLX ਦੀ ਉਸ ਤਰ੍ਹਾਂ ਦੀ ਇੱਥੇ ਕਜੀਜੀ ਆ ਨਾ ਕੋਈ ਵੀ ਚੀਜ਼ ਤੁਸੀਂ ਖਰੀਦਣੀ ਆ ਸੈਕੰਡ ਹੈਂਡ ਜਾਂ ਕੁਝ ਵੀ ਖਰੀਦਣਾ ਜਾਂ ਰੂਮ ਲੱਭਣਾ ਜਾਂ ਗੱਡੀ ਲੈਣੀ ਆ ਹੁਣ ਜਿਵੇਂ ਫੇਸਬੁੱਕ ਮਾਰਕੀਟਪਲੇਸ ਤੇ ਵੀ ਅੱਜਕੱਲ ਬਿਲਕੁਲ ਫੇਸਬੁੱਕ ਤੇ ਹਾਂ ਤੁਸੀਂ ਸਰਚ ਕਰ ਸਕਦੇ ਹੋ ਤੇ ਉਹ ਟਾਈਮਾਂ 'ਚ ਕਜੀਜੀ ਤੇ ਰੂਮ ਲੱਭਿਆ ਸੀਗਾ ਮੈਂ। ਅੱਛਾ
ਤੇ ਉਹਦੇ ਨਾਲ ਗੱਲਬਾਤ ਕੀਤੀ ਵੀ ਮੂਵ ਹੋਣਾ ਸੀ, ਤੇ ਉਹਦੇ ਤੋਂ ਡੇਟ ਲੈ ਲਈ ਸੀ ਵੀ ਅਸੀਂ ਆਹ ਤਰੀਕ ਨੂੰ ਮੂਵ ਹੋਣਾ। ਤੇ 20 ਨੂੰ ਮਿਲਦਾ ਤਾਂ 20-21 ਨੂੰ ਮੈਂ ਲੈਂਡ ਹੋਇਆ ਸੀ, 22-23 ਰਹਿ ਕੇ ਤੇ 24 ਮੈਂ ਫਿਰ ਉੱਥੇ ਉਸ ਘਰ 'ਚ ਸੀਗਾ। ਤੇ ਮੈਨੂੰ ਉੱਥੇ ਖਾਣਾ ਪਾਣੀ ਬਣਾਉਣ ਦੀ ਕੋਈ ਏਡੀ ਦਿੱਕਤ ਨਹੀਂ ਆਈ, ਲਿਆਉਣ ਦੀ ਦਿੱਕਤ ਸੀਗੀ ਕਿਉਂਕਿ ਉਦੋਂ ਗੱਡੀ ਨਹੀਂ ਸੀ ਹੁੰਦੀ। ਤੇ ਉਦੋਂ ਮੈਂ ਵੀ ਵਿੰਟਰ 'ਚ ਹੀ ਆਇਆ ਸੀ ਹਨਾ, ਵਿੰਟਰ 'ਚ ਸਮਾਨ ਚੱਕ ਕੇ ਲਿਆਉਣਾ, ਆਟਾ ਇੰਨਾ ਭਾਰੀ ਹਨਾ, ਉਹਦੀਆਂ ਬੋਰੀਆਂ ਲੈ ਕੇ ਆਉਣੀਆਂ, ਬੈਗ 'ਚ ਵੀ ਜਦੋਂ ਪਾਉਂਦੇ ਸੀ ਨਾ ਤਾਂ ਚੀਜ਼ਾਂ ਦੁੱਖ ਲੱਗ ਜਾਂਦੀਆਂ ਸੀਗੀਆਂ, ਜਾਂ ਲਿਫਾਫੇ ਆਪਾਂ ਚੱਕਣੇ ਹਨਾ ਦੁੱਧ ਨਾਲ ਭਰੇ ਹੋਏ। ਤਾਂ ਐਕਸਟ੍ਰੀਮ ਵੈਦਰ ਉਹਦੇ ਵਿੱਚ ਨਾ ਠੰਡ 'ਚ ਵਿੰਡ ਚਿਲ ਹੁੰਦੀ ਹੈ ਬਹੁਤ ਜ਼ਿਆਦਾ। ਬਿਲਕੁਲ, ਉਹਦੇ 'ਚ ਬੱਸ ਵੀ ਨਹੀਂ ਸੀਗੀ ਕੋਈ। ਅੱਛਾ ਜੀ। ਉਹਦੇ ਸਿਰਫ 2 ਟਾਈਮ ਤੇ ਇੱਕ ਬੱਸ ਆਉਂਦੀ ਹੁੰਦੀ ਸੀਗੀ, ਇੱਕ ਸਵੇਰੇ ਤੇ ਸ਼ਾਮ ਨੂੰ ਸਿਟੀ ਦੇ ਵਿੱਚ। ਤੇ ਤੁਸੀਂ ਦੁਪਹਿਰੇ ਜਾਣਾ ਜਾਂ ਕਦੋਂ ਵੀ ਜਾਣਾ ਹਨਾ ਤਾਂ ਬੱਸ ਨਹੀਂ ਤੁਹਾਨੂੰ ਮਿਲਣੀ ਹਨਾ। ਜਾਂ ਫਿਰ ਉਦੋਂ ਐ ਵੀ ਹੁੰਦਾ ਸੀਗਾ ਵੀ ਕਿਹੜਾ ਟਿਕਟ ਲਾ ਕੇ ਜਾਊਗਾ ਹਨਾ, ਥੋੜੀ ਦੂਰ ਵੀ ਹੁੰਦਾ ਤਾਂ ਉਦੋਂ ਆਪਾਂ 50 ਨਾਲ ਗੁਣਾ ਕਰ ਦੇਖਦੇ ਹੁੰਦੇ ਸੀ ਹਨਾ, ਇੰਡੀਅਨ ਕਰੰਸੀ 'ਚ ਆਪਾਂ ਕਨਵਰਟ ਕਰਕੇ ਉਹਨੂੰ। ਜਦੋਂ ਵੀ ਆਪਾਂ ਨਵੇਂ ਆਏ ਹੁੰਨੇ ਇਹ ਚੀਜ਼ ਆਪਾਂ ਬਹੁਤ ਕਰਦੇ ਆਂ ਵੀ ਆਪਾਂ 50 ਨਾਲ ਗੁਣਾ ਕਰਕੇ ਦੇਖਦੇ ਆਂ ਵੀ ਆਪਾਂ ਦਹੀਂ ਕਿੰਨੇ ਦੀ ਪੈ ਰਹੀ ਹੈ, ਵੀ ਆਪਾਂ ਗੋਭੀ ਦਾ ਕਿੰਨੇ ਦਾ ਪੈ ਰਿਹਾ, ਹਾਂ, ਜਾਂ ਪਿਆਜ਼ ਕਿੰਨੇ ਦਾ ਪੈ ਰਿਹਾ ਆਪਾਂ ਨੂੰ ਹਨਾ। ਪਰ ਉਹ ਹੌਲੀ ਚੀਜ਼ ਬੰਦੇ ਦੀ ਖਤਮ ਹੋ ਜਾਂਦੀ ਹੈ ਕਿਉਂਕਿ ਜਦ ਤੁਸੀਂ ਕਮਾਉਣ ਡਾਲਰਸ 'ਚ ਲੱਗ ਜਾਂਦੇ ਹੋ ਤੇ ਖਰਚਣ ਡਾਲਰਾਂ 'ਚ ਲੱਗ ਜਾਂਦੇ ਹੋ ਨਾ, ਤਾਂ ਤੁਸੀਂ ਉਹਦੇ 'ਚ ਸਬਟ੍ਰੈਕਟ ਕਰੋਗੇ ਮੇਰੀ $1000 ਪੇ ਆ, $2000 ਪੇ ਆ, ਤਾਂ ਮੇਰਾ $500 ਰੈਂਟ ਜਾਂਦਾ ਜਾਂ ਇੰਨਾ ਜਾਂਦਾ, ਤਾਂ ਫਿਰ ਤੁਸੀਂ ਉਹਦੇ 'ਚ ਹੀ ਸਬਟ੍ਰੈਕਟ ਕਰਨ ਲੱਗ ਜਾਂਦੇ ਹੋ ਨਾ। ਸ਼ੁਰੂ ਜੇ ਸਾਰਾ ਕਰੋਗੇ ਹੀ, ਸਾਰੇ ਦਿਮਾਗ 'ਚ ਹੀ ਆਉਂਦਾ ਵੀ ਇੰਡੀਆ ਦੇ ਹਿਸਾਬ ਨਾਲ ਆਪਾਂ ਖਰੀਦੋ ਫਰੋਖਤ ਕਰਨ ਲੱਗ ਜਾਂਦੇ ਨੇ ਹਨਾ। ਉਦੋਂ ਅਸੀਂ ਕੋਈ ਵੀ ਚੀਜ਼ ਚੱਕਣੀ ਹੈ, ਬਿਸਕਟ ਦਾ ਪੈਕਟ ਵੀ ਚੱਕਣਾ ਹਨਾ, ਵੀ ਕਿੰਨੇ ਡਾਲਰ ਦਾ, ਇਹ $1.5 ਦਾ, ਉਹਨੂੰ 50 ਨਾਲ ਗੁਣਾ ਕਰਕੇ ਦੇਖਣਾ, ਉਹ ਵੀ ਇਹਦਾ 75 ਰੁਪਏ ਦਾ ਪਿਆ ਹਨਾ। ਹਾਂ, ਰਹਿਣ ਦਈਏ। ਜਦੋਂ ਬੰਦੇ ਦੀ ਕਮਾਈ ਹੋਣ ਲੱਗ ਜਾਂਦੀ ਹੈ ਫਿਰ ਉਹ ਹੀ ਡਾਲਰਸ 'ਚੋਂ ਡਾਲਰ ਸਬਟ੍ਰੈਕਟ ਕਰਨ ਲੱਗ ਜਾਂਦਾ ਹੈਗਾ। ਤਾਂ ਇਹ ਚੀਜ਼ ਰਹੀ ਆ ਮੇਰੇ ਸ਼ੁਰੂ ਦੀ। ਨਹੀਂ ਬਿਲਕੁਲ ਇਹ ਹੁੰਦਾ ਹੀ ਆ। ਅਸੀਂ ਵੀ ਜਦੋਂ ਜਾਂਦੇ ਸੀ ਕਿ ਸ਼ਾਪਿੰਗ ਕਰਨ, ਅਸੀਂ ਚੱਕਣਾ ਕੋਈ ਵੀ ਆਈਟਮ ਚੱਕਣੀ ਹੈ ਤੇ ਦੇਖਣਾ ਕਿ ਯਾਰ ਇਹ ਤਾਂ ਯਾਰ ਇੰਡੀਆ ਹਿਸਾਬ ਨਾਲ ਤਾਂ ਇਹਦਾ 1800 ਦੀ ਹੈ, 2000 ਦੀ ਹੈ, ਚਲੋ ਰਹਿਣ ਦੇਈਏ ਇਹਨੂੰ ਹੈ ਨਾ। ਇਹੋ ਜਿਹੇ ਸੈਂਸਸ ਬਹੁਤ ਹੋਏ ਆ। ਬਟ ਜਿਵੇਂ ਕਿਹਾ ਕਿ ਜਦੋਂ ਤੁਸੀਂ ਕਮਾਉਣ ਲੱਗ ਪੈਂਦੇ ਹੋ ਫਿਰ ਤੁਹਾਨੂੰ ਸਮਝ ਆਉਂਦਾ ਵੀ ਅੱਛਾ ਯਾਰ ਇਸ ਕਰੰਸੀ ਦੇ ਵਿੱਚ ਇੱਥੇ ਦੀ ਚੀਜ਼ਾਂ ਉਸ ਵੇਲੇ ਮਤਲਬ ਠੀਕ ਸੀਗੀਆਂ। at the time completely different time ਹੈਗਾ ਉਹਦੇ ਵਿੱਚ but back then ਜਦੋਂ ਆਪਾਂ ਆਏ ਸੀਗੇ 18 ਚ, ਜਦੋਂ ਮੈਂ ਆਇਆ ਸੀ 17 ਜਦੋਂ ਆਇਆ ਸੀਗਾ, ਉਸ ਵੇਲੇ ਲੱਗਦਾ ਸੀਗਾ ਕਿ ਯਾਰ ਠੀਕ ਹੈ ਮਤਲਬ ਜਿੰਨਾ ਅਸੀਂ ਕਮਾ ਰਹੇ ਹਾਂ ਉਸ ਹਿਸਾਬ ਨਾਲ ਪ੍ਰਾਈਸਸ ਠੀਕ ਨੇ ਜਿਵੇਂ। ਬਟ ਹੁਣ ਦੇ ਟਾਈਮ ਦੇ ਵਿੱਚ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ ਫਰਕ ਪਿਆ ਪ੍ਰਾਈਸਸ ਦਾ। ਹੁਣ ਇਹ ਫਰਕ ਪਿਆ। ਉਦੋਂ ਰੈਂਟ ਵੀ ਜੇ ਕਿਸੇ ਨੂੰ ਦੱਸਣਾ ਮੇਰਾ $500 ਰੈਂਟ ਆ, ਉਹਨੇ ਕਹਿੰਦਾ 25000 ਰੁਪਏ ਦਾ ਕਮਰਾ, 25000 ਦਾ, ਵੀ ਜੇ ਉੱਥੇ 25000 ਦਾ ਤਾਂ ਇੱਥੇ ਵਾਲੇ ਦੇ ਹਿਸਾਬ ਨਾਲ, ਇੱਥੇ ਦੀ ਕਮਾਈ ਦੇ ਹਿਸਾਬ ਨਾਲ ਦੇਖਿਆ ਜਾਊਗਾ ਨਾ। ਜੇ ਬਿਸਕਟ ਦੇ ਪੈਕਟ ਦਾ ਰੇਟ ਦੇਖਦੇ ਆ ਜਾਂ ਆਪਾਂ ਕੋਲਡ ਡਰਿੰਕ ਦਾ ਰੇਟ ਦੇਖਦੇ ਆ ਨਾ, ਤਾਂ ਉਹ ਆਪਾਂ ਨੂੰ ਵੇਜ ਦੇ ਹਿਸਾਬ ਨਾਲ ਠੀਕ ਪੈ ਜਾਂਦਾ ਸੀ ਉਸ ਟਾਈਮ ਹਨਾ। ਕਿਉਂਕਿ ਜੇ 1140 ਮਿਨੀਮਮ ਵੇਜ ਸੀਗੀ, 1 ਘੰਟੇ 'ਚ ਆਪਣੇ 10 ਵੀ ਮਿਲ ਜਾਂਦੇ ਸੀ ਇਹ ਟੈਕਸ ਕੱਟ ਕੇ, ਤਾਂ $10 'ਚ ਉਸ ਟਾਈਮ ਵਧੀਆ ਮੀਲ ਕੋਈ ਲੈ ਸਕਦਾ ਸੀ, 2 ਟਾਈਮ ਦੀ ਖਾ ਸਕਦਾ ਹਨਾ, $5 ਦੀ। ਤਾਂ ਇਹ ਚੀਜ਼ ਹੁੰਦੀ ਹੈ ਜਿਹੜੀ ਨਵੇਂ ਆ ਕੇ ਚੀਜ਼ਾਂ ਨੇ ਹਨਾ। ਤੇ ਇਹ ਚੈਲੰਜਸ ਨੇ ਕੁਝ ਜਿਹੜੇ ਨਵੇਂ ਆ ਕੇ ਆਪਾਂ ਫੇਸ ਕੀਤੇ ਸੀ ਹਨਾ। ਬਿਲਕੁਲ ਹਾਂਜੀ। ਸਟੱਡੀ ਪਰਮਿਟ ਤੱਕ ਕਿੱਦਾਂ ਆ ਕੇ ਰਿਹਾਇਸ਼ ਦਾ ਵੈਦਰ ਨੂੰ ਅਡਾਪਟ ਕਰਨਾ ਰਾਈਟ, ਤੇ ਆਪਣਾ ਪ੍ਰੋਪਰ ਕਲੋਥਿੰਗ ਰੱਖਣੀ ਹਰ ਇੱਕ ਵੈਦਰ ਲਈ। ਇਹ ਚੀਜ਼ਾਂ ਬਹੁਤ ਮੈਟਰ ਕਰਦੀ ਸੀ ਉਸ ਵੇਲੇ, ਅੱਜ ਵੀ ਮੈਟਰ ਕਰਦੀਆਂ ਨੇ। ਪ੍ਰੋਪਰ ਕਮਿਊਨੀਕੇਸ਼ਨ, ਇੱਕ ਪ੍ਰੋਪਰ ਬਿਹੇਵ, ਜਿੱਥੇ ਤੁਸੀਂ ਰਹਿੰਦੇ ਹੋ, ਜਾਂਦੇ ਹੋ, ਖਾਂਦੇ ਹੋ, ਇੱਕ ਪ੍ਰੋਪਰ ਹਰ ਇੱਕ ਕਮਿਊਨਿਟੀ ਲਈ ਰਿਸਪੈਕਟ ਰੱਖਣੀ ਬਹੁਤ ਜ਼ਰੂਰੀ ਹੈ। ਤੇ ਇਹ ਚੀਜ਼ਾਂ ਮੈਂ ਦੇਖੀਆਂ ਕਿ ਮੈਂ ਬਹੁਤ ਛੇਤੀ ਅਡਾਪਟ ਕਰ ਲਈ ਸੀਗੀਆਂ ਕਿਉਂਕਿ ਇੰਡੀਆ ਤੋਂ ਹੀ ਅਸੀਂ ਚਲੋ ਗ੍ਰੈਜੂਏਸ਼ਨ ਕਰਕੇ ਆਏ ਸੀਗੇ, ਤਾਂ ਤੁਹਾਨੂੰ ਬੰਦੇ ਨੂੰ ਥੋੜੀ ਬਹੁਤ ਸਮਝ ਹੁੰਦੀ ਹੈ। ਤੇ ਇਹ ਮੇਰਾ ਰਿਹਾ ਐਕਸਪੀਰੀਅੰਸ। ਤੇ ਤੁਹਾਡਾ ਕਿੱਦਾਂ ਦਾ ਰਿਹਾ? ਇਹੀ ਆ ਵੀ ਜਿਹੜਾ ਇਹੀ ਚੀਜ਼ ਆ ਸਟੱਡੀ ਪਰਮਿਟ ਤੇ ਵੀ, ਜੋ ਵੀ ਆਪਾਂ ਨੂੰ ਇੰਡੀਆ 'ਚ ਐਕਸਪੋਜ਼ਰ ਮਿਲਿਆ ਹੋਇਆ ਸੀ ਹਨਾ। ਆਪਾਂ ਗ੍ਰੈਜੂਏਸ਼ਨ ਕਰਕੇ ਆਏ ਸੀਗੇ, ਘਰੋਂ ਬਾਹਰ ਸੀਗੇ, ਚੰਡੀਗੜ੍ਹ ਰਹਿੰਦੇ ਸੀ ਹਨਾ। ਤੇ ਇਹ ਚੀਜ਼ਾਂ ਨੇ ਹੌਲੀ ਉੱਥੇ ਰਹਿ ਕੇ ਵੀ ਸਿੱਖ ਲਈਆਂ ਹਨਾ, ਕਿਵੇਂ ਕਮਿਊਨੀਕੇਟ ਕਰਨਾ, ਨਵੇਂ ਲੋਕਾਂ 'ਚ ਕਿਵੇਂ ਐਡਜਸਟ ਕਰਨਾ ਗਾ ਹਨਾ, ਕੀ ਗੱਲਬਾਤ ਹੁੰਦੀ ਆ, ਕਿਵੇਂ ਖਾਣਾ ਪਾਣੀ ਬਣਾਉਣਾ, ਕਿਵੇਂ ਆਪਣੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਹਨਾ, ਕੱਪੜੇ ਵਗੈਰਾ ਆਪਣੇ ਵਾਸ਼ ਕਰਨੇ ਜਾਂ ਆਪਣੇ ਖਾਣਾ ਪਾਣੀ ਬਣਾਉਣਾ। ਤਾਂ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਉੱਥੇ ਕੀਤੀਆਂ ਹੋਈਆਂ ਸੀ ਉਹ ਸਾਡੇ ਲਈ ਹੈਲਪਫੁਲ ਰਹੀਆਂ, ਬਹੁਤ ਹੈਲਪਫੁਲ ਰਹੀਆਂ। ਹਾਂ, ਇੱਥੇ ਆ ਕੇ ਮੈਂ ਐਵੇਂ ਕਹਾਂ ਮੈਂ ਕੋਈ ਜ਼ਿਆਦਾ ਹੋਮਸਿਕ ਵੀ ਨਹੀਂ ਹੋਇਆ ਹਨਾ। ਤੁਹਾਨੂੰ ਵੀ ਨਹੀਂ ਮੈਨੂੰ ਲੱਗਿਆ ਮੈਂ ਜਿੰਨੇ ਵਾਰ ਗੱਲ ਕੀਤੀ ਆ ਕੋਈ ਜ਼ਿਆਦਾ ਹਨਾ ਪ੍ਰੋਬਲਮ ਆਈ ਹੋਵੇ, ਕਿਉਂਕਿ ਜੇ ਕੋਈ ਸਿੱਧਾ ਹੀ ਘਰੋਂ ਆਉਂਦਾ ਗਾ ਉਹਨੂੰ ਜ਼ਿਆਦਾ ਮੁਸ਼ਕਲ ਆ, ਉਹ ਜ਼ਿਆਦਾ ਇੱਕ ਸੈਟਬੈਕ ਜਿਹਾ ਲੱਗਦਾ ਨਾ ਵੀ ਕਿੱਥੇ ਨਵੀਂ ਜਗ੍ਹਾ ਤੇ ਆ ਗਏ। ਆਪਾਂ ਨਵੀਆਂ ਜਗ੍ਹਾ ਤੇ ਰਹੇ ਕਰੇ ਹੋਏ ਸੀਗੇ ਤਾਂ ਉਹ ਚੀਜ਼ ਉਹ ਹੈਲਪਫੁਲ ਹੋ ਜਾਂਦੀ ਆ। ਤਾਂ ਚੈਲੰਜਸ ਇਹੀ ਫੇਸ ਕੀਤੇ ਨੇ ਜਿਹੜੇ ਲੈਂਗੁਏਜ ਬੈਰੀਅਰ ਹੋ ਗਏ ਹਨਾ, ਕੰਮ ਲੱਭਣ 'ਚ, ਨਵੇਂ ਵਰਕ ਕਲਚਰ 'ਚ ਐਡਜਸਟ ਕਰਨਾ ਹਨਾ, ਉਹਨਾਂ ਚੀਜ਼ਾਂ ਨੂੰ ਸਮਝਣਾ ਵੀ ਇਹ ਹਾਇਰਿੰਗ ਕਿਵੇਂ ਕਰਦੇ ਨੇ ਹਨਾ, ਇਹ ਕਿਉਂ ਨਹੀਂ ਹਾਇਰ ਕਰ ਰਹੇ, ਇਹਨਾਂ ਦੇ ਕੀ ਕਾਰਨ ਨੇ ਹਨਾ, ਉਹਨਾਂ ਨੂੰ ਪ੍ਰੋਪਰ ਫੋਲੋ ਅਪ ਰੱਖਣਾ ਬਿਲਕੁਲ ਜੌਬ ਲਈ
ਇਹ ਚੀਜ਼ਾਂ ਬਹੁਤ ਪ੍ਰੋਪਰ ਡਰੈਸ ਅਪ ਕਰਨਾ ਜੌਬ ਲਈ, ਪਾਰਟ ਟਾਈਮ ਹੈ ਫੁੱਲ ਟਾਈਮ ਹੈ, ਡਸਨਟ ਮੈਟਰ, ਜੌਬ ਹੈ ਤੁਹਾਡੀ। ਪਾਰਟ ਟਾਈਮ ਬੇਸ ਜਿੱਦਾਂ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਹੋ, ਮੈਨੂੰ ਇਹ ਲੱਗਦਾ, ਮੈਨੂੰ ਇਹ ਫੀਲ ਹੁੰਦਾ ਪਰਸਨਲੀ ਕਿ ਉਹੀ ਤੁਹਾਡਾ ਫੁੱਲ ਟਾਈਮ ਜੌਬ ਦਾ ਇੱਕ ਬੇਸ ਬਣਦੀ ਹੈ। ਬਿਲਕੁਲ ਜੇ ਤੁਸੀਂ ਆਪਣੀ ਪਾਰਟ ਟਾਈਮ ਜੌਬ ਨੂੰ ਸੀਰੀਅਸਲੀ ਨਹੀਂ ਲੈ ਰਹੇ, ਬਿਲਕੁਲ ਤੁਸੀਂ ਫਿਰ ਆਪਣੀ ਫੁੱਲ ਟਾਈਮ ਜੌਬ ਨੂੰ ਤੁਸੀਂ ਕਿੰਨਾ ਸੀਰੀਅਸਲੀ ਲਓਗੇ। ਬਿਲਕੁਲ ਉਹ ਪਾਰਟ ਟਾਈਮ ਜੌਬ ਹੋ ਵੀ ਸਕਦਾ ਤੁਹਾਡੀ ਇਨ ਫਿਊਚਰ ਫੁੱਲ ਟਾਈਮ ਜੌਬ ਬਣ ਸਕੇ। ਹਾਂਜੀ ਬਿਲਕੁਲ। ਮੇਬੀ ਤੁਸੀਂ ਕਿਸੇ ਟਿਮ ਹਾਰਟ ਜਾਂ ਕਿਸੇ ਰੈਸਟੋਰੈਂਟ 'ਚ ਤੁਸੀਂ ਹਾਇਰ ਹੁੰਦੇ ਹੋ ਐਜ਼ ਆ, ਤੁਸੀਂ ਕਿਸੇ ਮਤਲਬ ਕੋਈ ਲਾ ਲਓ ਕੁੱਕ ਹਾਇਰ ਹੁੰਦੇ ਹੋ ਜਾਂ ਕੁਝ ਵੀ ਹੁੰਦੇ ਬੇਕਰ ਜਾਂ ਹਾਂ, ਉਹ ਤੁਹਾਡੀ ਪੀਆਰ 'ਚ ਵੀ ਹੈਲਪ ਕਰ ਸਕਦੀ ਹੈ ਉਹ ਚੀਜ਼, ਹੈ ਨਾ। ਉਹ ਪੋਜੀਸ਼ਨ ਤੇ ਹਰ ਚੀਜ਼ ਨੂੰ ਤੁਸੀਂ ਇੱਕ ਸੀਰੀਅਸ ਵੇ ਨਾਲ ਲੈ ਸਕਦੇ ਹੋ, ਹੈ ਨਾ। ਉਹ ਚੀਜ਼ ਤੁਹਾਡੀ ਇਨ ਫਿਊਚਰ ਹੈਲਪਫੁਲ ਹੋ ਸਕਦੀ ਹੈ ਕਿ ਜੋ ਵੀ ਵਰਕ ਤੁਹਾਡੀ ਹੈਗੀ ਆ। ਤੇ ਇਹੀ ਚੈਲੰਜਸ ਨੇ ਅੱਜ ਦੀ ਵੀਡੀਓ 'ਚ ਜਿਹੜੇ ਅਸੀਂ ਤੁਹਾਨੂੰ ਦੱਸਤੇ, ਜਿਹੜੇ ਅਸੀਂ ਫੇਸ ਕੀਤੇ ਆ, ਹੈ ਨਾ। ਆਪਦੇ ਐਕਸਪੀਰੀਅੰਸਿਸ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਤੇ ਹੋਪਫੁਲੀ ਤੁਹਾਨੂੰ ਇਹ ਚੀਜ਼ਾਂ ਗਾਈਡ ਕਰਨਗੀਆਂ, ਹੈ ਨਾ। ਫਿਰ ਤੁਹਾਡਾ ਵੀ ਕੋਈ ਐਕਸਪੀਰੀਅੰਸ ਰਿਹਾ ਹੋਵੇ ਤਾਂ ਪਲੀਜ਼ ਸਾਨੂੰ ਦੱਸਿਓ ਕਮੈਂਟਸ ਦੇ ਵਿੱਚ, ਕਿ ਅਸੀਂ ਕੋਈ ਚੀਜ਼ ਮਿਸ ਕੀਤੀ ਹੋਵੇ, ਕੋਈ ਟੌਪਿਕ ਕੋਈ ਮਿਸ ਕੀਤਾ ਹੋਵੇ ਅੱਜ ਦੇ ਇਸ ਪੋਡਕਾਸਟ ਦੇ ਵਿੱਚ, ਯੂ نو, ਕਿਉਂਕਿ ਸਾਡੇ ਚੈਲੰਜਸ ਹੋ ਸਕਦਾ ਡਿਫਰੈਂਟ ਹੋਣ ਤੁਹਾਡੇ ਚੈਲੰਜਸ ਤੋਂ। ਤੁਸੀਂ ਗ੍ਰੈਜੂਏਸ਼ਨ ਕਰਕੇ ਨਾ ਆਏ ਹੋਣ ਜਾਂ ਤੁਸੀਂ ਇਵਨ ਮਾਸਟਰਸ ਕਰਕੇ ਆਏ ਹੋਣ ਜਾਂ +2 ਕਰਕੇ ਆਏ ਹੋਣ, ਰਾਈਟ, ਤੁਹਾਡੇ ਹੋਰ ਚੈਲੰਜਸ ਹੋਣ, ਤੇ ਜੋ ਵੀ ਤੁਹਾਡੇ ਚੈਲੰਜਸ ਰਹੇ ਹੋਣ ਪਲੀਜ਼ ਕਮੈਂਟਸ ਦੇ ਵਿੱਚ ਦੱਸੋ। ਤੇ ਬਾਕੀ ਆਈ ਥਿੰਕ ਆਪਾਂ ਸਾਰੇ ਟੌਪਿਕਸ ਬਾਕੀ ਅਸੀਂ ਗੱਲ ਕਰ ਚੁੱਕੇ ਹਾਂ, ਤੇ ਹੋਰ ਜੇ ਤੁਹਾਡੇ ਲਈ ਕਹਿ ਚੁੱਕੇ ਅਨਮੋਲ ਵੀ ਕੋਈ ਤੁਹਾਡੇ ਟੌਪਿਕ ਧਿਆਨ 'ਚ ਹੋਵੇ, ਹੈ ਨਾ, ਸਟੂਡੈਂਟ ਲਾਈਫ ਨੂੰ ਲੈ ਕੇ ਜਾਂ ਕਿਸੇ ਵੀ ਸਾਡੇ ਕੈਨੇਡੀਅਨ ਐਕਸਪੀਰੀਅੰਸ ਨੂੰ ਲੈ ਕੇ, ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਹੈ ਨਾ। ਅਸੀਂ ਉਹਦੇ ਤੇ ਆਉਣ ਵਾਲੇ ਟਾਈਮ 'ਚ ਵੀਡੀਓ ਬਣਾ ਦਾਂਗੇ। ਤੇ ਬਾਕੀ ਅੱਜ ਦੀ ਵੀਡੀਓ 'ਚ ਇੰਨਾ ਹੀ। ਤੇ ਜੇ ਪੋਡਕਾਸਟ ਪਸੰਦ ਆਈ ਹੋਵੇ ਤਾਂ ਸਪੋਰਟ ਰੱਖਿਓ, ਹੈ ਨਾ। ਵੀਡੀਓ ਨੂੰ ਵਾਚ ਕਰਿਓ, ਲਾਈਕ ਕਰਿਓ ਤੇ ਸ਼ੇਅਰ ਕਰਿਓ, ਤੇ ਫੀਡਬੈਕ ਪਲੀਜ਼ ਜ਼ਰੂਰ ਦੱਸਿਓ, ਭਾਵੇਂ ਕਿੱਦਾਂ ਦਾ ਵੀ ਹੈਗਾ। ਪੋਜ਼ਿਟਿਵ ਫੀਡਬੈਕ, ਨੈਗੇਟਿਵ ਫੀਡਬੈਕ, ਜੋ ਵੀ ਹੈਗਾ ਬਹੁਤ ਸਾਡੇ ਲਈ ਮੈਟਰ ਕਰਦਾ, ਕਿਉਂਕਿ ਫੀਡਬੈਕ ਨਾਲ ਹੀ ਬੰਦਾ ਇੰਪਰੂਵ ਕਰਦਾ ਹੈ। ਜੇ ਤੁਸੀਂ ਸਿਰਫ ਵੀਡੀਓ ਦੇਖ ਕੇ ਤੁਸੀਂ ਕਹਿ ਦੋਗੇ ਕਿ ਸਹੀ ਹੈ ਕੁਛ ਹੈ, ਫੀਡਬੈਕ ਸਾਡੇ ਲਈ ਬਹੁਤ ਮੈਟਰ ਕਰਦਾ ਹੈ। ਫੀਡਬੈਕ ਤੋਂ ਬਾਅਦ ਹੀ ਆਪਾਂ ਵੀ ਕੈਨ ਡੂ ਲਿਟਲ ਬਿਟ ਮੋਰ ਇੰਪਰੂਵਮੈਂਟ, ਓਕੇ, ਆਪਾਂ ਕਰ ਸਕਦੇ ਹਾਂ, ਰਾਈਟ। ਤੇ ਬਾਕੀ ਤੁਹਾਡਾ ਸਪੋਰਟ, ਤੁਹਾਡਾ ਜਿਹੜਾ ਕਮਿਊਨੀਕੇਸ਼ਨ ਹੈਗਾ ਆਪਣੇ ਨਾਲ ਜ਼ਰੂਰ ਰੱਖਿਓ, ਕਿਸੇ ਤਰ੍ਹਾਂ ਵੀ ਰੱਖਿਓ। ਤੇ ਆਪਾਂ ਨੈਕਸਟ ਵੀਕ ਆਪਾਂ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ, ਨਵੇਂ ਪੋਡਕਾਸਟ ਦੇ ਵਿੱਚ। ਤੇ ਆਈ ਹੋਪ ਤੁਹਾਨੂੰ ਇਹ ਅੱਜ ਦਾ ਪੋਡਕਾਸਟ ਪਸੰਦ ਆਇਆ ਹੋਵੇ। ਓਕੇ, ਤੇ ਮਿਲਦੇ ਆ ਨਵੇਂ ਪੋਡਕਾਸਟ ਦੇ ਵਿੱਚ ਅਪਕਮਿੰਗ ਫਿਊਚਰ 'ਚ। ਤੇ ਧਿਆਨ ਰੱਖਿਓ ਸਾਰੇ, ਬਾਏ, ਟੇਕ ਕੇਅਰ, ਥੈਂਕ ਯੂ, ਸਤਿ ਸ਼੍ਰੀ ਅਕਾਲ।